ਕਮਿਊਨਿਟੀ ਕਨੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਰਲੇਪ ਕੈਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਕਿ ਇਹ ਸੈਗਮੈਂਟ ਤੁਹਾਡੇ ਲਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾਂਦਾ ਤੇ ਅਸੀਂ ਗੱਲਬਾਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਬਲਦੇਵ ਮੋਟਾ ਜੀ ਜੋ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ CEO ਹਨ। ਅਸੀਂ ਉਹਨਾਂ ਨਾਲ ਹਮੇਸ਼ਾ ਤੁਹਾਡੇ ਮੁਲਾਕਾਤ ਕਰਾਉਂਦੇ ਹਾਂ। ਸੋ ਅੱਜ ਇੱਕ ਵਾਰੀ ਫਿਰ ਸਾਡੇ ਸਟੂਡੀਓ ਦੇ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੋਂ ਬਲਦੇਵ ਮੋਟਾ ਜੀ ਆਏ ਹੋਏ ਹਨ। ਆਪਾਂ ਉਹਨਾਂ ਦਾ ਪਹਿਲਾਂ ਕਰਦੇ ਹਾਂ ਸਵਾਗਤ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਬਲਦੇਵ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ ਹੈ ਜੀ। ਨਰਲੇਪ ਜੀ, ਤੁਹਾਡਾ ਵੀ ਤੇ ਆਪਣੀਆਂ ਜਿੰਨੇ ਵੀ ਆਪਣੇ ਦਰਸ਼ਕ ਆਪਾਂ ਨੂੰ ਦੇਖ ਰਹੇ ਆ, ਮੇਰੀ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਸੋ ਬਲਦੇਵ ਜੀ, ਅੱਜ ਆਪਾਂ ਨੇ ਗੱਲਬਾਤ ਕਰਨੀ ਹੈਗੀ ਹੈ ਰਿਸ਼ਤਿਆਂ ਦੇ ਉੱਪਰ, ਰਿਲੇਸ਼ਨਸ਼ਿਪ ਦੇ ਉੱਪਰ ਜੀ। ਇੱਕ ਚੀਜ਼ ਤਾਂ ਇਹ ਹੈਗੀ ਹੈ ਕਿ ਜੇ ਕੋਈ ਬੰਦਾ ਆਪਦੇ ਆਪ ਨੂੰ ਪਿਆਰ ਨਹੀਂ ਕਰਦਾ ਤਾਂ ਉਹ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ। ਸੋ ਇਸੇ ਤਰ੍ਹਾਂ ਆਪਾਂ ਜਦੋਂ ਰਿਸ਼ਤਿਆਂ ਨੂੰ ਲੈਂਦੇ ਹਾਂ, ਜਦੋਂ ਆਪਾਂ ਰਿਸ਼ਤਿਆਂ ਦੀ ਗੱਲਬਾਤ ਕਰਦੇ ਹਾਂ ਤਾਂ ਕਈ ਵਾਰੀ ਸਾਨੂੰ ਰਿਸ਼ਤਿਆਂ ਦਾ ਪਤਾ ਹੀ ਨਹੀਂ ਗਾ ਕਿ ਸਾਡਾ ਆਪਦੇ ਨਾਲ ਕੀ ਰਿਸ਼ਤਾ, ਸਾਡਾ ਪ੍ਰਕਿਰਤੀ ਨਾਲ ਕੀ ਰਿਸ਼ਤਾ, ਸਾਡਾ ਆਂਢ ਗੁਆਂਢ ਨਾਲ ਕੀ ਰਿਸ਼ਤਾ, ਸਾਡਾ ਬੱਚਿਆਂ ਨਾਲ ਕੀ ਰਿਸ਼ਤਾ, ਹਸਬੈਂਡ ਵਾਈਫ ਦਾ ਰਿਸ਼ਤਾ। ਇਹ ਜਿਹੜੇ ਸਾਰੇ ਰਿਲੇਸ਼ਨਸ਼ਿਪ ਆ ਜਿਹਦੇ ਵਿੱਚ ਆਪਾਂ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਲੱਗਦਾ ਤੇ ਆਪਾਂ ਗਲਤ ਡਿਸੀਜਨ ਜਾਂ ਗਲਤ ਫੈਸਲੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਰਿਸ਼ਤਿਆਂ ਨੂੰ ਗਲਤ ਸਮਝ ਲੈਂਦੇ ਹਾਂ। ਹਾਂਜੀ। ਸੋ ਜਿਹੜਾ ਰਿਲੇਸ਼ਨਸ਼ਿਪ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਤੁਹਾਡਾ ਕਾਫੀ ਲੰਮਾ ਚੌੜਾ ਤਜਰਬਾ ਹੈਗਾ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਵਿੱਚ, ਤੁਹਾਡੇ ਕੋਲ ਕਾਫੀ ਲੋਕਾਂ ਨਾਲ ਤੁਹਾਡਾ ਵਾਹ ਪਿਆ ਹੈਗਾ। ਸੋ ਉਹਨਾਂ ਦੇ ਵਿੱਚ ਜਿਹੜੀ ਰਿਸ਼ਤੇ ਕੀ ਭੂਮਿਕਾ ਨਿਭਾਉਂਦੇ ਆ, ਤੁਹਾਡਾ ਕੀ ਐਕਸਪੀਰੀਅੰਸ ਆ ਲਾਈਫ ਦਾ? ਜੀ ਨਰਲੇਪ ਜੀ, ਇੱਕ ਚੀਜ਼ ਜਿਹੜੀ ਆਪਾਂ ਨੂੰ ਧਿਆਨ 'ਚ ਰੱਖਣ ਵਾਲੀ ਆ ਉਹ ਔਰ ਸਮਝਣ ਦੀ ਲੋੜ ਆ, ਉਹ ਇਹ ਆ ਕਿ ਆਪਣੇ ਧਰਮ ਦੇ ਵਿੱਚ, ਖਾਸ ਕਰਕੇ ਹਿੰਦੂ ਧਰਮ ਤੇ ਸਿੱਖ ਧਰਮ ਦੇ ਵਿੱਚ ਹਉਮੈ ਦੀ ਮਨਾਹੀ ਆ। ਸੋ ਜਿਹੜੀ ਹਉਮੈ ਆ, ਉਸ ਚੀਜ਼ ਨੂੰ ਆਪਣੇ ਧਰਮ ਨੇ ਤੇ ਉਹਨੇ ਨਿਖੇਧੀ ਕੀਤੀ ਆ। ਉਹਦੇ ਨਾਲ ਹੰਕਾਰ ਵੱਧਦਾ। ਇਸ ਕਰਕੇ ਆਪਣੇ ਜਿੰਨੇ ਵੀ ਆਪਣੇ ਗੁਰੂ ਸਾਹਿਬਾਨ ਸੀਗੇ, ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਵੀ ਤੁਸੀਂ ਹਉਮੈ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਕੰਟਰੋਲ ਕਰਕੇ ਰੱਖੋ ਜੀ। ਸੋ ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਹਉਮੈ ਤੋਂ ਹੰਕਾਰ ਬਣਦਾ ਤੇ ਹੰਕਾਰ ਆਪਾਂ ਨੂੰ ਡਿਸਟਰਕਸ਼ਨ ਦੀ ਕਰਨੀ ਲਿਜਾਂਦਾ ਤੇ ਤਬਾਹੀ ਕਰਨੀ ਲਿਜਾਂਦਾ, ਤੇ ਆਪਾਂ ਆਪਣੇ ਸਮਾਜ ਦੇ ਵਿੱਚ ਇਹ ਚੀਜ਼ ਬਣਾ ਲਈ ਕਿ ਹਉਮੈ ਮਾੜੀ ਆ। ਹੁਣ ਜਿਹੜੀ ਹਉਮੈ ਆ ਉਹਦੇ ਵਿੱਚ ਮੈਂ ਜੁੜਿਆ ਹੋਇਆ ਜੀ। ਉਹ ਜਿਹੜਾ ਮੈਂ ਆ, ਅਸੀਂ ਉਹਨੂੰ ਵੀ ਨਿਗੇਟ ਕਰਤਾ। ਅਸੀਂ ਮੈਂ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਵੀ ਮੈਂ ਕੌਣ ਆ ਜੀ। ਸੋ ਸਾਡਾ ਆਪਣੇ ਆਪ ਨਾਲ ਉਸ ਕਰਕੇ ਰਿਸ਼ਤਾ ਨਹੀਂ ਬਣਿਆ, ਕਿਉਂਕਿ ਜਿਹੜੇ ਧਾਰਮਿਕ ਜਿਹੜੇ ਪ੍ਰਚਾਰਕ ਸੀਗੇ ਜਾਂ ਜਿਨ੍ਹਾਂ ਨੇ ਵੀ ਆਪਣੇ ਬਜ਼ੁਰਗਾਂ ਨੇ ਆਪਾਂ ਨੂੰ ਜਿਹੜੀ ਵਿਰਸੇ ਦੇ ਵਿੱਚ ਸੇਧ ਦਿੱਤੀ ਆ, ਉਹ ਇਹ ਦਿੱਤੀ ਆ ਵੀ ਹਉਮੈ ਨਹੀਂ ਚੰਗੀ। ਔਰ ਇਹ ਟਰੂ ਵੀ ਆ ਵੀ ਹਉਮੈ ਚੰਗੀ ਨਹੀਂ, ਲੇਕਿਨ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਨਹੀਂ ਚੰਗਾ ਜੀ। ਉਹਨਾਂ ਨੇ ਕੀ ਕੀਤਾ ਕਿ ਜਿਹੜੀ ਚੀਜ਼ ਚਾਹੀਦੀ ਸੀ ਉਹ ਇਹ ਚਾਹੀਦੀ ਸੀ ਕਿ ਹਉਮੈ ਦੇ ਵਿੱਚ ਔਰ ਮੈਂ ਦੇ ਵਿੱਚ ਅੰਤਰ ਕਰਦੇ ਜੀ। ਉਹ ਹੁਣ ਅਨਫੋਰਚੂਨੇਟਲੀ ਆਪਣੇ ਸਮਾਜ ਦੇ ਵਿੱਚ ਹੋਇਆ ਨਹੀਂ। ਹੋਇਆ ਕੀ ਕਿ ਹਉਮੈ ਦੇ ਨਾਲ ਨਾਲ ਮੈਂ ਵੀ ਪਾਸੇ ਕਰਤੀ ਜੀ। ਹੁਣ ਬੱਚੇ ਦਾ, ਜੇ ਬੱਚੇ ਨੂੰ ਇਹ ਨਹੀਂ ਪਤਾ ਕਿ ਮੇਰੀ ਬਾਡੀ ਕੀ ਆ, ਮੇਰਾ ਦਿਮਾਗ ਕੀ ਆ, ਮੇਰੀ ਸੋਚ ਕੀ ਆ, ਮੈਨੂੰ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਕਿਹੜੀਆਂ ਚੀਜ਼ਾਂ ਮੈਨੂੰ ਮਾੜੀਆਂ ਲੱਗਦੀਆਂ, ਮੇਰੀਆਂ ਅੱਛਾਈਆਂ ਕੀ ਆ, ਮੇਰੇ 'ਚ ਕਮੀਆਂ ਕੀ ਆ, ਹੁਣ ਇਹਨਾਂ ਚੀਜ਼ਾਂ ਦੀ ਆਪਣੇ ਕਲਚਰ ਦੇ ਵਿੱਚ ਡਿਸਕਸ਼ਨ ਨਹੀਂ ਹੋਈ। ਉਹ ਡਿਸਕਸ਼ਨ ਕਿਉਂ ਨਹੀਂ ਹੋਈ? ਮੇਰੇ ਖਿਆਲ 'ਚ ਜਦ ਤੱਕ ਆਪਾਂ ਨੂੰ ਇਹ ਨਹੀਂ ਸਮਝ ਆਉਂਦਾ, ਆਪਾਂ ਰਿਸ਼ਤਾ ਕਾਇਮ ਨਹੀਂ ਕਰ ਸਕਦੇ। ਹੁਣ ਆਪਾਂ ਬਹੁਤ ਸਾਰੇ ਕਾਰਨ ਹੋ ਸਕਦੇ ਆ ਪੰਜਾਬ ਦੇ ਵਿੱਚ ਮੁਸ਼ਕਲਾਂ ਆਉਣ ਦੇ, ਲੇਕਿਨ ਇੱਕ ਕਾਰਨ ਇਹ ਆ ਕਿ ਅਸੀਂ ਆਪਣੇ ਆਪ ਨੂੰ ਪਛਾਣਨ ਦੀ ਜ਼ਰੂਰਤ ਨਹੀਂ ਸਮਝੀ। ਅਸੀਂ ਆਪਣੇ ਆਪ ਨੂੰ ਇਹ ਨਹੀਂ ਦੇਖਿਆ ਕਿ ਮੈਂ ਕੀ ਬਣ ਸਕਦਾ। ਅਸੀਂ ਉਸ ਚੀਜ਼ ਦਾ ਵਿਸਥਾਰ ਨਹੀਂ ਕੀਤਾ। ਅਸੀਂ ਕਿਹਾ ਵੀ ਅਸੀਂ ਹਉਮੈ ਸਾਡੀ ਬਹੁਤ ਮਾੜੀ ਆ, ਅਸੀਂ ਹਉਮੈ ਦੇ ਬਾਰੇ ਵਿਚਾਰ ਨਹੀਂ ਕਰਨਾ, ਨਾਲੇ ਨਾਲ ਹਉਮੈ ਦੇ ਅਸੀਂ ਮੈਂ ਦੇ ਬਾਰੇ ਵੀ ਵਿਚਾਰ ਨਹੀਂ ਕਰਨਾ। ਜਦੋਂ ਕਿ ਅਗਰ ਆਪਾਂ ਆਪਣੇ ਪੁਰਾਣੇ ਜ਼ਮਾਨੇ 'ਚ ਜਿਨ੍ਹਾਂ ਨੇ ਸਾਰਿਆਂ ਨਾਲੋਂ ਜ਼ਿਆਦਾ ਮੈਂ ਦੇ ਉੱਤੇ ਕੰਮ ਕੀਤਾ, ਉਹ ਹੈਗੇ ਆ ਬਾਬਾ ਫਰੀਦ ਜੀ। ਬਾਬਾ ਫਰੀਦ ਦੀ ਜੇ ਬਾਣੀ ਪੜ੍ਹੀਏ ਤਾਂ ਉਹਨਾਂ ਨੇ ਪੜਚੋਲ ਦੇ ਬਾਰੇ ਗੱਲ ਕੀਤੀ ਆ ਜੀ, ਬਈ ਪੜਚੋਲ ਕਰਨੀ ਕਿਉਂ ਜ਼ਰੂਰੀ ਆ। ਜਾਣੀ ਉਹਦੇ ਨਾਲ ਆਪਾਂ ਨੂੰ ਆਪਣੇ ਔਗਣਾਂ ਦਾ ਪਤਾ ਲੱਗੂ, ਆਪਾਂ ਨੂੰ ਆਪਣੀਆਂ ਅੱਛਾਈਆਂ ਦਾ ਪਤਾ ਲੱਗੂ, ਤੇ ਜਦੋਂ ਅਸੀਂ ਪੜਚੋਲ ਕਰਾਂਗੇ ਤਾਂ ਸਾਨੂੰ ਆਪਣੇ ਆਪ ਨਾਲ ਸਾਡਾ ਰਿਸ਼ਤਾ ਸਟਰੋਂਗ ਬਣ ਜੂ। ਰਾਈਟ? ਅੱਛਾ, ਉਹ ਹੁਣ ਹੋਇਆ ਨਹੀਂ। ਉਹ ਹੋਇਆ ਇਸ ਕਰਕੇ ਨਹੀਂ ਕਿਉਂਕਿ ਅਸੀਂ
ਇੱਕ ਕਿਸਮ ਦੀ ਬਲੈਂਕਟ ਸਟੇਟਮੈਂਟ ਦੇ ਵਿੱਚ ਦਬ ਕੇ ਰਹਿ ਗਏ ਕਿ ਹਉਮੈ ਨਹੀਂ ਚੰਗੀ, ਹਉਮੈ ਨਾਲ ਹੰਕਾਰ ਬਣਦਾ, ਇਸ ਕਰਕੇ ਹਉਮੈ ਨਗੇਟ ਕਰ ਦੋ। ਉਹ ਹਉਮੈ ਦੇ ਨਾਲ ਨਾਲ ਮੈਂ ਵੀ ਨਗੇਟ ਕਰਤੀ। ਸੋ ਹੁਣ ਅਸੀਂ ਕਦੇ ਵੀ ਬੱਚੇ ਨੂੰ ਬੈਠ ਕੇ ਇਹ ਨਹੀਂ ਦੱਸਦੇ ਵੀ ਬੇਟੇ ਤੁਹਾਡੇ 'ਚ ਕਿਹੜੇ ਕਿਹੜੇ ਗੁਣ ਆ। ਉਹ ਬੱਚਾ ਗੁਣ ਆਪਣੇ ਦੱਸੇ। ਉਹ ਗੁਣ ਕਦੋਂ ਦੱਸੂਗਾ? ਉਹ ਗੁਣ ਤਾਂ ਦੱਸੂਗਾ ਜੇ ਅਸੀਂ ਉਹਨੂੰ ਦੱਸੇ ਹੋਣਗੇ ਵੀ ਤੇਰੇ 'ਚ ਗੁਣ ਕੀ ਆ। ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਤੇਰੀਆਂ ਪੁੱਤ ਕੀ ਕਮਜ਼ੋਰੀਆਂ। ਉਹ ਹੁਣ ਜੇ ਇੱਕ ਬੱਚੇ ਨੂੰ ਗੁੱਸਾ ਆਉਂਦਾ ਤਾਂ ਆਪਾਂ ਜੇ ਉਹਨੂੰ ਕਦੇ ਦੱਸਿਆ ਹੀ ਨਹੀਂਗਾ ਵੀ ਤੇਰਾ ਇਹ ਔਗਣ ਆ ਜਾਂ ਤੇਰੀ ਇਹ ਕਮਜ਼ੋਰੀ ਆ, ਤੇ ਇਹਦੇ ਤੇ ਆਪਾਂ ਨੇ ਹੁਣ ਕਾਬੂ ਪਾਣਾ, ਤੇ ਆਓ ਆਪਾਂ ਬੈਠ ਕੇ ਇਹਨੂੰ ਕਾਬੂ ਕਰੀਏ, ਇਹਨੂੰ ਦੱਸੀਏ ਵੀ ਕਿਉਂ ਆਉਂਦਾ, ਕਿਹੜੇ ਰੀਜ਼ਨਸ ਕਰਕੇ ਤੈਨੂੰ ਗੁੱਸਾ ਆਉਂਦਾ, ਤੇ ਇਹਨੂੰ ਕਿਵੇਂ ਆਪਾਂ ਕੰਟਰੋਲ ਕਰਨਾ, ਉਹਦੇ ਬਾਰੇ ਆਪਾਂ ਵਿਚਾਰ ਵਟਾਂਦਰਾ ਨਹੀਂ ਕਰਦੇ। ਸੋ ਲਗਭਗ ਮੇਰੇ ਇਹ ਦੇਖਣ ਦੇ ਵਿੱਚ ਆਇਆ ਕਿ ਜਦੋਂ ਆਪਣੇ ਰਿਲੇਸ਼ਨਸ਼ਿਪ ਮਾਪਿਆਂ ਦੇ ਬੱਚਿਆਂ ਨਾਲ ਵਿਗੜਦੇ ਆ, ਜਾਂ ਹਸਬੈਂਡ ਵਾਈਫ ਦਾ ਰਿਸ਼ਤਾ ਵਿਗੜਦਾ, ਜਾਂ ਜ਼ਿੰਦਗੀ ਦੇ ਵਿੱਚ ਅਸੀਂ ਗਲਤ ਡਿਸੀਜਨ ਕਰਦੇ ਆ, ਉਦੋਂ ਇਹਦੇ ਵਿੱਚ ਪਹਿਲਾ ਡਿਸੀਜਨ ਹੁੰਦਾ ਕਿ ਕਿਤੇ ਨਾ ਕਿਤੇ ਸਾਨੂੰ ਆਪਣੀ ਕੈਪੇਬਿਲਿਟੀ ਦਾ ਪਤਾ ਨਹੀਂਗਾ। ਅਸੀਂ ਕਰ ਲੈਨੇ ਆ ਪਰ ਸਾਨੂੰ ਉਹਨੇ ਜੋਗੇ ਅਸੀਂ ਹੈ ਨਹੀਂ ਗਏ। ਸੋ ਉਹਦੇ 'ਚ ਡਿਸੀਜਨ ਮੇਕਿੰਗ ਵੀ ਆ ਜਾਂਦੀ ਆ। ਇਹਦੇ 'ਚ ਅਸੀਂ ਜ਼ਰੂਰਤ ਨਾਲੋਂ ਜ਼ਿਆਦਾ ਸਾਡਾ ਡਿਸੀਜਨ ਹੁੰਦਾ ਵੀ ਅਸੀਂ ਕੰਮ ਕਰ ਲਈਏ, ਅਸੀਂ ਜ਼ਰੂਰਤ ਨਾਲੋਂ ਜ਼ਿਆਦਾ ਪੈਰ ਫਸਾਰ ਲੈਂਦੇ ਹਾਂ, ਅਸੀਂ ਜ਼ਰੂਰਤ ਨਾਲੋਂ ਜ਼ਿਆਦਾ ਬਹੁਤ ਕੁਝ ਕਰ ਲੈਂਦੇ ਹਾਂ, ਉਹਨੇ ਜੋਗੇ ਅਸੀਂ ਹੁੰਦੇ ਨਹੀਂ। ਕਿਉਂ? ਕਿਉਂਕਿ ਅਸੀਂ ਆਪਣੀ ਸੈਲਫ ਨੂੰ ਨਹੀਂ ਪਛਾਣਿਆ ਵੀ ਸਾਡੇ 'ਚ ਯੋਗਤਾ ਕਿੰਨੀ ਆ। ਉਹ ਜਿਹੜੀ ਯੋਗਤਾ, ਉਹ ਮੇਰਾ ਖਿਆਲ 'ਚ ਜਦੋਂ ਮੇਰੇ ਕੋਲੇ ਕੋਈ ਮਾਪਾ ਆਉਂਦਾ ਵੀ ਸਾਡਾ ਬੱਚਾ ਆ ਹੋ ਗਿਆ, ਸਾਡੇ ਬੱਚੇ ਨੂੰ ਆ ਹੋ ਗਿਆ, ਜਾਂ ਹਸਬੈਂਡ ਵਾਈਫ ਆਉਂਦੇ ਆ ਵੀ ਸਾਡਾ ਰਿਸ਼ਤਾ ਨਹੀਂ ਬਣਦਾ, ਸਾਡੇ 'ਚ ਲੜਾਈ ਬਹੁਤ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਇੰਡੀਵਿਜੂਅਲੀ ਤੌਰ ਤੇ ਅਸੀਂ ਕੰਮ ਕਰਨ ਨੂੰ ਕਹਿੰਦੇ ਆ, ਉਹਨਾਂ ਦਾ ਇਸ ਗੱਲ ਨੂੰ ਸਮਝਣ ਤੇ ਬੜਾ ਟਾਈਮ ਲੱਗਦਾ ਕਿ ਅਸੀਂ ਮਤਲਬ ਕਿ ਅਸੀਂ ਕੀ ਕੰਮ ਕਰਾਂਗੇ ਆਪਣੇ ਆਪ ਤੇ। ਅਸੀਂ ਆਪਣੇ ਆਪ ਤੇ ਕੰਮ ਕਰਾਂਗੇ ਕਿ ਜੇ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ, ਤੁਸੀਂ ਆਪਣੇ ਆਪ ਨੂੰ ਇਹ ਦੇਖੋ ਵੀ ਮੇਰੇ 'ਚ ਗੁੱਸਾ ਆਉਂਦਾ ਤੇ ਮੈਂ ਇਹਨੂੰ ਗੁੱਸੇ ਨੂੰ ਕਿਵੇਂ ਕੰਟਰੋਲ ਕਰਨਾ। ਲੇਕਿਨ ਉਹ ਉਹਨਾਂ ਦਾ ਜੀ ਨਹੀਂ ਕਰਦਾ। ਉਹ ਇਸ ਕਰਕੇ ਨਹੀਂ ਜੀ ਕਰਦਾ ਕਿਉਂਕਿ ਆਪਣੀ ਫਾਊਂਡੇਸ਼ਨ ਹੀ ਹੈ ਨਹੀਂ। ਉਸੇ ਤਰ੍ਹਾਂ ਹੀ ਆ ਨਿਰਲੇਪ ਜੀ, ਕਿ ਜਿਵੇਂ ਆਪਾਂ ਕਿਸੇ ਨੂੰ ਕਹੀਏ ਵੀ ਮੈਂ ਅਲਜਬਰਾ ਕਰਨਾ, ਜਾਂ ਮੈਂ ਟ੍ਰਿਗਨੋਮੈਟਰੀ ਕਰਨੀ ਆ, ਜਾਂ ਮੈਂ ਕੈਲਕੂਲਸ ਕਰਨਾ ਮੈਥ 'ਚ, ਹੈ ਨਾ, ਹਿਸਾਬ ਕਿਤਾਬ 'ਚ, ਲੇਕਿਨ ਮੈਨੂੰ 2+2 4 ਹੀ ਨਹੀਂ ਆਉਂਦੇ, ਮੇਰੀ ਬੇਸਿਕ ਫਾਊਂਡੇਸ਼ਨ ਹੀ ਹੈ ਨਹੀਂ, ਤਾਂ ਮੈਂ ਕੈਲਕੂਲਸ ਕਿਵੇਂ ਕਰ ਲੂੰਗਾ ਜਾਂ ਟ੍ਰਿਗਨੋਮੈਟਰੀ ਕਿਵੇਂ ਪੜ੍ਹ ਲੂੰਗਾ? ਕਿਉਂਕਿ ਮੈਂ ਤਾਂ ਬੇਸਿਕ 'ਚ ਹੀ ਵੀਕ ਆ। ਅਸੀਂ ਬੇਸਿਕ 'ਚ ਆਪਣੀ ਸੈਲਫ ਨੂੰ ਅੰਡਰਸਟੈਂਡਿੰਗ ਕਰਨ 'ਚ ਵੀਕ ਆ। ਇਸ ਕਰਕੇ ਜੇ ਤੁਸੀਂ ਦੇਖੋਗੇ ਕੰਪੈਰੇਟਿਵਲੀ ਆਪਾਂ ਜ਼ਰੂਰਤ ਨਾਲੋਂ ਜ਼ਿਆਦਾ ਮਿਹਨਤ ਕਰਦੇ ਆ, ਇੰਨੇ ਦੀ ਲੋੜ ਨਹੀਂ। ਜੀ ਬਿਲਕੁਲ, ਹੈ ਨਾ। ਇਹਦੇ ਤੋਂ ਅਸੀਂ ਆਪਣੀਆਂ ਕੈਪੇਬਿਲਿਟੀਜ਼ ਨੂੰ ਮਿਸਜੱਜ ਕਰ ਲੈਂਦੇ ਆ। ਮਿਸਾਲ ਦੇ ਤੌਰ ਤੇ ਜਦੋਂ ਅਸੀਂ ਲਗਾਤਾਰ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤਾਂ ਸਾਡੀ ਬਾਡੀ ਏਜ ਤੋਂ ਪਹਿਲਾਂ ਜੀ ਯਾਨੀ ਉਹਦੇ 'ਚ ਕੋਈ ਨਾ ਕੋਈ ਨੁਕਸ ਪੈਣੇ ਸ਼ੁਰੂ ਹੋ ਜਾਂਦੇ ਆ ਏਜ ਤੋਂ ਪਹਿਲਾਂ ਹੀ। ਜੀ ਬਿਲਕੁਲ। ਜੇ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਤੰਦਰੁਸਤ ਕਿਵੇਂ ਰਹਿਣਾ, ਹੁਣ ਆਪਾਂ ਨੂੰ ਇਹ ਕਿਉਂਕਿ ਆਪਾਂ ਹੈਲਥ ਫੀਲਡ 'ਚ ਦੋਨੋਂ ਜਣੇ, ਤੇ ਆਪਾਂ ਨੂੰ ਜ਼ਿਆਦਾ ਪਤਾ ਕਿ ਆਪਾਂ ਨੂੰ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਹੁੰਦਾ ਜੀ, ਆਪਾਂ ਨੂੰ ਡਾਇਬੀਟਿਸ ਵੀ ਜ਼ਿਆਦਾ ਹੁੰਦੀ ਹੈ, ਬਿਲਕੁਲ ਜੀ, ਆਪਾਂ ਨੂੰ ਹਾਰਟ ਅਟੈਕ ਵੀ ਜ਼ਿਆਦਾ ਹੁੰਦੇ ਆ, ਉਹ ਵੀ ਡੈਡਲੀ ਉਹ ਵੀ ਡੈਡਲੀ ਹੁੰਦੇ ਆ। ਲੇਕਿਨ ਆਪਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਇਹ ਨਹੀਂ ਪਤਾ ਲੱਗਦਾ ਕਿ ਇਹ ਮੈਂ ਆਪਣੇ ਆਪ 'ਚ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਣਾ। ਕਿ ਮੇਰੇ 'ਚ ਤਾਂ ਨਹੀਂ ਬਲੱਡ ਪ੍ਰੈਸ਼ਰ ਹਾਈ, ਕਿ ਮੇਰੇ ਸਰੀਰ ਨੂੰ ਤਾਂ ਨਹੀਂ ਕੁਝ ਹੋਇਆ, ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਨਹੀਂ। ਦੂਸਰੀ ਚੀਜ਼ ਇਹ ਤਾਂ ਹੋ ਗਈ ਬਾਡੀ ਦੀ, ਆਪਣੇ ਆਪ ਨੂੰ ਸਵੈ ਪਛਾਣ ਕਰਨੀ ਵੀ ਮੇਰੀ ਬਾਡੀ ਕਿਸ ਤਰ੍ਹਾਂ ਦੀ ਆ, ਤੇ ਦਿਮਾਗੀ ਤੌਰ ਤੇ ਵੀ ਅਸੀਂ ਆਪਣੀ ਸਵੈ ਪਛਾਣ ਨਹੀਂ ਕਰਦੇ। ਜੀ ਬਿਲਕੁਲ। ਤੁਸੀਂ ਪਹਿਲਾਂ ਗੱਲ ਕੀਤੀ ਸੀ ਜਿਹੜਾ ਆਪਣਾ ਮੈਂ ਤੇ ਹੰਕਾਰ ਦੀ ਗੱਲ ਕੀਤੀ ਸੀਗੀ। ਹੁਣ ਇਹਦੇ 'ਚ ਜਦੋਂ ਆਪਾਂ ਕਈ ਵਾਰੀ ਰਿਲੀਜੀਅਸ ਪਲੇਸਿਸ 'ਤੇ ਸੁਣਦੇ ਹਾਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚ ਕੇ ਰਹਿਣਾ ਜੀ, ਇਹ ਵਿਸ਼ੇ ਜਿਹੜੇ ਇਹ ਵਕਾਰ ਆ ਤੇ ਇਹਨਾਂ ਤੋਂ ਤੁਸੀਂ ਦੂਰ ਰਹਿਣਾ ਹੈਗਾ, ਪਰ ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਔਰ ਕਿਵੇਂ ਰਹਿਣਾ ਇਹ ਕੋਈ ਨਹੀਂ ਦੱਸਦਾ। ਔਰ ਇਹਦੇ 'ਚ ਇੱਕ ਚੀਜ਼ ਬਲਦੇਵ ਜੀ ਇਹ ਵੀ ਹੈ, ਸ਼ਾਇਦ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋ, ਕਿ ਇਹਨਾਂ 5 ਚੀਜ਼ਾਂ ਬਿਨਾਂ ਬੰਦਾ ਰਹਿ ਵੀ ਨਹੀਂ ਸਕਦਾ, ਜਿਉਂ ਵੀ ਨਹੀਂ ਸਕਦਾ। ਬਿਲਕੁਲ। ਲਾਈਫ ਨਹੀਂ ਆਪਾਂ ਐਗਜ਼ਿਸਟ ਕਰ ਸਕਦੇ ਜੀ ਇਹਨਾਂ 5 ਚੀਜ਼ਾਂ ਨੂੰ ਆਪਾਂ ਬਿਲਕੁਲ ਹੀ ਛੱਡ ਦਈਏ। ਬਿਲਕੁਲ। ਸੋ ਕਿਤੇ ਨਾ ਕਿਤੇ ਇਹ ਜਿਹੜਾ ਈਗੋ ਆ ਜਾਂ ਹੰਕਾਰ ਆ ਜਾਂ ਮੈਂ ਆ, ਇਹ ਕਿਸ ਲੈਵਲ ਤੱਕ ਹੋਣੀ ਚਾਹੀਦੀ ਹੈ ਕਿ ਆਪਾਂ ਉਹਨੂੰ ਜ਼ਿਆਦਾ ਜਿਹੜੀ ਉਹਦੀ ਸੀਮਾ ਤੱਕ ਨਾ, ਚਰਮ ਸੀਮਾ ਤੱਕ ਨਾ ਪਹੁੰਚੀਏ ਤੇ ਉਦੋਂ ਥੱਲੇ ਵੀ ਨਾ ਹੋਈਏ। ਇੱਕ ਲੈਵਲ ਜਾਂ ਮੇਰੇ ਹਿਸਾਬ ਦੇ ਨਾਲ ਇੱਕ ਹੈਗਾ
ਇਹ ਇਹਨਾਂ ਪੰਜਾਂ ਚੀਜ਼ਾਂ ਦੇ ਨਾਲ ਹੀ ਸੰਸਾਰ ਚੱਲਦਾ, ਪੰਜਾਂ ਚੀਜ਼ਾਂ ਦੇ ਨਾਲ ਹੀ ਦੁਨੀਆ ਚੱਲਦੀ ਆ। ਬਟ ਇਹਦੀ ਜਿਹੜੀ ਮੈਂ ਕਹਿੰਦਾ ਬਹੁਤਾਤ ਹੈਗੀ ਆ, ਉਹ ਜਿਹੜੀ ਉਦੋਂ ਖਰਾਬ ਹੁੰਦਾ ਆਪਣਾ ਸਾਰਾ ਸਿਸਟਮ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਹਾਂ, ਆਪਾਂ ਗੱਲ ਕੀਤੀ ਹੰਕਾਰ ਦੀ, ਮੈਂ ਦੀ, ਕਾਮ, ਕ੍ਰੋਧ, ਲੋਭ ਦੀ, ਮੋਹ ਦੀ। ਹੁਣ ਮੋਹ ਤੇ ਪਿਆਰ ਦੇ ਵਿੱਚ ਕਈ ਵਾਰੀ ਸਾਨੂੰ ਫਰਕ ਦਾ ਨਹੀਂ ਪਤਾ ਜੀ। ਇਹ ਵੀ ਆਪਣਾ ਵਿਚਾਰਨ ਦਾ ਵਿਸ਼ਾ ਹੈਗਾ, ਕਿਉਂਕਿ ਇਹਦੇ ਨਾਲ ਵੀ ਜਿਹੜੇ ਰਿਸ਼ਤੇ ਹੈਗੇ ਆ ਕਈ ਵਾਰੀ ਖਰਾਬ ਹੁੰਦੇ ਆ, ਜਾਂ ਸਾਨੂੰ ਰਿਸ਼ਤੇ ਬਣਾਉਣੇ ਹੀ ਨਹੀਂ ਆਉਂਦੇ। ਬਿਲਕੁਲ। ਸੋ ਇਹਦੇ ਤੋਂ ਪਹਿਲਾਂ ਮੈਂ ਇੱਕ ਐਗਜ਼ਾਮਪਲ ਦੇਣੀ ਚਾਹਨਾ ਕਿ ਇਹ ਦੁਨੀਆ ਦੇ ਵਿੱਚ ਮੈਂ ਕਿਵੇਂ ਡੀਲ ਕਰਦੇ ਆ। ਹੁਣ ਆਪਣੀ ਜਿਹੜੀ ਸੱਭਿਅਤਾ, ਜਿਹੜੀ ਹਿੰਦੁਸਤਾਨ ਦੀ ਸੱਭਿਅਤਾ ਜੇ ਆਪਾਂ ਦੇਖੀਏ, ਉਹਦੇ ਵਿੱਚ ਮੈਂ ਦੀ ਨਗੇਸ਼ਨ ਹੁੰਦੀ ਆ। ਇਹਦਾ ਮਤਲਬ ਸੈਲਫ ਨੂੰ ਨਗੇਟ ਕੀਤਾ ਜਾਂਦਾ। ਆਪਾਂ ਹਮੇਸ਼ਾ ਮੈਂ ਆਪਾਂ ਨੂੰ ਕਰ ਨਹੀਂ ਦਿੰਦੇ। ਆਪਾਂ ਨੂੰ ਕਿਹਾ ਜਾਂਦਾ ਵੀ ਆਪਣਾ ਕਮਰਾ, ਆਪਣੇ ਪਰਿਵਾਰ ਆ, ਆਪਣਾ ਸਾਰਾ ਕੁਝ ਆ, ਹੈ ਨਾ। ਕੰਪੈਰੇਟਿਵਲੀ ਜੇ ਆਪਾਂ ਪੱਛਮ ਸਭਿਅਤਾ ਦੇਖੀਏ, ਇਹਨਾਂ ਨੇ ਹੋਰ ਐਕਸਟ੍ਰੀਮ ਕਰਤੀ। ਇਹਨਾਂ ਨੇ ਸਾਰਾ ਕੁਝ ਹੀ ਬੱਚੇ ਨੂੰ ਇਹ ਸਿਖਾਉਣਾ ਸ਼ੁਰੂ ਕਰਤਾ ਵੀ ਮੈਂ ਦੇ ਬਿਨਾਂ ਕੁਝ ਨਹੀਂਗਾ ਜੀ। ਤੁਸੀਂ ਹਮੇਸ਼ਾ ਮੈਂ ਦੇ ਨਾਲ ਫਾਈਟ ਕਰਨਾ, ਔਰ ਮੈਂ ਦੇ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ। ਤੁਹਾਡੇ 'ਚ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਤੁਸੀਂ ਮੈਂ ਦੇ ਨਾਲ ਰਿਸਰਚ ਕਰੋ, ਮੈਂ ਦੇ ਨਾਲ ਕਰੋ, ਰਾਈਟ। ਅੱਛਾ, ਇੱਕ ਸੱਭਿਆਚਾਰ ਕਹਿੰਦਾ ਮੈਂ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਇੱਕ ਸੱਭਿਆਚਾਰ ਕਹਿੰਦਾ ਮੈਂ ਹੀ ਉਹੀ ਸਾਰਾ ਕੁਛ ਆ, ਯਾਨੀ ਪਰਿਵਾਰ ਕੁਛ ਨਹੀਂ ਗਾ, ਸਾਂਝਾਪਨ ਕੁਛ ਨਹੀਂ ਗਾ, ਕਮਿਊਨਿਟੀ ਕੁਛ ਨਹੀਂ ਗੀ। ਇੱਕ ਦੀ ਇਹ ਪਰਿਭਾਸ਼ਾ, ਦੂਜੇ ਦੀ ਇਹ ਪਰਿਭਾਸ਼ਾ ਕਿ ਮੈਂ ਕੁਛ ਨਹੀਂ। ਹੁਣ ਇਹ ਦੋਨੋਂ ਐਕਸਟ੍ਰੀਮ ਦੇ ਵਿੱਚ ਜੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਸੈਂਟਰ 'ਚ ਲਿਆ ਕੇ ਗੱਲ ਕਰੀਏ, ਮੇਰਾ ਖਿਆਲ 'ਚ ਉਹ ਚੀਜ਼, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕੀ ਕੋਈ ਬੈਲੈਂਸ ਹੋ ਸਕਦਾ, ਮੇਰਾ ਖਿਆਲ 'ਚ ਬੈਲੈਂਸ ਹੋ ਸਕਦਾ ਜੇ ਆਪਾਂ ਥੋੜ੍ਹਾ ਜਿਹਾ ਪੱਛਮ ਸੱਭਿਅਤਾ ਦਾ ਸਿਸਟਮ ਲਈਏ, ਥੋੜ੍ਹਾ ਜਿਹਾ ਆਪਾਂ ਆਪਣੀ ਸੱਭਿਅਤਾ ਦਾ ਸਿਸਟਮ ਲਈਏ, ਔਰ ਬੈਠ ਕੇ ਵਿਚਾਰ ਕਰਕੇ ਇਹ ਦੇਖੀਏ ਕਿ ਕਿੱਥੇ ਕਿ ਸਾਨੂੰ ਫਿੱਟ ਹੋ ਜਾਊਗਾ। ਹੁਣ ਆਪਾਂ ਨੂੰ ਪਤਾ ਕਿ ਪੱਛਮ ਸੱਭਿਅਤਾ ਦੇ ਵਿੱਚ ਜਦੋਂ ਬਜ਼ੁਰਗ ਹੋ ਜਾਂਦੇ ਆ ਤਾਂ ਬੱਚੇ ਉਹਨਾਂ ਦੀ ਕੋਈ ਕੇਅਰ ਨਹੀਂ ਕਰਦੇ ਤੇ ਲੌਂਗ ਟਰਮ ਕੇਅਰ 'ਚ ਉਹਨਾਂ ਨੂੰ ਪਾ ਦਿੰਦੇ ਆ। ਅੱਛਾ, ਹੁਣ ਆਪਾਂ ਨੂੰ ਪਤਾ, ਕਿਉਂਕਿ ਆਪਾਂ ਹੈਲਥ ਫੀਲਡ 'ਚ ਆ, ਕਿ ਬਜ਼ੁਰਗਾਂ ਦੀ ਕੀ ਦੁਰਦਸ਼ਾ ਹੁੰਦੀ ਆ ਉਹਨਾਂ ਫੈਸਿਲਿਟੀਜ਼ ਦੇ ਵਿੱਚ। ਕੀ ਉਹਨਾਂ ਨੂੰ ਰੋਟੀ ਮਿਲਦੀ ਆ? ਬਿਲਕੁਲ ਮਿਲਦੀ ਆ। ਕੀ ਉਹਨਾਂ ਨੂੰ ਸੌਣ ਨੂੰ ਮਿਲਦਾ? ਬਿਲਕੁਲ ਮਿਲਦਾ। ਕੀ ਉਹਨਾਂ ਨੂੰ ਠੰਡ ਲੱਗਦੀ ਆ? ਨਹੀਂ ਲੱਗਦੀ, ਰਾਈਟ। ਪਰ ਕੀ ਉਹ ਬਿਲਕੁਲ ਲੋਨਲੀ ਆ? ਕੀ ਉਹਨਾਂ ਨੂੰ ਕੋਈ ਵੀ ਬੰਦਾ ਮਿਲਣ ਜਾਂਦਾ? ਕੀ ਉਹਨਾਂ ਦੇ ਨਾਲ ਕੋਈ ਬੰਦਾ ਵੀ ਗੱਲ ਕਰਦਾ? ਨਾ। ਉਹਨਾਂ ਨੂੰ ਕੀ ਆ? ਉਹਨਾਂ ਨੂੰ ਸਿਰਫ ਜਿਉਂਦੇ ਰੱਖਿਆ ਜਾਂਦਾ ਜੀ। ਲੇਕਿਨ ਇਨਸਾਨ ਨੂੰ ਸਿਰਫ ਰੋਟੀ ਕੱਪੜੇ ਤੋਂ ਜ਼ਿਆਦਾ ਵੀ ਤਾਂ ਕੁਝ ਚੀਜ਼ਾਂ ਚਾਹੀਦੀਆਂ ਨਾ, ਉਹ ਚੀਜ਼ਾਂ ਉੱਥੇ ਹੈ ਨਹੀਂ। ਸੋ ਇਹੀ ਆਪਾਂ ਜੇ ਰਿਸ਼ਤਿਆਂ ਦੀ ਜਿਹੜੀ ਗੱਲ ਸੀਗੀ, ਤਾਂ ਇਹ ਕਰਨਾ ਕਿ ਉੱਥੇ ਰਿਸ਼ਤੇ ਕੰਮ ਆਉਂਦੇ ਆ ਫਿਰ। ਐਗਜ਼ੈਕਟਲੀ। ਚਾਹੇ ਉਹ ਓਲਡ ਕੇਅਰ ਸਿਸਟਮ ਦੇ ਵਿੱਚ ਹੈਗੇ ਆ ਜਾਂ ਕਿਸੇ ਇਹੋ ਜਿਹੀ ਫੈਸਿਲਿਟੀ 'ਚ ਹੈਗੇ ਆ, ਪਰ ਜਿਹੜੇ ਰਿਸ਼ਤੇ ਆ ਉਹ ਤਾਂ ਕਾਇਮ ਰੱਖੇ ਜਾ ਸਕਦੇ ਆ। ਬਿਲਕੁਲ। ਹੁਣ ਗੱਲ ਆ ਜਾਂਦੀ ਹੈ ਜਿਹੜੀ ਤੁਸੀਂ ਕੀਤਾ ਸੀਗਾ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਚੀਜ਼ਾਂ ਨੂੰ ਬੈਲੈਂਸ ਕਿਵੇਂ ਰੱਖਿਆ ਜਾਂਦਾ। ਲੇਕਿਨ ਇਹ ਬੈਲੈਂਸ ਤਾਂ ਰੱਖਿਆ ਜਾਊਗਾ ਨਾ ਜੇ ਸਾਨੂੰ ਸਮਝ ਆਊਗੀ। ਹੁਣ ਜੇ ਆਪਾਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਆਪਾਂ ਝਾਤ ਮਾਰੀਏ, ਰੀਸੈਂਟ ਆਰਟੀਕਲਸ ਆਏ ਆ ਕਿ ਸਾਰਿਆਂ ਨਾਲੋਂ ਦੁਨੀਆ 'ਚੋਂ ਅਨਸੇਫ ਜਿਹੜੀਆਂ ਜਨਾਨੀਆਂ ਕਿਸੇ ਵੀ ਕੰਟਰੀ 'ਚ ਆ ਤਾਂ ਉਹ ਇੰਡੀਆ 'ਚ ਆ। ਇਹਦਾ ਮਤਲਬ ਆ ਕਿ ਸਾਡਾ ਜਿਹੜੀ ਕਾਮ ਦੇ ਪ੍ਰਤੀ ਸਾਡੀ ਜਿਹੜੀ ਨਿਗਾਹ, ਸਾਡਾ ਜਿਹੜਾ ਦ੍ਰਿਸ਼ਟੀਕੋਣ ਆ, ਉਹ ਸਹੀ ਨਹੀਂਗਾ ਜੀ। ਬਿਲਕੁਲ, ਰਾਈਟ। ਇਹਦਾ ਮਤਲਬ ਸਮੁੱਚੇ ਭਾਰਤ ਦਾ, ਉਸ ਸਬ ਕੰਟੀਨੈਂਟ ਦਾ, ਇਨਕਲੂਡਿੰਗ ਬਾਕੀ ਦੇ ਜਿਹੜੇ ਮੁਲਕ ਆ, ਉਹ ਸਾਰੇ ਉਸ ਦਾ ਇੱਕ ਔਰਤ ਨੂੰ ਦੇਖਣ ਦਾ ਜਿਹੜਾ ਦ੍ਰਿਸ਼ਟੀਕੋਣ ਆ ਉਹ ਸਹੀ ਨਹੀਂਗਾ। ਤੇ ਇਸੇ ਕਰਕੇ ਹੀ ਜੇ ਅਸੀਂ ਉਹਦੇ ਤੇ ਵਿਚਾਰ ਵਟਾਂਦਰਾ ਨਹੀਂ ਕਰਦੇ ਤਾਂ ਫਿਰ ਜਿਹੜੀ ਮਾਨਸਿਕਤਾ ਨੂੰ ਆਪਾਂ ਟੌਕਸਿਕ ਮੈਸਕੁਲਿਨਿਟੀ ਕਹਿੰਦੇ ਆ, ਵੀ ਇੱਕ ਆਦਮੀ ਦਾ ਜਿਹੜੀ ਡਿਵੈਲਪਮੈਂਟ ਆ ਇੱਕ ਆਦਮੀ ਬਣਨ ਦੀ, ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਉਹਦੇ ਬਾਰੇ ਵਿਚਾਰ ਵਟਾਂਦਰਾ ਹੀ ਨਹੀਂ ਹੁੰਦਾ। ਇਸ ਕਰਕੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਤੁਸੀਂ ਕਿਸੇ ਔਰਤ ਨੂੰ ਦੇਖਣਾ ਤਾਂ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ, ਪ੍ਰੋਵਾਈਡਡ ਜੇ ਤੁਹਾਨੂੰ ਸਮਝ ਹੋਊਗੀ ਜੀ, ਰਾਈਟ। ਸੋ ਆਪਣੇ ਇਸੇ ਕਰਕੇ ਹੀ ਕੁੜੀਆਂ ਅਨਸੇਫ ਆ ਆਪਣੇ ਉਸ ਕੰਟਰੀ ਦੇ ਵਿੱਚ, ਕਿਉਂਕਿ ਅਸੀਂ ਕਾਮ ਨੂੰ ਉਸ ਨਿਗਾਹ ਨਾਲ ਨਹੀਂ ਦੇਖਿਆ ਜਿਹੜੀ ਨਿਗਾਹ ਨਾਲ ਪੱਛਮ ਮੁਲਕ ਦੇਖਦਾ ਜਾਂ ਇਹ ਵਿਕਸਿਤ ਦੇਸ਼ ਦੇਖਦੇ ਆ। ਹਾਲਾਂਕਿ ਵਿਕਸਿਤ ਦੇਸ਼ ਆਪਣਾ ਵੀ ਹੋ ਸਕਦਾ, ਔਰ ਆਪਾਂ ਇੰਨੇ ਸਾਰੇ ਆਪਣੇ ਆਪ ਨੂੰ ਧਾਰਮਿਕ ਕੰਸੀਡਰ ਕਰਦੇ ਆ, ਪਰ ਉਹੀ ਬੰਦਾ ਜਿਹੜਾ ਆਪਣੇ ਆਪ ਨੂੰ ਧਾਰਮਿਕ ਕੰਸੀਡਰ ਕਰਦਾ ਉਹ ਇਹਨਾਂ ਚੀਜ਼ਾਂ 'ਚ ਹੀ ਵੀਕ ਹੁੰਦਾ ਜੀ। ਬਿਲਕੁਲ, ਬਿਲਕੁਲ। ਔਰ ਇਹੀ ਕਮਜ਼ੋਰੀਆਂ ਬਣਦੀਆਂ ਜੀ। ਔਰ ਇਸੇ ਤਰ੍ਹਾਂ ਹੀ ਜੇ ਆਪਾਂ ਦੇਖੀਏ ਕ੍ਰੋਧ ਦਾ,
ਆਪਾਂ ਨੂੰ ਕਿੰਨੀਆਂ ਐਗਜ਼ਾਮਪਲ ਮਿਲਦੀਆਂ ਆਪਣੇ ਹਿਸਟਰੀ ਚੋਂ ਵੀ ਕ੍ਰੋਧ ਨੇ ਕਿਵੇਂ ਪਰਿਵਾਰ ਕਿੰਗਡਮ ਦੀਆਂ ਕਿੰਗਡਮਸ ਖਤਮ ਕਰਤੀਆਂ ਗੁੱਸੇ 'ਚ ਆ ਕੇ, ਰਾਈਟ। ਸੋ ਉਸ ਸੈਂਸ ਦੇ ਵਿੱਚ ਪਰ ਅਸੀਂ ਇਸ ਦੇ ਬਾਰੇ ਕੀ ਕੀਤਾ? ਹੁਣ ਇੱਕ ਬੱਚੇ ਨੂੰ 5 ਸਾਲ ਦੇ ਨੂੰ ਗੁੱਸਾ ਆਉਂਦਾ ਤੇ ਉਹਨੂੰ ਇਹ ਕਹਿ ਦੇਣਾ ਵੀ ਤੂੰ ਗੁੱਸੇ ਨਾ ਹੋਇਆ ਕਰ, ਇਹਦੇ ਨਾਲ ਤਾਂ ਉਹਦਾ ਗੁੱਸਾ ਨਹੀਂ ਨਾ ਚੱਲਿਆ, ਤੇ ਉਹਨੇ ਗੁੱਸੇ ਨੂੰ ਕਿਸੇ ਹੋਰ ਤਰੀਕੇ ਨਾਲ ਕਰਨਾ, ਉਹ ਫਿਰ ਉਹਦੀ ਇੱਕ ਪਰਸਨੈਲਿਟੀ ਦਾ ਹਿੱਸਾ ਗੁੱਸਾ ਬਣ ਜਾਂਦਾ। ਇਸੇ ਤਰ੍ਹਾਂ ਹੀ ਲੋਭ ਆ। ਹੁਣ ਜਦੋਂ ਆਪਾਂ ਲੋਭ ਦੀ ਗੱਲ ਕਰਦੇ ਹਾਂ ਬਈ ਸਾਨੂੰ ਅਸੀਂ ਹੋਰ ਚਾਹਤ ਨਾ ਹੋਵੇ, ਫਿਲਾਸਫੀ ਕਹਿੰਦੀ ਆ ਕਿ ਅਗਰ ਮਨੁੱਖਤਾ 'ਚ ਅੱਗੇ ਵਧਣ ਦੀ ਚਾਹ ਨਾ ਹੁੰਦੀ ਤਾਂ ਅਸੀਂ ਹਜੇ ਵੀ ਤੀਰ ਕਮਾਨ ਨਾਲ ਨਹੀਂ ਕਰਨਾ ਹੋਣਾ ਸੀ, ਬਿਲਕੁਲ ਜੀ, ਹੈ ਨਾ, ਜਾਂ ਉਹ ਜਿਹੜੇ ਭਾਲੇ ਜੇ ਨਾਲ ਹੀ ਅਸੀਂ ਜਾਨਵਰ ਮਾਰਦੇ ਹੋਣਾ ਸੀ। ਲੇਕਿਨ ਕਿਉਂਕਿ ਅੱਗੇ ਵਧਣ ਦੀ ਚਾਹਤ ਸੀਗੀ ਤਾਂ ਅਸੀਂ ਸੁਸਾਇਟੀ ਨੂੰ ਇੱਥੋਂ ਤੱਕ ਡਿਵੈਲਪ ਕਰਕੇ ਲੈ ਆਏ ਆ। ਹੁਣ ਕੁਐਸਚਨ ਇਹ ਹੈਗਾ ਕਿ ਕਿੰਨੀ ਕੁ ਡਿਵੈਲਪਮੈਂਟ ਇੱਕ ਬੰਦਾ ਕਰੇ। ਹੁਣ ਬਿਲਕੁਲ ਅੱਗੇ ਵਧਣਾ ਚਾਹੀਦਾ। ਅਸੀਂ ਆਪਣੇ ਬੱਚਿਆਂ ਨੂੰ ਇਸੇ ਕਰਕੇ ਕਹਿੰਦੇ ਆ ਵੀ ਬੇਟੇ ਤੁਸੀਂ ਪੜ੍ਹੋ। ਕਿਉਂ ਕਹਿੰਦੇ ਆ? ਕਿਉਂਕਿ ਅਸੀਂ ਚਾਹੁੰਦੇ ਆ ਕਿ ਉਹ ਸਾਡੇ ਨਾਲੋਂ ਅੱਗੇ ਨਿਕਲ ਜਾਣ। ਲੇਕਿਨ ਅਸੀਂ ਇਹ ਨਹੀਂ ਕਦੇ ਸਿਖਾਇਆ ਵੀ ਕਿੰਨਾ ਕੁ ਅੱਗੇ ਵਧੋ। ਕੋਈ ਲਿਮਿਟ ਲਾਣੀ ਅੱਗੇ ਵਧਣ ਦੀ ਕਿ ਬੇਇੰਤਹਾ ਅੱਗੇ ਵਧਣਾ ਤੇ ਅਸੀਂ ਉਹ ਅੱਗੇ ਵਧਣ 'ਚ ਹੀ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਲੈਣੀ ਆ ਤੇ ਕੁਛ ਅਸੀਂ ਆਨੰਦ ਨਹੀਂ ਮਾਣਿਆ ਤੇ ਐਜ਼ ਏ ਰਿਜ਼ਲਟ ਸਾਡਾ ਉਹਦਾ ਨੇ। ਸੋ ਜਿਹੜਾ ਅੱਗੇ ਵਧਣਾ ਇਹਦਾ ਮਤਲਬ ਸਾਡੀ ਚਾਹਤ ਆ ਅੱਗੇ ਵਧਣ ਦੀ। ਇਹ ਮਨੁੱਖਤਾ ਦਾ ਇੱਕ ਬੇਸਿਕ ਇਨਸਟਿੰਕਟ ਆ। ਲੇਕਿਨ ਕਿੰਨਾ ਵਧਣਾ ਉਹ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀ ਕਿ ਕੀ ਅਸੀਂ ਕੋਈ ਮੀਡੀਅਮ ਲੈਵਲ ਕੱਢ ਸਕਦੇ ਹਾਂ, ਉਹ ਮੀਡੀਅਮ ਲੈਵਲ ਅਸੀਂ ਕੱਢਿਆ ਨਹੀਂ। ਸੋ ਕੁਝ ਬੰਦਿਆਂ 'ਚ ਉਹ ਚਾਹਤ ਹੁੰਦੀ ਨਹੀਂ, ਉਹ ਚੁੱਪ ਕਰਕੇ ਆਏ ਹੋਏ ਬੈਠੇ ਰਹਿੰਦੇ ਆ, ਜਿੱਥੇ ਲੱਗ ਗਏ ਫੈਕਟਰੀ 'ਚ ਉੱਥੇ ਹੀ ਲੱਗੇ ਰਹਿੰਦੇ ਆ ਸਾਰੀ ਉਮਰ। ਕੁਝ ਬੰਦੇ ਆਉਂਦੇ ਆ ਭੱਜ ਨੱਠ ਕਰਕੇ ਮੈਨੇਜਰ ਬਣ ਕੇ ਤੇ ਡਾਇਰੈਕਟਰ ਬਣ ਕੇ ਰਹਿ ਜਾਂਦੇ ਆ, ਫਿਰ ਉਹਨਾਂ ਨੂੰ ਟੇਕ ਨਹੀਂ ਆਉਂਦੀ, ਫਿਰ ਉਹ ਸਾਰੀ ਉਮਰ ਭੱਜ ਨੱਠ ਕਰਦੇ ਰਹਿੰਦੇ ਆ। ਉਹ ਉਸ ਕਰਕੇ ਵੀ ਉਹਨਾਂ ਨੂੰ ਵੀ ਪ੍ਰੋਬਲਮਸ ਆਉਂਦੀਆਂ। ਸੋ ਜਿਹੜਾ ਜਦੋਂ ਆਪਾਂ ਕਹਿੰਦੇ ਆ ਵੀ ਸਾਡਾ ਕੋਈ ਸਟੇਟਸ ਹੋਣਾ ਚਾਹੀਦਾ, ਸਾਡਾ ਕੋਈ ਮਾੜੀ ਚੀਜ਼ ਨਹੀਂ। ਜੇ ਤੁਹਾਡਾ ਸਟੇਟਸ ਹੈਗਾ ਸੁਸਾਇਟੀ ਦੇ ਵਿੱਚ, ਤੁਸੀਂ ਮਤਲਬ ਕਿ ਕੋਈ ਚੰਗੀ ਚੀਜ਼ ਕਰਦੇ ਹੋ, ਤੁਸੀਂ ਮਤਲਬ ਕਿ ਕੌਮ ਨੂੰ ਕੋਈ ਵਧੀਆ ਤੁਸੀਂ ਜਾਂ ਤੁਸੀਂ ਇਕਨੋਮਿਕ ਡਿਵੈਲਪਮੈਂਟ ਕਰਦੇ ਹੋ, ਚਾਹੇ ਤੁਸੀਂ ਫਿਲਾਸਫੀ ਦੇ ਤੌਰ 'ਤੇ ਡਿਵੈਲਪਮੈਂਟ ਕਰਦੇ ਹੋ, ਚਾਹੇ ਤੁਸੀਂ ਟੀਚਰ ਹੋ ਅਤੇ ਤੁਸੀਂ ਵਧੀਆ ਬੱਚਿਆਂ ਨੂੰ ਪੜ੍ਹਾਉਂਦੇ ਹੋ, ਚਾਹੇ ਤੁਹਾਡਾ ਆਪਣਾ ਬਿਜ਼ਨਸ ਆ ਅਤੇ ਤੁਸੀਂ ਲੋਕਾਂ ਨੂੰ ਜੌਬਾਂ ਦਿੰਦੇ ਹੋ, ਜਿਹੜੇ ਵੀ ਕੰਮ 'ਚ ਤੁਹਾਡਾ ਸਟੇਟਸ ਬਣਿਆ ਹੋਇਆ ਕੋਈ ਮਾੜੀ ਗੱਲ ਨਹੀਂ। ਪਰ ਜੇ ਤੁਸੀਂ ਸਟੇਟਸ ਦੀ ਖਾਤਰ ਹੀ ਜਿਉਣ ਲੱਗ ਗਏ, ਜੀ ਬਿਲਕੁਲ ਉਹੀ ਮੈਂ ਗੱਲ ਕੀਤੀ ਸੀ ਨਾ ਵੀ ਇਹਨੂੰ ਇੱਕ ਲੈਵਲ ਤੇ ਆਪਾਂ ਰੱਖ ਸਕਦੇ ਹਾਂ। ਜਦੋਂ ਉਹ ਲੈਵਲ ਤੋਂ ਆਪਾਂ ਐਕਸਟ੍ਰੀਮ ਉੱਪਰ ਜਾਵਾਂਗੇ ਤਾਂ ਫਿਰ ਉਹਦੇ ਨੁਕਸਾਨ ਹੈਗੇ। ਐਗਜ਼ੈਕਟਲੀ ਇਹਨਾਂ ਪੰਜਾਂ ਚੀਜ਼ਾਂ ਸੋ ਇੱਕ ਆਪਣਾ ਹੋਰ ਰਹਿ ਗਿਆ, ਉਹ ਸੀਗਾ ਮੋਹ। ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਪਿਆਰ ਤੇ ਮੋਹ 'ਚ ਕੀ ਫਰਕ ਆ, ਅਸੀਂ ਇਹਦੀ ਵੀ ਕੋਈ ਡਿਸਟਿੰਕਸ਼ਨ ਨਹੀਂ ਕੀਤੀ। ਸੋ ਬਹੁਤੇ ਜਿਹੜੇ ਮੇਰਾ ਨਿੱਜੀ ਤਜਰਬਾ ਸੋਸ਼ਲ ਵਰਕ ਫੀਲਡ ਦੇ ਵਿੱਚ ਆਉਣ ਕਰਕੇ ਬਹੁਤੇ ਬੱਚਿਆਂ ਦਾ ਵਿਗੜਨ ਦਾ ਕਾਰਨ ਮਾਪਿਆਂ ਦਾ ਮੋਹ ਕਰਨਾ। ਹੁਣ ਜਦੋਂ ਮਾਪੇ ਜ਼ਰੂਰਤ ਨਾਲੋਂ ਜ਼ਿਆਦਾ ਬੱਚੇ ਨੂੰ ਪਿਆਰ ਕਰਦੇ ਆ, ਚਾਹੇ ਉਹ ਇੱਕ ਮਾਪਾ ਕਰੇ ਚਾਹੇ ਉਹ ਦੋਨੋਂ ਮਾਪੇ ਕਰਨ, ਜਦੋਂ ਤੁਸੀਂ ਉਹਨੂੰ ਮੋਹ ਕੀਤਾ ਇਹਦਾ ਮਤਲਬ ਤੁਸੀਂ ਉਹਨੂੰ ਗਲਤੀ ਦੀ ਅਪਰੋਪਰੀਏਟ ਐਜੂਕੇਸ਼ਨ ਨਹੀਂ ਦਿੱਤੀ ਤੇ ਡਿਸਿਪਲਿਨ ਨਹੀਂ ਕੀਤਾ। ਹੁਣ ਉਹਦੀ ਪਰਸਨੈਲਿਟੀ ਬਣ ਗਈ ਵਿਗੜਨ ਦੀ। ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਪਤਾ ਵੀ ਮੈਂ ਮਾੜਾ ਕੀਤਾ, ਮੇਰੇ ਮਾਂ ਪਿਓ ਨੂੰ ਵੀ ਪਤਾ ਵੀ ਮੈਨੂੰ ਮਾੜਾ ਕੀਤਾ, ਲੇਕਿਨ ਮੈਂ ਬਚ ਗਿਆ। ਉਹ ਜਿਹੜਾ ਬਚਣ ਵਾਲਾ ਪਾਰਟ ਆ ਉਹ ਤੁਸੀਂ ਮੋਹ ਦੇ ਵਿੱਚ ਕਰੋਗੇ। ਲੇਕਿਨ ਅਗਰ ਤੁਸੀਂ ਬੱਚੇ ਨੂੰ ਪਿਆਰ ਕਰਦੇ ਹੋ, ਤੁਸੀਂ ਉਹਨੂੰ ਪਕੜ ਕੇ ਕਹੋਗੇ ਨੋ ਆ ਹੁਣੇ ਪੈਨ ਲਿੱਤਾ ਵਾਪਸ ਕਰਕੇ ਆ, ਚੱਲ ਕਾਰ 'ਚ ਬੈਠ, ਫਿਰ ਤੁਸੀਂ ਕੁਝ ਨਹੀਂ ਦੇਖਣਾ। ਲੇਕਿਨ ਆਪਣਾ ਜਿਹੜਾ ਮੋਹ ਆ ਉਹ ਇਸ ਕਰਕੇ ਨੁਕਸਾਨਦਾਇਕ ਆ ਕਿ ਅਸੀਂ ਬੱਚੇ ਦੀਆਂ ਗਲਤੀਆਂ ਨੂੰ ਪ੍ਰੋਟੈਕਟ ਕਰਕੇ ਉਹਨੂੰ ਅਸੀਂ ਲਾਈਫ ਦੇ ਵਿੱਚ ਅੱਗੇ ਤੋਰਦੇ ਹਾਂ ਤੇ ਐਜ਼ ਏ ਰਿਜ਼ਲਟ ਸਾਡਾ ਜਿਹੜਾ ਰਿਸ਼ਤਾ ਉਹ ਸੈਲਫ ਦੇ ਨਾਲ, ਆਪਣੇ ਆਪ ਦੇ ਨਾਲ ਕਦੇ ਬਣਿਆ ਹੀ ਨਹੀਂ। ਜੀ ਹੁਣ ਇੱਥੇ ਫਿਰ ਆਪਣੀ ਗੱਲ ਆ ਗਈ। ਆਪਾਂ ਗੱਲ ਰਿਸ਼ਤਿਆਂ ਤੋਂ ਸਟਾਰਟ ਕੀਤੀ ਸੀ, ਰਿਲੇਸ਼ਨਸ਼ਿਪ ਤੋਂ ਸਟਾਰਟ ਕੀਤੀ। ਆਪਾਂ ਥੋੜ੍ਹਾ ਜਿਹਾ ਅੱਜ ਬਿਗਰ ਐਸਪੈਕਟ ਨਾਲ ਦੇਖਦੇ ਹਾਂ ਸਾਰਾ ਕੁਛ, ਪਰ ਵਿੱਚ ਦੀ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਿਹੜਾ ਉਹ ਪੇਰੈਂਟਿੰਗ ਤੇ ਫਿਰ ਆਪਣੀ ਗੱਲ ਆ ਗਈ ਕਿ ਬੱਚੇ ਨੂੰ ਤੁਸੀਂ ਵੱਡਾ ਕਿਵੇਂ ਕੀਤਾ, ਬਿਲਕੁਲ ਉਹਨੂੰ ਸਿਖਾਇਆ ਕੀ ਆ। ਸੋ ਜਿਹੜੀ ਜ਼ਿਆਦਾਤਰ ਜਿਹੜੀ ਪ੍ਰੈਸ਼ਰ ਹੈਗਾ ਉਹ ਪੇਰੈਂਟਸ ਦੇ ਉੱਪਰ ਪੈ ਰਿਹਾ ਹੈ। ਸੋ ਇਹ ਆਪਾਂ ਇਹ ਤੋਂ ਪਹਿਲਾਂ ਕਿ ਆਪਾਂ ਜਿਹੜੇ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਜਿਹੜੀ ਹੈਗੀ ਆ ਰਿਲੇਸ਼ਨਸ਼ਿਪ ਉਹਦੀ ਗੱਲ ਕਰੀਏ, ਜਿਹੜਾ ਸੈਲਫ ਨਾਲ ਰਿਸ਼ਤਾ ਹੈਗਾ
ਉਹ ਆਪਾਂ ਕਿਵੇਂ ਡਿਵੈਲਪ ਕਰ ਸਕਦੇ ਹਾਂ ਤੇ ਇਹਦੀ ਕਿੰਨੀ ਕੁ ਮਹਾਨਤਾ ਜਿਹੜਾ ਮੇਰਾ ਆਪ ਦੇ ਨਾਲ ਰਿਸ਼ਤਾ ਜਿਹੜਾ? ਜੀ, ਮੇਰਾ ਜਿੱਥੇ ਤੱਕ ਖਿਆਲ ਆ, ਮੈਂ ਤਾਂ ਇਹੀ ਕਰੂੰਗਾ ਜਿਹੜੇ ਸਿੱਖ ਧਰਮ ਨੂੰ ਖਾਸ ਕਰਕੇ ਬਿਲੋਂਗ ਕਰਦੇ ਆ, ਜਾਂ ਜਿਹੜੇ ਹਿੰਦੂ ਧਰਮ ਜਾਂ ਇਸਲਾਮ ਨੂੰ ਬਿਲੋਂਗ ਕਰਦੇ ਆ, ਉਹ ਬਾਬਾ ਫਰੀਦ ਨੂੰ ਜ਼ਰੂਰ ਪੜ੍ਹਨ। ਜੀ। ਇੱਕ ਤਾਂ ਮੈਂ ਇਸ ਚੀਜ਼ ਦੀ ਕਰੂੰਗਾ। ਦੂਸਰੀਆਂ ਹੈਗੀਆਂ ਕਿ ਇਹ ਜਾਣਨਾ ਬੜਾ ਜ਼ਰੂਰੀ ਆ ਕਿ ਮੇਰੇ 'ਚ ਕਿਹੜੇ ਗੁਣ ਆ ਤੇ ਕਿਹੜੇ ਔਗਣ ਆ। ਹਰ ਇੱਕ ਇਨਸਾਨ 'ਚ ਕੋਈ ਗੁਣ ਹੁੰਦੇ ਆ ਤੇ ਕੋਈ ਔਗਣ ਹੁੰਦੇ ਆ। ਜੀ ਬਿਲਕੁਲ। ਹਰ ਇੱਕ ਇਨਸਾਨ 'ਚ ਕੁਝ ਕਮਜ਼ੋਰੀਆਂ ਤੇ ਕੁਝ ਉਹਨਾਂ ਦੀਆਂ ਸਟਰੈਂਥਸ ਆ। ਹੁਣ ਕੁਐਸਚਨ ਇਹ ਹੈਗਾ ਕਿ ਜੇ ਮੈਨੂੰ ਇਹ ਪਤਾ ਹੀ ਨਹੀਂ, ਮੈਂ ਕਦੇ ਬੈਠਿਆ ਹੀ ਨਹੀਂ ਆਪਣੇ ਆਪ ਨਾਲ, ਮੈਂ ਗੱਲਬਾਤ ਹੀ ਨਹੀਂ ਕੀਤੀ, ਮੈਂ ਕੋਈ ਲੇਖਾ ਜੋਖਾ ਹੀ ਨਹੀਂ ਕੀਤਾ, ਤੇ ਫਿਰ ਮੈਨੂੰ ਕਿਵੇਂ ਪਤਾ ਲੱਗੂਗਾ ਕਿ ਮੇਰੇ 'ਚ ਕੀ ਕਮਜ਼ੋਰੀਆਂ ਤੇ ਮੈਂ ਆਪਣੇ ਆਪ ਨੂੰ ਇੰਪਰੂਵ ਕਿਵੇਂ ਕਰ ਸਕਦਾ ਤੇ ਕਿਸ ਤਰੀਕੇ ਨਾਲ ਮੈਂ ਜ਼ਿੰਦਗੀ ਨੂੰ ਬਿਤਾ ਸਕਦਾ। ਸੋ ਜਦੋਂ ਤੁਸੀਂ ਦੇਖੋਗੇ ਕਿ ਬਹੁਤ ਹੱਦ ਤੱਕ ਜਦੋਂ ਆਪਣੇ ਕੋਲੇ ਇਨਸਾਨ ਟੁੱਟਿਆ ਹੋਇਆ ਆਂਦਾ, ਉਹ ਕਿਸੇ ਪੱਖ ਤੋਂ ਵੀ ਟੁੱਟ ਸਕਦਾ। ਉਹ ਜਦੋਂ ਟੁੱਟਿਆ ਹੋਇਆ ਆਂਦਾ ਤੇ ਜਦੋਂ ਤੁਸੀਂ ਉਹਨੂੰ ਗੌਰ ਨਾਲ ਦੇਖੋਗੇ ਔਰ ਉਹਦੇ ਨਾਲ ਆਪਾਂ ਗੱਲ ਕਰਦੇ ਹਾਂ ਵੀ ਕੀ ਹੋਇਆ, ਕਿਵੇਂ ਹੋਇਆ, ਇਹ ਪ੍ਰੋਬਲਮਸ ਕਿਵੇਂ ਆਈਆਂ, ਤੁਹਾਨੂੰ ਅਖੀਰ 'ਚ ਇਹ ਪਤਾ ਲੱਗੂਗਾ ਕਿ ਇਸ ਬੰਦੇ ਨੂੰ ਤਾਂ ਆਪਣੀਆਂ ਅੱਛਾਈਆਂ ਦਾ ਤੇ ਬੁਰਾਈਆਂ ਦਾ ਪਤਾ ਹੀ ਨਹੀਂ, ਇਹ ਜ਼ਿੰਦਗੀ 'ਚ ਪਤਾ ਹੀ ਨਹੀਂ ਕਿਵੇਂ ਡਿਸੀਜਨ ਕਰੀ ਗਿਆ। ਜੀ। ਉਹ ਆਪਣੇ ਅਨਸਾਰ ਉਹਨੂੰ ਲੱਗਦਾ ਵੀ ਮੈਂ ਸਹੀ ਡਿਸੀਜਨ ਕੀਤੇ, ਲੇਕਿਨ ਜਦੋਂ ਆਪਾਂ ਉਹਨੂੰ ਪੁੱਛਦੇ ਹਾਂ ਵੀ ਇਹ ਡਿਸੀਜਨ ਲੈਣ ਦਾ ਕੀ ਪਰਪਸ ਸੀਗਾ, ਤੇ ਉਹ ਆਪਣੇ ਕੰਨੀ ਐਂ ਕਰਕੇ ਦੇਖਦਾ, ਇਹਦਾ ਮਤਲਬ ਉਹਨੂੰ ਖੁਦ ਨੂੰ ਨਹੀਂ ਸੀ ਪਤਾ ਜੀ ਕਿ ਮੈਂ ਜਿਹੜੇ ਡਿਸੀਜਨ ਲੈ ਰਿਹਾ ਇਹ ਮੇਰੇ ਲਈ ਹੀ ਹੋ ਸਕਦਾ ਘਾਤਕ ਹੋਣ। ਇਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਕਿ ਆਪਾਂ ਪਹਿਲਾਂ ਆਪਣੇ ਆਪ ਨੂੰ ਸਵੈ ਪਹਿਚਾਨ ਕਰੀਏ, ਜੀ। ਆਪਣੀਆਂ ਸਟਰੈਂਥਸ ਤੇ ਵੀਕਨੈਸ। ਸਵੈ ਪੜਚੋਲ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ ਜੀ, ਵੀ ਮੈਂ ਕੀ ਆ। ਬਿਲਕੁਲ। ਮੈਂ ਜਿਹੜਾ ਇਹਦੇ ਜਦੋਂ ਮੈਂ ਕੀ ਚ ਆ ਜਾਂਦਾ ਹੈਗਾ, ਜਿਹੜੇ ਜ਼ਿੰਦਗੀ ਦੇ ਆਪਣੇ ਗੋਲ ਆ ਉਹ ਵੀ ਫਿਰ ਕਲੀਅਰ ਹੋ ਜਾਂਦੇ ਆ। ਮੈਨੂੰ ਲੱਗਦਾ ਵੀ ਆਪਾਂ ਨੇ ਪਹੁੰਚਣਾ ਕਿੱਥੇ ਆ ਤੇ ਮੈਂ ਕੀ ਕਰ ਸਕਦਾ, ਕਿੰਨੀ ਮੇਰੀ ਕੈਪੈਸਿਟੀ ਹੈ, ਤੇ ਮੈਂ ਇਹ ਨਾ ਹੋਏ ਕਿ ਮੈਂ ਉਹਦੇ 'ਚ ਮਾਹਰ ਹੀ ਨਹੀਂ ਤੇ ਮੈਂ ਆਪਦਾ ਸੈਲਫ ਐਨਾਲਿਸਿਸ ਕੀਤਾ ਨਹੀਂ, ਪੰਗਾ ਮੈਂ ਵੱਡਾ ਲੈ ਲਾਂ ਤੇ ਮੈਂ ਉੱਥੇ ਪਹੁੰਚ ਹੀ ਨਾ ਸਕਦਾ। ਬਿਲਕੁਲ ਬਿਲਕੁਲ। ਔਰ ਅਕਸਰ ਹੁੰਦਾ, ਬਿਲਕੁਲ ਅਕਸਰ ਇਹ ਇਸ ਤਰੀਕੇ ਨਾਲ ਹੁੰਦਾ ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਕੈਨੇਡਾ ਦੇ ਵਿੱਚ ਜਦੋਂ ਆਪਾਂ ਬਰਾਡਰ ਕਰਦੇ ਹਾਂ, ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਆਪਾਂ ਪੂਰੀ ਸਮੁੱਚੀ ਕਮਿਊਨਿਟੀ ਨੂੰ ਲੈ ਕੇ ਕਰਦੇ ਹਾਂ, ਇੱਕਾ ਦੁੱਕਾ ਇਨਸਾਨ ਨੂੰ ਨਹੀਂ ਕਰਦੇ। ਜੀ। ਹੁਣ ਜਦੋਂ ਆਪਾਂ ਕਮਿਊਨਿਟੀ 'ਚ ਦੇਖਦੇ ਹਾਂ, ਬਹੁਮਤ ਉਹੋ ਜਿਹੇ ਬੰਦਿਆਂ ਦੀ ਆ ਜਿਨ੍ਹਾਂ ਨੂੰ ਸੈਲਫ ਦੀ ਪਛਾਣ ਨਹੀਂ ਗੀ, ਕਿਵੇਂ ਪਤਾ ਲੱਗਦਾ? ਜੇ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਵੀ ਤੁਸੀਂ ਆਪਣੇ ਘਰ ਦੀ ਘਰ ਦੀ ਜਿਹੜੀ ਹਾਊਸ ਇੰਸ਼ੋਰੈਂਸ ਆ ਉਹ ਪੜ੍ਹ ਕੇ ਦੇਖੀ ਆ, ਔਰ ਬਹੁਤਿਆਂ ਦੇ ਮੈਂ ਜਿੰਨੀ ਵਾਰੀ ਵੀ ਇਹ ਕੁਐਸਚਨ ਕਰਦਾ ਔਰ ਜਿੰਨੀ ਵੀ ਆਡੀਅנס ਮੇਰੇ ਸਾਹਮਣੇ ਬੈਠਦੀ ਆ, ਉਹਨਾਂ ਨੂੰ ਮੈਂ ਪੁੱਛਦਾ ਵੀ ਤੁਹਾਨੂੰ ਆਪਣੀ ਪਾਲਿਸੀ ਜਿਹੜੀ ਤੁਹਾਡੇ ਘਰ ਦੀ ਬੀਮਾ ਹੋਇਆ ਇੰਸ਼ੋਰੈਂਸ ਹੋਈ ਆ, ਉਹਦੀਆਂ ਤੁਹਾਨੂੰ ਕਲੌਜ਼ਸ ਦਾ ਪਤਾ? ਵੀ ਜੇ ਹਨੇਰੀ ਆ ਗਈ, ਛੱਤ ਉੱਡ ਗਈ, ਤੁਹਾਡੀ ਕਵਰਡ ਆ? ਪਾਣੀ ਆ ਗਿਆ ਸੂਏਜ ਦਾ, ਉਹ ਕਵਰਡ ਆ ਤੁਹਾਡਾ? ਤੁਹਾਨੂੰ ਪੈਸੇ ਦੇਣਗੇ ਇੰਸ਼ੋਰੈਂਸ ਵਾਲੇ? ਜਾਂ ਅਗਰ ਤੁਹਾਡੀ ਸੂਏਜ ਬੈਕਅਪ ਹੋ ਗਿਆ ਤੇ ਤੁਹਾਡੇ ਘਰ ਪਾਣੀ ਆ ਗਿਆ, ਕੀ ਉਹ ਸੂਏਜ ਬੈਕਅਪ ਵਾਲੇ ਤੁਹਾਡੀ ਇੰਸ਼ੋਰੈਂਸ ਕਵਰ ਕਰਦੀ ਆ? ਬਹੁਤਿਆਂ ਨੇ ਇਹ ਪੜ੍ਹਿਆ ਨਹੀਂ ਹੁੰਦਾ। ਉਹਨਾਂ ਨੂੰ ਇਹੀ ਹੈਗਾ ਵੀ ਸਾਡੀ ਘਰ ਦੀ ਇੰਸ਼ੋਰੈਂਸ ਆ, ਕਿਉਂਕਿ ਨਹੀਂ ਤਾਂ ਆਪਾਂ ਨੂੰ ਮੌਰਗੇਜ ਨਹੀਂ ਮਿਲਣੀ। ਅਸੀਂ ਇੰਸ਼ੋਰੈਂਸ ਲੈ ਲਈ ਤੇ ਸਾਡੀ ਇੰਸ਼ੋਰੈਂਸ ਬਾਕੀਆਂ ਨਾਲੋਂ $10 ਜਾਂ $20 ਸਸਤੀ ਸੀ ਤੇ ਸਾਨੂੰ ਬਸ ਉਹਦੇ ਨਾਲ ਕੰਸਰਨ ਆ। ਮੈਂ ਕਹਿੰਦਾ ਵੀ ਜੇ ਅਸੀਂ ਆਪਣੇ ਬਾਰੇ ਸੁਚੇਤ ਨਹੀਂ, ਮੇਰਾ ਘਰ ਆ, ਮੈਂ ਉਸ ਘਰ 'ਚ ਰਹਿਣਾ, ਮੇਰਾ ਪਰਿਵਾਰ ਆ, ਤੇ ਮੈਨੂੰ ਇਹ ਹੀ ਨਹੀਂ ਪਤਾ ਵੀ ਮੇਰੀ ਇੰਸ਼ੋਰੈਂਸ ਕਿਹੋ ਜਿਹੀ ਆ, ਇਹਦਾ ਮਤਲਬ ਮੈਂ ਸੈਲਫ ਦੇ ਨਾਲ ਤਾਂ ਮੇਰਾ ਕੋਈ ਰਿਸ਼ਤਾ ਹੀ ਨਾ ਹੋਇਆ, ਮੈਨੂੰ ਆਪਣੀ ਪ੍ਰੋਟੈਕਸ਼ਨ ਦੇ ਨਾਲ ਕੋਈ ਰਿਸ਼ਤਾ ਨਹੀਂ, ਮੈਨੂੰ ਕਿਸੇ ਚੀਜ਼ ਨਾਲ ਕੋਈ ਰਿਸ਼ਤਾ ਨਹੀਂ ਗਾ। ਸੋ ਇੱਕ ਤਾਂ ਇਹ ਹੋ ਗਿਆ। ਦੂਸਰੀ ਹੈਗੀ ਕਿ ਸਾਡਾ ਕਿਹੜੀ ਚੀਜ਼ ਨਾਲ, ਸਾਡਾ ਸੈਲਫ ਦੇ ਨਾਲ। ਹੁਣ ਅਸੀਂ ਕਹਿੰਦੇ ਹਾਂ ਵੀ ਅਸੀਂ ਪੈਸੇ ਕਮਾ ਕੇ ਲਿਆਉਣੇ ਆ, ਸੋ ਅਸੀਂ ਪੈਸੇ ਕਮਾ ਕੇ ਲੈ ਆਉਂਦੇ ਜੀ। ਸਾਹਮਣੇ ਕਿਵੇਂ ਆ? ਕਿੱਥੇ ਅਸੀਂ ਇਨਵੈਸਟ ਕਰਨੇ ਆ? ਅਸੀਂ ਮਿਊਚੁਅਲ ਫੰਡ 'ਚ ਕਰਨੇ ਆ। ਹੁਣ ਆਪਣੇ ਕੋਲੇ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਮਾਹਰ ਬੈਠੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲਾਈ ਆ ਫਾਈਨੈਂਸ ਨੂੰ ਸਮਝਣ ਦੀ, ਔਰ ਉਹ ਤੁਹਾਨੂੰ ਵਧੀਆ ਗਾਈਡ ਕਰ ਸਕਦੇ ਆ, ਲੇਕਿਨ ਅਸੀਂ ਉਹਨਾਂ ਦੇ ਨਾਲ ਅਸੀਂ ਰਾਬਤਾ ਨਹੀਂ ਕਾਇਮ ਕਰਨਾ। ਰਾਈਟ। ਸੋ ਉਸ ਸੈਂਸ ਦੇ ਵਿੱਚ ਮੈਨੂੰ ਕਈ ਵਾਰੀ ਇਹ ਹੈਰਾਨੀ ਹੁੰਦੀ ਆ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਪੈਸੇ ਸਾਹਮਣੇ ਕਿਵੇਂ ਆ, ਲੇਕਿਨ ਅਸੀਂ ਮੰਨਦੇ ਨਹੀਂ ਕਿ ਸਾਨੂੰ ਨਹੀਂ ਸਾਹਮਣੇ ਆਦੇ, ਤੇ ਅਸੀਂ ਫਿਰ ਟੁੱਟੀ ਭੁੱਜੀ ਜਾਣਕਾਰੀ ਦੇ ਨਾਲ ਅਸੀਂ ਆਪਣੀ ਇਨਵੈਸਟਮੈਂਟ ਕਰਕੇ ਅਸੀਂ ਨੁਕਸਾਨ ਕਰਾ ਕੇ ਫਿਰ ਅਸੀਂ ਮਤਲਬ ਕਿ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਸ ਸੈਂਸ ਦੇ ਵਿੱਚ ਕੀ ਅਸੀਂ ਕਦੇ ਜੇ ਅਸੀਂ ਆਪਾਂ ਆਪਣੀ ਸੈਲਫ ਪੜਚੋਲ ਕਰੀਏ, ਫਿਰ ਉਹ ਆਪਾਂ ਨੂੰ ਪਤਾ ਲੱਗ ਜੂ। ਮੇਰੀ ਆਦਤ ਨਹੀਂ ਗੀ ਪੇਪਰ ਪੜ੍ਹਨਾ, ਓਕੇ, ਮੇਰੀ ਆਦਤ ਨਹੀਂ ਕਿ ਪੇਪਰ ਪੜ੍ਹਨਾ, ਪਰ ਕੀ ਮੈਨੂੰ ਕੋਈ ਦੱਸ ਸਕਦਾ ਵੀ ਮੇਰੀ ਇੰਸ਼ੋਰੈਂਸ ਕਿਹੋ ਜਿਹੀ ਹੋਣੀ ਚਾਹੀਦੀ ਆ? ਫਿਰ ਹੈਗਾ ਵੀ ਮੈਂ ਪੈਸੇ ਕਮਾਣਾ,
ਮੈਂ ਇੱਕ ਦਿਨ 65 ਸਾਲ ਦਾ ਹੋ ਜਾਊਂਗਾ, ਮੈਂ ਰਿਟਾਇਰਮੈਂਟ ਲੈਣੀ ਆ, ਮੈਨੂੰ ਕਿੰਨੇ ਪੈਸੇ ਆਣੇ ਚਾਹੀਦੇ ਆ, ਮੈਨੂੰ ਪੈਨਸ਼ਨ ਕਿੰਨੀ ਮਿਲੂਗੀ ਮੈਕਸਿਮਮ, ਕਿੰਨੇ ਮੈਨੂੰ ਹੋਰ ਆਣ ਕਿ ਮੇਰੀ ਜ਼ਿੰਦਗੀ ਵਧੀਆ ਚੱਲੇ। ਅਸੀਂ ਕਦੇ ਨਹੀਂ ਪੁੱਛਿਆ ਫਾਈਨੈਂਸ਼ੀਅਲ ਕੰਸਲਟੈਂਟਸ ਨੂੰ। ਇਹਦਾ ਮਤਲਬ ਮੈਨੂੰ ਉਹ ਪਤਾ ਨਹੀਂਗਾ, ਲੇਕਿਨ ਨਾ ਹੀ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਸੈਲਫ ਨੂੰ ਸਮਝ ਰਿਹਾ ਨਹੀਂ। ਮੈਂ ਇਹ ਸੋਚਿਆ ਹੀ ਨਹੀਂਗਾ, ਕਦੇ ਦਿਮਾਗ 'ਚ ਹੀ ਨਹੀਂ ਆਇਆ ਕਿ ਮੈਂ ਵੀ ਇੱਕ ਦਿਨ 65 ਸਾਲ ਦਾ ਹੋਣਾ ਤੇ ਮੇਰੇ ਤੋਂ ਕੰਮ ਨਹੀਂ ਹੋਣਾ। ਆਹ ਜਿਹੜੀਆਂ ਸੈਲਫ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ, ਇਹ ਮੈਨੂੰ ਲੱਗਦਾ ਕਿ ਆਪਾਂ ਕਰਦੇ ਨਹੀਂਗੇ ਤੇ ਐਜ਼ ਏ ਰਿਜ਼ਲਟ ਸਾਡਾ ਸੈਲਫ ਦੇ ਨਾਲ ਰਿਲੇਸ਼ਨਸ਼ਿਪ ਨਹੀਂ ਬਣਦਾ। ਮੈਨੂੰ ਲੱਗਦਾ ਜੀ ਜਦੋਂ ਆਪਾਂ ਸੈਲਫ ਦੀ ਗੱਲ ਕਰਦੇ ਹਾਂ ਤੇ ਆਪਦੇ ਬਾਰੇ ਜਾਣਨਾ ਬਹੁਤ ਮੁਸ਼ਕਲ ਆ। ਜਿਵੇਂ ਅਸੀਂ ਅਕਸਰ ਜਦੋਂ ਸੈਮੀਨਾਰਸ ਹੁੰਦੇ ਅਸੀਂ ਗੱਲਬਾਤ ਕਰਦੇ ਹਾਂ ਸਟੂਡੈਂਟਸ ਦੇ ਨਾਲ, ਬੱਚਿਆਂ ਦੇ ਨਾਲ, ਵੈਸੇ ਜਿਹੜੇ ਅਡਲਟ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਦੀ ਆ। ਅਤੇ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਆ, ਮੈਂ ਜੀ ਹੋਮਵਰਕ ਦੇਣ ਲੱਗਾ ਕਿਉਂਕਿ ਜਦੋਂ ਸੈਲਫ ਦੀ ਗੱਲ ਆਉਂਦੀ ਆ ਤਾਂ ਹਰ ਇੱਕ ਬੰਦਾ ਆਪਦੇ ਆਪ 'ਚ ਇੱਕ ਜਾਣੀ ਕਹਿ ਸਕਦੇ ਹਾਂ ਕਿ ਉਹਦੀਆਂ ਬਹੁਤ ਸਾਰੀਆਂ ਸਟਰੈਂਥਸ ਹੁੰਦੀਆਂ, ਬਹੁਤ ਸਾਰੀਆਂ ਉਹਦੇ 'ਚ ਅਬਿਲਿਟੀਜ਼ ਹੁੰਦੀਆਂ, ਬਹੁਤ ਸਾਰਾ ਉਹ ਆਪਦੇ ਅੰਦਰ ਸਮਾਈ ਬੈਠਾ ਹੁੰਦਾ, ਪਰ ਉਹਨੂੰ ਪਤਾ ਨਹੀਂ ਹੁੰਦਾ। ਪਰ ਜੇ ਆਪਾਂ ਸਵੈ ਪੜਚੋਲ ਕਰਾਂਗੇ ਤਾਂ ਉਹ ਚੀਜ਼ ਬਾਹਰ ਨਿਕਲੂਗੀ। ਸੋ ਉਹਦੇ 'ਚ ਇਹ ਸੀਗਾ ਕਿ ਹਰ ਇੱਕ ਬੰਦੇ ਦੇ ਵਿੱਚ 40 ਤੋਂ ਜ਼ਿਆਦਾ ਕੁਆਲਿਟੀਜ਼ ਹੁੰਦੀਆਂ, ਗੁੱਡ ਕੁਆਲਿਟੀਜ਼ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ। ਸੋ ਕਈ ਵਾਰੀ ਅਸੀਂ ਜਿਹੜੀਆਂ ਜੀ ਉਹ ਸੁਪਰਫਿਸ਼ਲ ਲੈਵਲ ਦੀਆਂ ਕੁਆਲਿਟੀਜ਼ ਆ ਉਹ ਗਿਣ ਕੇ 4-5 ਦੇ ਤੇ ਆਪਾਂ ਬ੍ਰੇਕਾਂ ਲਾ ਦਿੰਦੇ ਹਾਂ। ਸੋ ਉਹਦੇ 'ਚ ਤੁਸੀਂ ਇਹ ਆਪਦੀਆਂ 40 ਕੁਆਲਿਟੀਜ਼ ਜਿਹੜੀਆਂ ਹੈਗੀਆਂ ਹਰ ਇੱਕ ਬੰਦੇ 'ਚ ਹੈਗੀਆਂ, ਉਹ ਚਾਹੇ ਉਹ ਬੁਰਾ ਇਨਸਾਨ ਆ, ਚਾਹੇ ਉਹ ਚੰਗਾ ਇਨਸਾਨ ਹੈ। ਜੇ ਉਹ ਬੁਰਾ ਤਾਂ ਉਹ ਆਪਦੀਆਂ ਬੁਰਾਈਆਂ ਵੀ ਲਿਖ ਸਕਦਾ, ਉਹ ਵੀ ਕੁਆਲਿਟੀਜ਼ ਆ ਉਹਦੀਆਂ। ਤਾਂ ਉਹ ਜਿਹੜੀਆਂ ਗੁੱਡ ਕੁਆਲਿਟੀਜ਼ ਆ 40 ਤੁਸੀਂ ਉਹ ਲਿਖੋ। ਤਾਂ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ, ਸਕਰੀਨ 'ਤੇ ਸਾਡੇ ਆਲਵੇਜ਼ ਨੰਬਰ ਆਉਂਦੇ ਹੁੰਦੇ ਆ। ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਿ ਜੀ ਅਸੀਂ ਤਾਂ 10 'ਤੇ ਅੜ ਗਏ ਅਤੇ ਅਸੀਂ ਤੁਹਾਨੂੰ ਫਿਰ ਦੱਸਾਂਗੇ ਕਿ ਜਿਹੜੀਆਂ ਉਹ 40 ਕੁਆਲਿਟੀਆਂ ਤੁਹਾਡੇ 'ਚ ਕਿਹੜੀਆਂ ਅਸੀਂ ਦੱਸ ਸਕਦੇ ਹਾਂ, ਪਰ ਤੁਸੀਂ ਆਪਦੇ ਆਪ ਨੂੰ ਢੂੰਡਣੀਆਂ ਬਹੁਤ ਕਈ ਵਾਰੀ ਮੁਸ਼ਕਲ ਹੋ ਜਾਂਦੀਆਂ ਹੈਗੀਆਂ। ਸੋ ਬਲਦੇਵ ਜੀ, ਇਹ ਤਾਂ ਆਪਣੀ ਹੋ ਗਈ ਸਵੈ ਦੇ ਨਾਲ ਜਿਹੜੀ ਹੈਗੀ ਆ ਸਾਂਝ ਜਾਂ ਸਵੈ ਪੜਚੋਲ, ਜਾਂ ਮੇਰਾ ਆਪਦੇ ਨਾਲ ਕੀ ਰਿਸ਼ਤਾ। ਜੇ ਮੇਰਾ ਆਪਦੇ ਨਾਲ ਰਿਸ਼ਤਾ ਵਧੀਆ ਨਹੀਂ ਤਾਂ ਮੇਰਾ ਕਿਸੇ ਨਾਲ ਵੀ ਰਿਸ਼ਤਾ ਵਧੀਆ ਨਹੀਂ ਹੋ ਸਕਦਾ। ਇਹ ਤਾਂ ਗੱਲ ਸਿੱਧ ਹੈਗੀ ਆ। ਬਿਲਕੁਲ। ਹੁਣ ਜੇ ਆਪਾਂ ਦੂਜੇ ਪਾਸੇ ਜਿਹੜਾ ਪੇਰੈਂਟਸ ਅਤੇ ਜਿਹੜਾ ਹੈਗੇ ਆ ਬੱਚਿਆਂ ਦਾ ਜਾਂ ਆਪਾਂ ਲਈਏ, ਉਹ ਰਿਸ਼ਤਾ ਜਿਹੜਾ ਹੈਗਾ ਉਹ ਵੀ ਇੱਕ, ਕਿਉਂਕਿ ਜੇ ਸਵੈ ਨਾਲ ਰਿਸ਼ਤਾ ਤਾਂ ਹੀ ਬਣੂਗਾ ਜੇ ਮੇਰਾ ਬਚਪਨ ਵਧੀਆ ਹੋਊਗਾ, ਜਾਂ ਮੈਨੂੰ ਸਿੱਖਿਆਵਾਂ ਵਧੀਆ ਮਿਲੀਆਂ ਹੋਣਗੀਆਂ, ਜਾਂ ਮੇਰੇ ਜਿਹੜੇ ਮੁੱਢਲੇ ਜ਼ਿੰਦਗੀ ਦੇ ਸਾਲ ਹੈਗੇ ਆ ਜਦੋਂ ਬੱਚਿਆਂ ਦੀ ਪਰਵਰਿਸ਼ ਹੁੰਦੀ ਆ ਪੇਰੈਂਟਸ ਨੇ ਵਧੀਆ ਕੀਤੀ ਹੋਊਗੀ, ਤਾਂ ਉਹ ਜਿਹੜਾ ਰਿਸ਼ਤਾ ਹੈਗਾ ਉਹ ਵੀ ਇੱਕ ਵਧੀਆ ਰਿਸ਼ਤਾ ਬਣੂਗਾ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਪੇਰੈਂਟਸ ਐਂਡ ਜਿਹੜਾ ਕਿਡਸ ਦਾ ਰਿਸ਼ਤਾ ਹੈਗਾ ਜੀ? ਸੋ ਇੱਕ ਤਾਂ ਜਿਹੜੀਆਂ ਕੁਛ ਆਪਣੇ ਗਲਤ ਧਾਰਨਾਵਾਂ ਦੇ ਅਸੀਂ ਪਕੜੇ ਹੋਏ ਆ, ਜਕੜੇ ਹੋਏ ਆ, ਕਹਿ ਸਕਦੇ ਬੈਟਰ ਵਰਡ ਆ। ਉਹ ਜਿਹੜੀਆਂ ਗਲਤ ਧਾਰਨਾਵਾਂ ਨਾ, ਉਹਦੇ ਵਿੱਚ ਸਾਨੂੰ ਇੱਕ ਤਾਂ ਇਹ ਹੈਗਾ ਕਿ ਅਸੀਂ ਕੁਛ ਕਹੀਏ ਤੇ ਬੱਚਾ ਸੁਣ ਕੇ ਉਸੇ ਤਰ੍ਹਾਂ ਹੀ ਕਰੇ ਜਿਵੇਂ ਅਸੀਂ ਉਹਨੂੰ ਕਿਹਾ। ਅਨਫੋਰਚੂਨੇਟਲੀ ਕੋਈ ਜ਼ਮਾਨਾ ਸੀਗਾ ਅੱਜ ਤੋਂ ਮੇਰਾ ਖਿਆਲ 'ਚ 500 ਸਾਲ ਪਹਿਲਾਂ, ਜਦੋਂ ਮਾਪੇ ਬੋਲਦੇ ਸੀ ਤੇ ਬੱਚੇ ਲਿਸਨ ਕਰਕੇ ਉਹਨੂੰ ਮੰਨ ਲੈਂਦੇ ਸੀ, ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀਗਾ। ਉਹਨਾਂ ਨੂੰ ਪਤਾ ਸੀਗਾ ਵੀ ਅਸੀਂ ਆਹੀ ਕੁਛ ਕਰਨਾ। ਤੇ ਜਿਹੜੇ ਅਗਰ ਤੁਸੀਂ ਕਿੱਤੇ ਦੇਖੋ ਤੇ ਉਹ ਕਿੱਤੇ ਵੀ ਪੀੜ੍ਹੀ ਦਰ ਪੀੜ੍ਹੀ ਉਹ ਤਕਰੀਬਨ ਚੱਲਦੇ ਸੀ ਮੈਜੋਰਿਟੀ। ਜੇ ਕੋਈ ਪੁਰਾਣੇ ਜ਼ਮਾਨੇ ਦੇ ਵਿੱਚ ਜੇ ਕਿਸੇ ਦੇ ਮਾਂ ਪਿਓ ਫੌਜ ਦੇ ਵਿੱਚ ਸੀ ਤਾਂ ਉਹਨਾਂ ਦਾ ਫੌਜ ਦੇ ਵਿੱਚ ਹੀ ਸਾਰਾ ਕੁਝ ਚੱਲੀ ਜਾਂਦਾ ਸੀਗਾ, ਪੀੜ੍ਹੀ ਦਰ ਪੀੜ੍ਹੀ ਫੌਜ ਹੀ ਹੁੰਦੀ ਸੀ। ਜੇ ਕੋਈ ਜ਼ਿਮੀਂਦਾਰ ਸੀਗਾ ਤਾਂ ਉਹ ਪੀੜ੍ਹੀ ਦਰ ਪੀੜ੍ਹੀ ਜ਼ਿਮੀਂਦਾਰ ਹੀ ਸੀਗਾ। ਸੋ ਇਸ ਕਰਕੇ ਜਿਹੜੀ ਉਹ ਬਾਹਰੀ ਜਿਹੜੀ ਬੱਚਿਆਂ ਦੇ ਪ੍ਰਤੀ ਜਿਹੜਾ ਨਜ਼ਰੀਆ ਸੀਗਾ ਆਪਣੇ ਸਮਾਜ ਦਾ, ਉਹ ਇਹ ਸੀਗਾ ਕਿ ਅਸੀਂ ਤਾਂ ਆਪਣੇ ਮਾਪਿਆਂ ਦੇ ਅੱਗੇ ਬੋਲੇ ਨਹੀਂ ਤੇ ਸਾਡੇ ਬੱਚੇ ਵੀ ਬੋਲਣ ਨਾ, ਤੇ ਅਸੀਂ ਜੋ ਕੁਝ ਕਹੀਏ ਉਹ ਮੰਨ ਲੈਣ। ਅਨਫੋਰਚੂਨੇਟਲੀ ਅੱਜ ਉਹ ਜ਼ਮਾਨਾ ਗਿਆ। ਅੱਜ ਨਹੀਂ ਆਪਣੇ ਆਪ ਬੱਚਿਆਂ ਨੇ ਐਂ ਕਰਕੇ ਆਪਣੇ ਨਾਲ ਕਰਨਾ, ਕਿਉਂਕਿ ਜਿਸ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਸ ਯੁੱਗ ਦੇ ਵਿੱਚ ਚੋਇਸਿਸ ਬਹੁਤ ਆ ਜੀ, ਉਹ ਬਹੁਤ ਕੁਝ ਚੁਣ ਸਕਦੇ ਆ। ਸੋ ਇਹ ਜਿਹੜੀ ਧਾਰਨਾ, ਪਹਿਲਾਂ ਤਾਂ ਇਸ ਚੀਜ਼ ਨੂੰ ਆਪਾਂ ਨੂੰ ਦੇਖਣਾ ਪਊਗਾ ਨਾ ਵੀ ਕੀ ਹਰ ਇੱਕ ਇਨਸਾਨ ਇੱਕ ਉਹਨੂੰ ਕੀ ਉਸ ਨੂੰ ਹੱਕ ਹੈਗਾ ਆਪਣੀ ਜ਼ਿੰਦਗੀ ਖੁਦ ਉਲੀਕਣ ਦਾ। ਹੁਣ ਪਹਿਲਾਂ ਇੱਥੇ ਸਟਰਗਲ ਹੋਣੀ ਸ਼ੁਰੂ ਹੋ ਜਾਣੀ ਆ ਆਪਣੇ ਕਲਚਰ 'ਚ। ਗੋਰਿਆਂ ਦੇ ਕਲਚਰ 'ਚ ਨਹੀਂਗਾ, ਕਿਉਂਕਿ ਉਹਨਾਂ ਨੇ ਡੈਮੋਕ੍ਰੇਸੀ ਨੂੰ ਬਹੁਤ ਕਲੋਜ਼ਲੀ ਦੇਖਿਆ। ਆਪਣੇ ਇਸ ਚੀਜ਼ ਨੂੰ ਆਪਾਂ ਕਹਿੰਦੇ ਹੈਗੇ ਆ ਵੀ ਡੈਮੋਕ੍ਰੇਸੀ ਆ, ਲੇਕਿਨ ਅਸੀਂ ਮੰਨਦੇ ਨਹੀਂਗੇ ਵੀ ਅਸੀਂ ਡੈਮੋਕ੍ਰੈਟਿਕ ਹਾਂ ਤੇ ਅਸੀਂ ਦੂਜਿਆਂ ਨੂੰ ਹੱਕ ਦੇਣਾ ਆਪਣੀ ਜ਼ਿੰਦਗੀ ਉਲੀਕਣ ਦਾ। ਅਸੀਂ ਕਹਿੰਦੇ ਹਾਂ ਵੀ ਸਾਡੀ ਜਿਹੜੀ ਸੋਚ ਆ ਉਹਦੇ ਤੇ ਤੂੰ ਪਹਿਰਾ ਦੇ ਦੇ, ਅਸੀਂ ਆਲਰੇਡੀ ਜਾਣੀ ਐਕਸਪੀਰੀਅੰਸ ਕੀਤਾ ਹੋਇਆ, ਸਾਨੂੰ ਪਤਾ, ਤੂੰ ਇਹਨੂੰ ਫਾਲੋ ਕਰ ਲਾ, ਲਾਈਫ ਇਜ਼ ਫਾਈਨ।
ਅੱਜ ਕੱਲ ਜਿਹੜਾ ਵਿਚਾਰ ਵਟਾਂਦਰਾ ਹੋ ਰਿਹਾ, ਜਿਹੜਾ ਬੱਚਿਆਂ ਦੇ ਨਾਲ ਜਿਹੜਾ ਡਿਸਐਗਰੀਮੈਂਟ ਮਾਪਿਆਂ ਦਾ ਹੋ ਰਿਹਾ, ਉਹ ਐਸ ਚੋਇਸ ਤੇ ਹੋ ਰਿਹਾ। ਉਹ ਕਹਿੰਦੇ ਆ ਵੀ ਨਾ, ਅਸੀਂ ਕਨਵਿੰਸ ਨਹੀਂ ਹੋਏ ਜਿਹੜਾ ਕੁਝ ਤੁਸੀਂ ਸਾਨੂੰ ਕਹਿ ਰਹੇ ਹੋ ਜੀ। ਔਰ ਉਸ ਕਨਵਿੰਸ ਕਰਨ ਦੇ ਚੱਕਰ ਦੇ ਵਿੱਚ ਇੱਕ ਐਸਾ ਵਿਸ਼ਵ ਸਰਕਲ ਆਪਣੇ ਘਰਾਂ 'ਚ ਚੱਲਦਾ। ਮਾਪੇ ਉਹੀ ਚੀਜ਼ ਬਾਰ-ਬਾਰ ਬੋਲਦੇ ਆ, ਬੱਚੇ ਉਸ ਚੀਜ਼ ਨੂੰ ਕਿੰਤੂ ਕਰਦੇ ਆ, ਮਾਪੇ ਫੇਰ ਬੋਲਦੇ ਆ, ਬੱਚੇ ਫੇਰ ਉਹਨੂੰ ਕਿੰਤੂ ਕਰਦੇ ਆ, ਮਾਪਿਆਂ ਨੂੰ ਗੁੱਸਾ ਆਉਂਦਾ, ਬੱਚਿਆਂ ਨੂੰ ਗੁੱਸਾ ਆਉਂਦਾ, ਤੇ ਇੱਕ ਕਿਸਮ ਦਾ ਉਹਨਾਂ ਦਾ ਰਿਸ਼ਤਾ ਹੀ ਟੁੱਟਣ ਤੇ ਚਲੇ ਜਾਂਦਾ। ਜੀ ਜੀ। ਆਹ ਤਾਂ ਇੱਕ ਪਹਿਲੀ ਪ੍ਰੋਬਲਮ ਆ ਜਾਂਦੀ ਆ। ਹੁਣ ਜੇ ਮਾਪੇ ਇਹ ਸਮਝ ਲੈਣ ਵੀ ਓਕੇ, ਸਾਡੇ ਬੱਚੇ ਦੀ ਕਿਹੜੀਆਂ ਅੱਛਾਈਆਂ, ਕਿਹੜੀਆਂ ਕਮਜ਼ੋਰੀਆਂ, ਤੇ ਅਸੀਂ ਉਹਨੂੰ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਦੇਖਣਾ, ਜਿਹੜੀਆਂ ਉਹਦੀਆਂ ਅੱਛਾਈਆਂ ਕੀ, ਅਸੀਂ ਉਹਨਾਂ ਨੂੰ ਹੋਰ ਵਧੀਆ ਕਰਕੇ ਉਹਨੂੰ ਪੈਰਾਂ ਤੇ ਖੜਾ ਕਰ ਸਕਦੇ ਹਾਂ। ਜੀ। ਉਹ ਕਿਸੇ ਤਰੀਕੇ ਨਾਲ ਵੀ ਪੈਰਾਂ ਤੇ ਖੜਾ ਹੋ ਸਕਦਾ। ਕੋਈ ਜ਼ਰੂਰੀ ਨਹੀਂਗਾ ਬਈ ਉਹਨੇ ਉਹੀ ਕੁਛ ਹੀ ਤੁਹਾਡੇ, ਜਿਹੜਾ ਕੋਈ ਤੁਹਾਡੇ ਦਿਮਾਗ 'ਚ ਆ ਉਹੀ ਕੁਛ ਹੋਵੇ। ਅੱਛਾ, ਇਹ ਇੱਕ ਆਪਣੇ ਇਹ ਵੀ ਬੜੀ ਵੱਡੀ ਹੈਗਾ ਕਿ ਜੇ ਕਿਸੇ ਦਾ ਬਿਜ਼ਨਸ ਚੱਲਦਾ, ਉਹ ਚਾਹੁੰਦਾ ਕਿ ਮੇਰੇ ਬੱਚੇ ਉਸੇ ਬਿਜ਼ਨਸ 'ਚ ਹੀ ਆ ਜਾਣ। ਹੁਣ ਕਈ ਵਾਰੀ ਉਹਨਾਂ ਬੱਚਿਆਂ ਦਾ ਜੀ ਨਹੀਂ ਕਰਦਾ ਉਸ ਬਿਜ਼ਨਸ 'ਚ। ਜੀ ਬਿਲਕੁਲ। ਹੁਣ ਤੁਸੀਂ ਮਤਲਬ ਕਿ ਉਹ ਚੀਜ਼ ਕ੍ਰੀਏਟ ਕਰ ਲਈ, ਕਿਉਂਕਿ ਤੁਹਾਡੇ ਦਿਮਾਗ ਨੇ ਇੱਕ ਸਟੱਕ ਕਰ ਲਿਆ ਆਈਡੀਆ ਕਿ ਮੇਰੇ ਬੱਚੇ ਮੈਨੂੰ ਸਪੋਰਟ ਕਰਨ ਮੇਰੇ ਬਿਜ਼ਨਸ 'ਚ, ਮੈਂ ਇੱਥੋਂ ਤੱਕ ਲੈ ਆਂਦਾ, ਹੁਣ ਇਹ ਅੱਗੇ ਲੈ ਜਾਣ। ਹੁਣ ਜੇ ਤਾਂ ਉਹ ਅੱਗੇ ਲੈ ਜਾਂਦੇ ਆ ਔਰ ਉਹਨਾਂ ਦਾ ਇੰਟਰਸਟ ਹੈਗਾ, ਫਿਰ ਤਾਂ ਵੈਲ ਐਂਡ ਗੁੱਡ। ਅਗਰ ਉਹ ਨਹੀਂ ਲੈ ਜਾਂਦੇ, ਪ੍ਰੋਬਲਮ ਉਹ ਵਾਲੀ ਆ। ਹੁਣ ਮੈਂ ਆਪਣੇ ਆਪ ਨੂੰ ਸਮਝਿਆ ਨਹੀਂ ਕਿ ਦੂਸਰੇ ਨੂੰ ਮੈਨੂੰ ਇਹ ਚੋਇਸ ਦੇਣੀ ਚਾਹੀਦੀ ਆ ਕਿ ਉਹਨੇ ਮੇਰੇ ਨਾਲ ਕੰਮ ਕਰਨਾ ਕਿ ਨਹੀਂ। ਹੁਣ ਜੇ ਮੈਂ ਇਸ ਚੀਜ਼ ਨੂੰ ਆਪਣੇ ਆਪ 'ਚ ਨਹੀਂ ਸਮਝਿਆ, ਹੁਣ ਮੇਰੀ ਲੜਾਈ ਹੋਣੀ ਸ਼ੁਰੂ ਹੋ ਜਾਊਗੀ ਸਾਡੇ ਘਰ। ਸੋ ਜਿਹੜੀ ਬੱਚਿਆਂ ਦਾ ਜਿਹੜਾ ਰਿਸ਼ਤਾ, ਉਹ ਮੈਨੂੰ ਜਿੱਥੋਂ ਤੱਕ ਲੱਗਦਾ ਆਪਾਂ ਇਸ ਚੀਜ਼ ਤੇ ਹੈਗੇ ਆ ਕਿ ਮੈਨੂੰ ਪਤਾ ਬੱਚੇ ਮੰਨ ਲੈਣ। ਇੱਕ ਤਾਂ ਇਹ ਪਹਿਲਾ ਜਿਹੜਾ ਮੇਨ ਪੁਆਇੰਟ ਆ, ਇੱਕ ਇਹ ਮੇਰਾ ਖਿਆਲ 'ਚ ਇਹ ਆਪਾਂ ਨੂੰ ਖਰਾਬ ਕਰਦਾ। ਬਿਲਕੁਲ ਬਲਦੇਵ ਜੀ, ਤੁਸੀਂ ਆਪਾਂ ਜੇ ਗੱਲ ਕਰੀਏ ਤਾਂ ਇਹਦੇ 'ਚ ਮੋਹ ਦਾ ਵੀ ਜਿਹੜਾ ਫੈਕਟਰ ਉਹ ਵੀ ਆ ਜਾਂਦਾ ਹੈਗਾ। ਬਿਲਕੁਲ। ਕਿਉਂਕਿ ਜੇ ਹੁਣ ਮੇਰੇ ਕੋਲੇ ਪ੍ਰੋਪਰਟੀ ਆ, ਲੈਟਸ ਸੇ ਕੋਈ ਡਾਕਟਰ ਹੈਗਾ, ਉਹਦਾ ਹਸਪੀਟਲ ਬਣਾਇਆ, ਹੁਣ ਉਹਦਾ ਦਿਲ ਨਹੀਂ ਕਰਨਾ ਕਿ ਉਹ ਹਸਪੀਟਲ ਕਿਸੇ ਨੂੰ ਡੋਨੇਟ ਕਰ ਦੇਵੇ, ਕਿਉਂਕਿ ਉਹਦਾ ਬੱਚਾ ਤਾਂ ਪੋਇਟ ਬਣਨਾ ਚਾਹੁੰਦਾ। ਦੈਟਸ ਰਾਈਟ। ਪਰ ਉਹ ਚਾਹੁੰਦਾ ਕਿ ਇਹ ਮੇਰੀ ਜਿਹੜੀ ਪ੍ਰੋਪਰਟੀ ਹੈਗੀ ਆ, ਹੁਣ ਉਹ ਮੋਹ ਆ ਸਾਰਾ ਕੁਛ, ਇਹ ਸਾਰੀਆਂ ਮੋਹ ਦੀਆਂ ਨਿਸ਼ਾਨੀਆਂ ਕਿ ਇਹ ਸਾਂਭ ਲਵੇ। ਬਿਲਕੁਲ। ਪਰ ਉਹ ਬੱਚਾ ਨਹੀਂ ਸਾਂਭਣਾ ਚਾਹੁੰਦਾ, ਤਾਂ ਫਿਰ ਉਹ ਧੱਕੇ ਨਾਲ ਬਣਾਇਆ ਡਾਕਟਰ। ਫਿਰ ਉਹ ਕੀ ਲੋਕਾਂ ਦਾ ਇਲਾਜ ਕਰੂਗਾ ਜਦੋਂ ਉਹਦੀ ਰੂਹ ਹੀ ਨਹੀਂ ਕਰਦੀ ਕਿ ਉਹ ਡਾਕਟਰ ਬਣਨ ਨੂੰ। ਪਰ ਉਹ ਪ੍ਰੋਪਰਟੀ ਕਰਕੇ ਜਾਂ ਉਹਦੀ ਜਿਹੜੀ ਉਹ ਸਟੇਟਸ ਕਰਕੇ ਉਹ ਕਹਿੰਦਾ ਵੀ ਨਹੀਂ, ਫਾਦਰ ਕਹਿੰਦਾ ਵੀ ਨਹੀਂ, ਤੂੰ ਇੱਧਰਲੇ ਫੀਲਡ 'ਚ ਹੀ ਆ। ਸੋ ਇਹਦਾ ਆਪਾਂ ਇੱਕ ਐਗਜ਼ਾਮਪਲ ਲਈ ਆ। ਸੋ ਇਸ ਤਰ੍ਹਾਂ ਹੋਰ ਬਹੁਤ ਸਾਰੇ ਕਿੱਤੇ ਹੈਗੇ ਆ, ਹੋਰ ਬਹੁਤ ਸਾਰੇ ਪ੍ਰੋਫੈਸ਼ਨ ਹੈਗੇ ਆ ਜਿਹਦੇ 'ਚ ਬੱਚੇ ਨਹੀਂ ਜਾਣਾ ਚਾਹੁੰਦੇ, ਪਰ ਪੇਰੈਂਟਸ ਉਹਨਾਂ ਨੂੰ ਕਹਿੰਦੇ ਵੀ ਨਹੀਂ ਤੂੰ ਆਹੀ ਕਰ, ਤੇ ਫਿਰ ਉਹ ਬੱਧੀ ਰੁੱਧੀ ਦੇ ਕਰਦੇ ਆ, ਅਤੇ ਮੁੜ ਕੇ ਉਹ ਉਹਦੇ 'ਚ ਕਾਮਯਾਬ ਨਹੀਂ ਹੁੰਦੇ। ਬੱਚਿਆਂ ਦੀ ਅਤੇ ਮਾਪਿਆਂ ਦੇ ਜਿਹੜੇ ਸੰਬੰਧ ਹੈਗੇ ਆ, ਉਹਦੇ 'ਚ ਆਪਾਂ ਇੱਕ ਮੋਹ ਦਾ ਫੈਕਟਰ ਉਹਦੀ ਗੱਲ ਕੀਤੀ ਸੀ ਕਿ ਜਿਹੜਾ ਇੱਕ ਜਦੋਂ ਆਪਾਂ ਪਿਆਰ ਨਹੀਂ ਕਰਦੇ, ਮੋਹ ਦੇ ਵਿੱਚ ਹੁੰਦੇ ਆ, ਤਾਂ ਉਦੋਂ ਫਿਰ ਜਿਹੜਾ ਸਾਰਾ ਕੁਛ ਕਈ ਵਾਰੀ ਆਪਾਂ ਜਿਹੜੇ ਡਿਸੀਜ਼ਨਸ ਆ ਆਪਣੇ ਗਲਤ ਹੋ ਜਾਂਦੇ ਆ, ਅਤੇ ਉਹ ਬੱਚਿਆਂ ਨਾਲ ਰਿਸ਼ਤਾ ਵੀ ਆਪਣਾ ਜਿਹੜਾ ਉਹ ਖਰਾਬ ਹੋ ਜਾਂਦਾ ਹੈਗਾ। ਹੋਰ ਕਿਹੜੇ ਫੈਕਟਰ ਕੰਮ ਕਰਦੇ ਆ ਪੇਰੈਂਟਸ ਅਤੇ ਕਿਡਸ ਦੇ ਵਿੱਚ? ਕਿਉਂਕਿ ਅੱਜ ਆਪਣਾ ਟੌਪਿਕ ਬਹੁਤ ਜ਼ਿਆਦਾ ਆਪਣਾ ਸੈਲਫ ਦੇ ਉੱਤੇ ਰਿਫਲੈਕਸ਼ਨ ਆ। ਸੋ ਐਜ਼ ਏ ਘਰ ਦੇ ਵਿੱਚ ਵੱਡੇ ਹੋਣ ਦੇ ਨਾਤੇ, ਫਾਦਰ ਹੋਣ ਦੇ ਨਾਤੇ ਜਾਂ ਮਦਰ ਹੋਣ ਦੇ ਨਾਤੇ, ਸਾਡੇ ਇੱਕ ਖਾਸ ਸੋਚ 'ਚ ਅਸੀਂ ਸਟੱਕ ਹੋ ਜਾਂਦੇ ਹਾਂ। ਪੱਛਮੀ ਸੱਭਿਅਤਾ ਦੇ ਵਿੱਚ ਇਹਨਾਂ ਨੂੰ ਸਟੱਕ ਹੋਣਾ ਨਹੀਂ ਸਿਖਾਇਆ ਗਿਆ, ਸਾਨੂੰ ਸਟੱਕ ਹੋਣਾ ਸਿਖਾਇਆ ਗਿਆ, ਕਿਉਂਕਿ ਅਸੀਂ ਜਿਹੜੀ ਸਾਡੀ ਸੁਸਾਇਟੀ ਹੈ, ਜਿਹੜੀ ਸਾਡੀ ਸਾਰੀ ਸਿਵਲਾਈਜੇਸ਼ਨ ਆ ਜੀ, ਉਹ ਟ੍ਰੈਡੀਸ਼ਨ ਤੇ ਬੇਸਡ ਆ। ਇਹਨਾਂ ਨੇ ਆਪਣੇ ਟ੍ਰੈਡੀਸ਼ਨਸ ਪਾਸੇ ਕਰਕੇ ਰੱਖਤੇ, ਜਾਣੀ ਵੈਸਟਰਨ ਸਿਵਲਾਈਜੇਸ਼ਨ ਨੇ ਟ੍ਰੈਡੀਸ਼ਨ ਤੇ ਰਿਚੁਅਲਸ ਨੂੰ ਪਾਸੇ ਕਰਕੇ ਰੱਖਤਾ। ਜੀ। ਅਸੀਂ ਕੀ ਕੀਤਾ ਕਿ ਅਸੀਂ ਆਪਣੀਆਂ ਟ੍ਰੈਡੀਸ਼ਨਸ ਨੂੰ, ਜਿਹੜੀਆਂ ਰਵਾਇਤਾਂ ਸਾਡੀਆਂ ਸੀ ਔਰ ਜਿਹੜੇ ਸਾਡੇ ਰਿਚੁਅਲਸ ਸੀਗੇ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜ ਕੇ ਰੱਖ ਲਿਆ। ਜੀ। ਸਾਡੀ ਸਾਰੀ ਸੋਚ ਟ੍ਰੈਡੀਸ਼ਨ ਤੇ ਰਵਾਇਤਾਂ ਤੇ ਬੇਸਡ ਆ। ਜੀ ਬਿਲਕੁਲ। ਅਸੀਂ ਉਹਨਾਂ ਰਵਾਇਤਾਂ ਨੂੰ ਪਕੜ ਕੇ ਰੱਖਿਆ ਹੋਇਆ, ਔਰ ਹਰ ਇੱਕ ਨੌਜਵਾਨ ਪੀੜ੍ਹੀ ਉਹਨਾਂ ਟ੍ਰੈਡੀਸ਼ਨ ਤੇ ਰਵਾਇਤਾਂ ਨੂੰ ਚੈਲੰਜ ਕਰਦੀ ਆ। ਅਸੀਂ ਉਹਨਾਂ ਦੇ ਚੈਲੰਜ ਨੂੰ ਕਬੂਲ ਨਹੀਂ ਕਰਦੇ, ਅਸੀਂ ਉਹਨਾਂ ਤੇ ਕੋਈ ਗੋਸ਼ਟੀ ਨਹੀਂ ਕਰਦੇ, ਅਸੀਂ ਕੋਈ ਵਿਚਾਰ ਵਟਾਂਦਰਾ ਨਹੀਂ ਕਰਦੇ, ਅਸੀਂ ਉਸ ਸੁਸਾਇਟੀ ਨੂੰ ਚੇਂਜ ਕਰਨ ਦੀ ਜੱਦੋ ਜਹਿਦ ਨਹੀਂ ਕਰਦੇ। ਅਸੀਂ ਕੀ ਕਰਦੇ ਹਾਂ ਕਿ ਅਸੀਂ ਸਾਰੀ
ਸਿਵਲਾਈਜੇਸ਼ਨ ਨੂੰ ਅਸੀਂ ਮਰੋੜ ਕੇ ਵਾਪਸ ਲਿਆ ਕੇ ਉਸੇ ਟ੍ਰੈਡੀਸ਼ਨ ਦੇ ਵਿੱਚ ਪਾ ਦਿੰਨੇ ਆ। ਅਸੀਂ ਕਹਿੰਦੇ ਆ ਵੀ ਇਹ ਤਾਂ ਪਿਛਲੇ 5000 ਸਾਲ ਤੋਂ ਆਏ ਹੋਏ ਹੁੰਦਾ ਆ ਰਿਹਾ। ਇਸੇ ਕਰਕੇ ਜਿਹੜੀ ਟ੍ਰੈਜਡੀ ਆ, ਉਹ ਟ੍ਰੈਜਡੀ ਇਹ ਆ ਕਿ ਆਪਣੀਆਂ ਜਿਹੜੀਆਂ ਰਵਾਇਤਾਂ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਮਾੜੀਆਂ, ਅਸੀਂ ਉਹਨਾਂ ਨੂੰ ਛੱਡਿਆ ਨਹੀਂ। ਮਿਸਾਲ ਦੇ ਤੌਰ ਤੇ ਅਸੀਂ ਕੈਨੇਡਾ ਆ ਕੇ ਵੀ ਉਹਨਾਂ ਰਵਾਇਤਾਂ ਨੂੰ ਨਹੀਂ ਛੱਡਿਆ ਜੀ। ਜਿਹੜੀਆਂ ਚੀਜ਼ਾਂ ਤੋਂ ਸਾਨੂੰ ਬੈਕ ਹੋਮ ਪ੍ਰੋਬਲਮਸ ਸੀਗੀਆਂ, ਅਸੀਂ ਉਹਨਾਂ ਨੂੰ ਇੱਥੇ ਕੰਟੀਨਿਊ ਰੱਖਿਆ ਜੀ, ਬਿਲਕੁਲ ਰਾਈਟ। ਸੋ ਇਹਦਾ ਮਤਲਬ ਜਿਹੜੀਆਂ ਜਦੋਂ ਆਪਾਂ ਸੈਲਫ ਦੀ ਗੱਲ ਕਰਨੀ ਆ ਤਾਂ ਉਹ ਸੈਲਫ ਦੇ ਵਿੱਚ ਅਗਰ ਮੈਨੂੰ ਲੱਗਿਆ ਵੀ ਜਿਹੜਾ ਦਾਜ ਦਹੇਜ ਆ ਇਹ ਮਾੜਾ, ਔਰ ਜਵਾਨੀ ਦੇ ਵਿੱਚ ਮੈਨੂੰ ਮਤਲਬ ਕਿ ਬਹੁਤ ਹੀ ਬੁਰਾ ਲੱਗਦਾ ਸੀਗਾ, ਜਦੋਂ ਮੇਰੇ ਬੱਚੇ ਹੋਣੇ ਆ ਮੈਂ ਉਸ ਦੇ ਨਾਲ ਉਹਨਾਂ ਰਿਚੁਅਲਸ ਤੇ ਉਹਨਾਂ ਟ੍ਰੈਡੀਸ਼ਨ ਦੇ ਵਿੱਚ ਫਸ ਕੇ ਰਹਿ ਜਾਣਾ ਤੇ ਮੈਂ ਵੀ ਉਸੇ ਚੀਜ਼ ਦਾ ਹੀ ਕਰਨਾ ਸ਼ੁਰੂ ਕਰ ਦੇਣਾ। ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਕਿ ਰਿਚੁਅਲ ਤੇ ਟ੍ਰੈਡੀਸ਼ਨ ਦੇ ਅਗੇਂਸਟ ਖੜ ਕੇ ਸਟੈਂਡ ਲੈ ਸਕਦੇ ਆ, ਵਰਨਾ ਆਪਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਕਿ ਵੱਡੇ ਕਹਿੰਦੇ ਕਹਾਉਂਦੇ ਬੰਦੇ ਵੀ ਟੁੱਟ ਕੇ ਰਿਚੁਅਲ ਤੇ ਟ੍ਰੈਡੀਸ਼ਨ 'ਚ ਫਸ ਗਏ। ਜੀ ਬਿਲਕੁਲ। ਇੱਥੇ ਕੈਨੇਡਾ ਦੇ ਵਿੱਚ ਇਹਦੀ ਬਹੁਤ ਵੱਡੀ ਪ੍ਰੋਬਲਮ ਆ, ਕਿਉਂਕਿ ਬੱਚੇ ਦੇ ਨਾਲ ਤੁਹਾਡਾ ਰਿਸ਼ਤਾ ਬਣ ਹੀ ਨਹੀਂ ਸਕਦਾ, ਕਿਉਂਕਿ ਇੱਥੇ ਕੋਈ ਵੀ ਬੱਚਾ ਉਹਨਾਂ ਟ੍ਰੈਡੀਸ਼ਨਸ ਨੂੰ ਤੇ ਰਿਚੁਅਲਸ ਨੂੰ ਐਕਸੈਪਟ ਨਹੀਂ ਕਰਦਾ, ਉਹ ਚੈਲੰਜ ਕਰਦਾ। ਜੀ, ਵੈਸੇ ਜੇ ਦੇਖਿਆ ਜਾਵੇ ਬਲਦੇਵ ਜੀ, ਜਿਵੇਂ ਆਪਣੀ ਸੱਭਿਅਤਾ ਹੈਗੀ ਆ ਜਾਂ ਆਪਾਂ ਆਪਣਾ ਕਲਚਰ ਕਹਿੰਦੇ ਆ ਜਿਹਨੂੰ, ਉਹਦੇ 'ਚ ਜਿਹੜੇ ਕੁਛ ਕੁ ਟ੍ਰੈਡੀਸ਼ਨ ਹੈਗੀ ਆ ਉਹਨਾਂ ਦੀ ਜਦੋਂ ਬੈਕ ਅੱਜ ਤੋਂ ਚਾਹੇ 1000 ਸਾਲ ਪਹਿਲਾਂ ਜਾਂ 500 ਸਾਲ ਪਹਿਲਾਂ ਜੇ ਉਹ ਕੀਤੇ ਜਾਂਦੇ ਸੀ ਤਾਂ ਉਹਨਾਂ ਦਾ ਕੋਈ ਲੌਜਿਕ ਸੀਗਾ, ਉਹਨਾਂ ਦਾ ਕੋਈ ਮਕਸਦ ਸੀਗਾ, ਉਹ ਹੌਲੀ ਹੌਲੀ ਉਹ ਟ੍ਰੈਡੀਸ਼ਨ ਬਣ ਗਏ। ਪਰ ਸਾਨੂੰ ਜੇ ਅਸੀਂ ਨੌਜਵਾਨ ਪੀੜ੍ਹੀ ਨੂੰ ਉਹ ਅਗਾਂਹ ਦੇਣੇ ਆ ਉਹ ਜਿਹੜੀਆਂ ਸਿੱਖਿਆਵਾਂ ਜਾਂ ਟ੍ਰੈਡੀਸ਼ਨ ਜਿਹੜੇ ਗੁੱਡ ਵਨ ਹੈਗੇ ਆ, ਸੋ ਉਹਦੇ 'ਚ ਸਾਨੂੰ ਲੌਜਿਕ ਤਾਂ ਨਹੀਂ ਪਤਾ ਹੁੰਦਾ ਕਿ ਵੀ ਅਸੀਂ ਇਹ ਕਿਉਂ ਕਰ ਰਹੇ ਹਾਂ। ਬਿਲਕੁਲ। ਅਸੀਂ ਕੀ ਕਰਦੇ ਹਾਂ ਕਿ ਅਸੀਂ ਉਹਨਾਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਹੀਂ ਇੱਦਾਂ ਹੀ ਹੁੰਦਾ, ਤੁਹਾਨੂੰ ਇੱਦਾਂ ਹੀ ਕਰਨਾ ਪੈਣਾ। ਸੋ ਜੇ ਆਪਾਂ ਐਜੂਕੇਸ਼ਨ ਵਾਲਾ ਪਾਰਟ ਉਹਦੇ ਵਿੱਚ ਇਨਵੋਲਵ ਕਰਕੇ ਜਿਹੜੇ ਗੁੱਡ ਟ੍ਰੈਡੀਸ਼ਨਸ ਹੈਗੇ ਆ, ਜਾਂ ਆਪਾਂ ਜਿਹਨੂੰ ਆਪਾਂ ਕਲਚਰ ਕਹਿ ਲੈਂਦੇ ਆ, ਜਾਂ ਜਿਹੜੀ ਸਾਡੀ ਸੱਭਿਅਤਾ, ਉਹਨੂੰ ਜੇ ਅਸੀਂ ਮੂਵ ਫਾਰਵਰਡ ਕਰਨਾ ਹੈਗਾ ਤਾਂ ਉਹ ਸਾਨੂੰ ਐਕਸਪਲੇਨੇਸ਼ਨ ਕਰਨ ਵਾਸਤੇ ਸਾਨੂੰ ਉਹਦੇ ਵਾਸਤੇ ਪਹਿਲਾਂ ਉਹ ਨੌਲੇਜ ਲੈਣੀ ਪਊਗੀ ਵੀ ਕਿਉਂ ਹੋ ਰਿਹਾ, ਜਾਂ ਇਹ ਜੇ ਮੈਂ ਆਹ ਚੀਜ਼ ਆਪਦੇ ਬੱਚੇ ਨੂੰ ਦੇ ਰਿਹਾ ਤਾਂ ਮੈਂ ਕਿਉਂ ਦੇ ਰਿਹਾ, ਅਤੇ ਬੱਚੇ ਨੂੰ ਵੀ ਪਤਾ ਹੁੰਦਾ। ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੀ ਅਵੇਅਰਨੈਸ ਜਾਂ ਸਾਨੂੰ ਐਜੂਕੇਸ਼ਨ ਦੀ ਘਾਟ ਆ ਕਿ ਅਸੀਂ ਕਿਉਂ ਕਰ ਰਹੇ ਹਾਂ ਜੀ। ਸੋ ਉਹ ਵੀ ਕਈ ਵਾਰੀ ਬੱਚੇ ਅਤੇ ਪੇਰੈਂਟਸ ਦੇ ਵਿੱਚ ਇੱਕ ਬਾਧਾ ਬਣਦੀ ਹੈਗੀ ਹੈ ਕਿ ਇਹਨਾਂ ਨੂੰ ਪਤਾ ਤਾਂ ਕੁਛ ਹੈ ਨਹੀਂਗਾ, ਐਵੇਂ ਬੋਲੀ ਜਾਂਦੇ ਆ, ਉੱਥੇ ਵੀ ਰਿਲੇਸ਼ਨਸ਼ਿਪ ਖਰਾਬ ਹੁੰਦਾ ਹੈ। ਬਿਲਕੁਲ। ਸੋ ਇਹਦਾ ਮੈਂ ਇਹਨੂੰ ਕੁਛ ਇਸ ਤਰੀਕੇ ਨਾਲ ਵੀ ਦੇਖਦਾ ਕਿ ਆਪਣੀਆਂ ਕਮਜ਼ੋਰੀਆਂ ਕੀ ਆ। ਆਪਣੀ ਇੱਕ ਵੱਡੀ ਕਮਜ਼ੋਰੀ ਸੈਲਫ ਦੀ ਇਹ ਆ ਕਿ ਅਸੀਂ ਓਪਨਨੈਸ ਅਖਤਿਆਰ ਨਹੀਂ ਕੀਤੀ, ਅਸੀਂ ਵਿਚਾਰਾਂ ਨੂੰ ਖੋਲ੍ਹ ਕੇ ਨਹੀਂ ਰੱਖਿਆ, ਅਸੀਂ ਫਿਰਾਖ ਦਿਲ ਨਹੀਂ ਗਏ, ਅਸੀਂ ਡਾਇਵਰਸਿਟੀ ਆਫ ਵਿਊਜ਼ ਨੂੰ ਅਪਣਾਉਣਾ ਨਹੀਂ ਚਾਹੁੰਦੇ, ਕੋਖਣਾ ਨਹੀਂ ਚਾਹੁੰਦੇ, ਪਰਖਣਾ ਨਹੀਂ ਚਾਹੁੰਦੇ। ਅਸੀਂ ਜਿੰਨਾ ਸਿੱਖਿਆ ਅਸੀਂ ਉਹਨੂੰ ਸੰਪੂਰਨ ਗਿਆਨ ਸਮਝ ਕੇ ਦਰਵਾਜ਼ੇ ਬੰਦ ਕੀਤੇ ਹੋਏ ਆ ਦਿਮਾਗ ਦੇ। ਉਹ ਜਦੋਂ ਓਪਨਨੈਸ ਨਹੀਂ ਗਈ ਆਪਣੀ, ਇਹਦਾ ਮਤਲਬ ਮੇਰੀ ਸੈਲਫ, ਜਦੋਂ ਮੈਂ ਤੁਸੀਂ ਪੜਚੋਲ ਦੀ ਗੱਲ ਕੀਤੀ ਆ, ਜੇ ਮੈਂ ਓਪਨ ਨਹੀਂ ਗਾ ਤਾਂ ਹੁਣ ਜੇ ਮੇਰਾ ਬੱਚਾ ਮੈਨੂੰ ਕੋਈ ਕਿੰਤੂ ਪਰੰਤੂ ਕਰਦਾ ਤਾਂ ਮੈਂ ਉਸ ਦਾ ਕਿੰਤੂ ਪਰੰਤੂ ਲੈਣਾ ਹੀ ਨਹੀਂਗਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਆਪਾਂ ਪਿੱਛੇ ਜਾਂਦੇ ਹਾਂ, ਜਦੋਂ ਆਪਾਂ ਆਪਣੇ ਗੁਰੂ ਸਾਹਿਬਾਨ ਨੂੰ ਦੇਖਦੇ ਹਾਂ ਕਿ ਉਹਨਾਂ ਨੇ ਉਸ ਐਗਜ਼ਿਸਟਿੰਗ ਧਰਮ ਦੀਆਂ ਜਿਹੜਾ ਵੀ ਉਸ ਧਰਮ ਸੀਗਾ ਉਹਦੇ ਨਾਲ ਗੋਸ਼ਟੀ ਕੀਤੀ। ਜੇ ਕੋਈ ਸਾਹਮਣੇ ਵਿਦਵਾਨ ਸੀਗਾ, ਚਾਹੇ ਉਹ ਉਹਨਾਂ ਨਾਲ ਸਹਿਮਤ ਸੀ ਚਾਹੇ ਉਹ ਨਹੀਂ ਸੀ, ਉਹ ਬੈਠ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੇ ਉਸ ਟਾਈਮ ਦੇ ਰਿਚੁਅਲਸ ਤੇ ਟ੍ਰੈਡੀਸ਼ਨਸ ਤੇ ਕਿੰਤੂ ਵੀ ਕੀਤਾ। ਰਾਈਟ ਜੀ, ਬਿਲਕੁਲ। ਹੁਣ ਆਪਾਂ ਨਹੀਂ ਕਰ ਸਕਦੇ। ਹੁਣ ਸਾਡੀ ਓਪਨਨੈਸ ਕਿੱਥੇ ਗਈ? ਜੇ ਸਾਡੇ ਗੁਰੂ ਸਾਹਿਬਾਨ ਇਹਨੇ ਓਪਨਨੈਸ ਸੀਗੇ ਕਿ ਉਹਨਾਂ ਨੇ ਉਸ ਜ਼ਮਾਨੇ ਦੇ ਧਰਮ ਦੀਆਂ ਰਿਚੁਅਲਸ ਤੇ ਟ੍ਰੈਡੀਸ਼ਨਸ ਨੂੰ ਕਿੰਤੂ ਕੀਤਾ, ਕੀ ਅਸੀਂ ਆਪਣੇ ਧਰਮ ਦੀਆਂ ਰਿਚੁਅਲਸ ਐਂਡ ਟ੍ਰੈਡੀਸ਼ਨਸ ਨੂੰ ਕਿੰਤੂ ਨਹੀਂ ਕਰ ਸਕਦੇ? ਬਿਲਕੁਲ ਕਰ ਸਕਦੇ, ਕਰ ਸਕਦੇ ਆ ਨਾ, ਬਿਲਕੁਲ ਕਰ ਸਕਦੇ ਹਾਂ, ਉਹ ਕਰ ਨਹੀਂ ਦਿੰਦੇ। ਅਸੀਂ ਕਰਦੇ ਨੇ, ਜਾਂ ਸਾਡਾ ਜਿਹੜਾ ਧਾਰਮਿਕ ਸਿਸਟਮ ਕੁਛ ਇਸ ਤਰ੍ਹਾਂ ਦਾ ਹੋਇਆ ਹੋਇਆ ਕਿ ਉਹ ਸਾਨੂੰ ਉਹ ਕਰਨ ਨਹੀਂ ਦਿੰਦਾ। ਸਾਨੂੰ ਉਹ ਰਿਚੁਅਲਸ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ ਉੱਥੇ ਆ ਕੇ ਬੰਦਾ ਟੁੱਟ ਜਾਂਦਾ, ਬਿਲਕੁਲ, ਤੇ ਉੱਥੇ ਆ ਕੇ ਬੰਦਾ ਹਾਰ ਜਾਂਦਾ, ਫਿਰ ਉਸੇ ਰਿਚੁਅਲਸ ਦੇ ਵਿੱਚ ਜਿਹਦੇ ਤੇ ਉਹ ਸਾਰੀ ਉਮਰ ਕਈ ਵਾਰੀ ਉਹਦੇ ਅਗੇਂਸਟ ਪਹਿਰਾ ਦਿੰਦਾ, ਤੇ ਜਦੋਂ ਆਪਦੇ ਤੇ ਆਉਂਦਾ ਟਾਈਮ ਤੇ ਉਹ ਉਸੇ ਹੌਲੀ ਕਿਤੇ ਨੇ ਉਹ ਐਕਸੈਪਟ ਕਰ ਲੈਂਦਾ ਸਾਰਾ ਕੁਛ। ਸੋ ਜਿਹੜੀ ਓਪਨਨੈਸ ਆ, ਇੱਕ ਵਿਅਕਤੀ ਦੀ ਓਪਨਨੈਸ ਤੋਂ ਪਤਾ ਲੱਗਦਾ ਕਿ ਉਹ ਕਿੰਨਾ
ਨਾ ਕਿ ਵਿਦਵਾਨ ਆ। ਜੀ ਜਿਹੜਾ ਬੰਦੇ ਨੂੰ ਬਾਹਲਾ ਗਿਆਨ ਨਹੀਂ ਹੋਊਗਾ ਉਹ ਕਦੇ ਕਿਸੇ ਹੋਰ ਚੀਜ਼ ਨੂੰ ਐਕਸੈਪਟ ਨਹੀਂ ਕਰੂਗਾ। ਜੀ ਇਹਦਾ ਮਤਲਬ ਗਿਆਨ ਦਾ ਜਾਂ ਸਿਆਣੇਪਣ ਦੀ ਇੱਕ ਨਿਸ਼ਾਨੀ ਇਹ ਵੀ ਆ ਕਿ ਤੁਸੀਂ ਦੂਸਰੇ ਦੇ ਜਿਹੜੇ ਡਿਫਰੈਂਟ ਵਿਊਜ਼ ਆ ਉਹਨਾਂ ਨੂੰ ਕੀ ਉਸੇ ਹਲੀਮੀ ਨਾਲ ਹੀ ਸੁਣਦੇ ਹੋ, ਚਾਹੇ ਉਹ ਤੁਹਾਡੇ ਨਾਲੋਂ ਟੋਟਲੀ ਵੱਖਰੇ ਆ, ਪਰ ਕੀ ਤੁਹਾਡੇ 'ਚ ਇੰਨੀ ਪੇਸ਼ੈਂਸ ਹੈਗੀ ਆ, ਇੰਨੀ ਹਿਊਮਿਲਿਟੀ ਹੈਗੀ ਆ, ਨਿਮਰਤਾ ਹੈਗੀ ਆ ਵੀ ਤੁਸੀਂ ਅਗਲੇ ਦੇ ਵਿਚਾਰਾਂ ਨੂੰ ਸੁਣ ਸਕੋ। ਇਹ ਮੇਰਾ ਖਿਆਲ 'ਚ ਇੱਕ ਨਿਸ਼ਾਨੀ ਹੈਗੀ ਆ ਜਿਹੜੀ ਆਪਣੇ ਸੈਲਫ ਦੇ ਵਿੱਚ ਘਾਟ ਹੋਣ ਕਰਕੇ ਅਸੀਂ ਆਪਣੇ ਬੱਚਿਆਂ ਦੇ ਨਾਲ ਵੀ ਰਿਸ਼ਤਾ ਨਹੀਂ ਕਰਦੇ, ਕਿਉਂਕਿ ਸਾਡੇ 'ਚ ਹਲੀਮੀ ਹੋਈ ਹੈ ਨਹੀਂ ਗੀ ਬੱਚੇ ਦੀ ਗੱਲ ਸੁਣਨ ਨੂੰ। ਜਦੋਂ ਬੱਚਾ ਸਾਨੂੰ ਕੁਝ ਕਹਿੰਦਾ ਅਸੀਂ ਤਾਂ ਆਪਣੇ ਕਲੋਜ਼ ਮਾਈਂਡਡਨੈਸ ਇੰਨੀ ਕਰ ਲੈਂਦੇ ਆ ਕਿ ਬੱਚੇ ਦੀ ਵਿਲੱਖਣ ਗੁਣ ਵਿਲੱਖਣਤਾ ਨੂੰ ਐਕਸੈਪਟ ਕਰਨਾ ਹੀ ਨਹੀਂ ਚਾਹੁੰਦੇ। ਜੀ ਬਿਲਕੁਲ, ਦੂਸਰੇ ਬੰਦੇ ਦੀ ਜਿਹੜੀ ਇੱਕ ਐਕਸੈਪਟੈਂਸ ਆ ਉਹਨੂੰ ਤੁਸੀਂ ਉਹਦੀ ਹੋਂਦ ਨੂੰ ਐਕਸੈਪਟ ਕਰਨਾ ਇਹ ਬਹੁਤ ਵੱਡਾ ਇੱਕ ਚੈਲੰਜ ਹੈਗਾ। ਕੋਈ ਉਹ ਵੀ ਬੰਦਾ ਐਗਜ਼ਿਸਟ ਕਰਦਾ, ਉਹਦੇ ਵੀ ਕੋਈ ਵਿਚਾਰ ਹੋ ਸਕਦੇ ਆ, ਉਹ ਵੀ ਕੁਝ ਸੋਚ ਸਕਦਾ ਜਿਹੜਾ ਮੇਰੇ ਸਾਹਮਣੇ ਬੈਠਾ, ਚਾਹੇ ਉਹ ਬੱਚਾ, ਚਾਹੇ ਉਹ ਵਾਈਫ ਹੈ, ਚਾਹੇ ਉਹ ਪੇਰੈਂਟ ਹੈ, ਕੋਈ ਵੀ ਆ। ਪਰ ਕਈ ਵਾਰੀ ਅਸੀਂ ਇੰਨੇ ਆਪਦੇ ਆਪ ਨੂੰ ਬੰਦ ਕੀਤਾ ਹੁੰਦਾ ਕਿ ਅਸੀਂ ਉਹ ਦੂਜੇ ਬੰਦੇ ਦੀ ਗੱਲ ਨੂੰ ਸੁਣਨਾ ਹੀ ਨਹੀਂ ਚਾਹੁੰਦੇ, ਉੱਥੇ ਵੀ ਰਿਸ਼ਤਾ ਖਰਾਬ ਹੁੰਦਾ। ਬਲਦੇਵ ਜੀ, ਜਿਵੇਂ ਆਪਾਂ ਸੈਲਫ ਦੀ ਗੱਲ ਕਰ ਰਹੇ ਸੀਗੇ, ਤੇ ਉਹਦੇ ਵਿੱਚ ਹਾਂ ਮੇਰੇ ਹਿਸਾਬ ਦੇ ਨਾਲ ਜੀ ਇੱਕ ਬੰਦਾ ਆਪਦੇ ਆਪ ਨਾਲ ਓਨੈਸਟ ਨਹੀਂ ਗਾ ਤਾਂ ਫਿਰ ਵੀ ਉਹਦਾ ਰਿਸ਼ਤਾ ਨਹੀਂ ਆਪਦੇ ਆਪ ਨਾਲ ਬਣ ਸਕਦਾ। ਓਨੈਸਟੀ ਮੇਰੇ ਹਿਸਾਬ ਦੇ ਨਾਲ, ਕਿਉਂਕਿ ਮੈਂ ਆਪਦੇ ਨਾਲ ਹੀ ਇਮਾਨਦਾਰ ਨਹੀਂ ਗਾ। ਬਿਲਕੁਲ। ਹੁਣ ਜਿਹੜਾ ਜੇ ਆਪਾਂ ਸੈਲਫ ਦਾ ਐਨਾਲਿਸਿਸ ਕਰੀਏ ਜੀ, ਜਦੋਂ ਆਪਾਂ ਹਸਬੈਂਡ ਵਾਈਫ ਦੀ ਕੌਨਫਲਿਕਟ ਦੇਖਦੇ ਆ ਤੇ ਹਸਬੈਂਡ ਵਾਈਫ ਦਾ ਡੋਮੀਨੈਂਟ ਡਿਸਐਗਰੀਮੈਂਟ ਕੀ ਹੁੰਦਾ? ਉਹਦਾ ਡੋਮੀਨੈਂਟ ਡਿਸਐਗਰੀਮੈਂਟ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦਾ ਇਹ ਹੁੰਦਾ ਕਿ ਹਸਬੈਂਡ ਵਾਈਫ ਨੂੰ ਚੇਂਜ ਕਰ ਰਿਹਾ ਹੁੰਦਾ ਤੇ ਵਾਈਫ ਹਸਬੈਂਡ ਨੂੰ ਚੇਂਜ ਕਰ ਰਹੀ ਹੁੰਦੀ ਆ ਤੇ ਦੋਨਾਂ ਦੀ ਲੜਾਈ ਹੋ ਜਾਂਦੀ ਆ, ਕਿਉਂਕਿ ਨਾ ਤਾਂ ਹਸਬੈਂਡ ਚੇਂਜ ਹੋਣ ਨੂੰ ਮੰਨਦਾ ਤੇ ਨਾ ਵਾਈਫ ਚੇਂਜ ਹੋਣ ਨੂੰ ਮੰਨਦੀ ਆ। ਸੋ ਇਹਦਾ ਮਤਲਬ ਹੈਗਾ ਕਿ ਅਸੀਂ ਆਪਣੇ ਆਪ ਜੀ ਜਿਹੜੀ ਸਾਡੀ ਹੋਂਦ ਆ ਉਸ ਦੇ ਨਾਲ ਜਿਹੜਾ ਦੂਸਰਾ ਬੰਦਾ ਉਹ ਰਹਿਣਾ ਨਹੀਂ ਚਾਹੁੰਦਾ। ਉਹ ਕਹਿੰਦਾ ਵੀ ਨਹੀਂ, ਮੈਨੂੰ ਨਹੀਂ ਪਸੰਦ ਤੂੰ ਇਹੋ ਜਿਹਾ, ਤੂੰ ਚੇਂਜ ਹੋ, ਕਿਵੇਂ ਦਾ ਹੋਵ, ਜਿਵੇਂ ਮੈਂ ਚਾਹਨਾ। ਰਾਈਟ। ਸੋ ਇਹਦਾ ਮਤਲਬ ਹੈਗਾ ਕਿਉਂਕਿ ਸਾਡਾ ਰਿਲੇਸ਼ਨਸ਼ਿਪ ਨਹੀਂ ਡਿਵੈਲਪ ਹੋਇਆ, ਇਸ ਕਰਕੇ ਅਸੀਂ ਦੂਸਰੇ ਬੰਦੇ ਦੀ ਵਿਲੱਖਣਤਾ ਦੇ ਨਾਲ ਰਹਿ ਨਹੀਂ ਸਕੇ। ਨਾ ਹੀ ਸਾਨੂੰ ਮਾਪਿਆਂ ਨੇ ਸਿੱਖਿਆ ਦਿੱਤੀ ਕਿ ਤੂੰ ਆਪਣੇ ਆਪ ਨੂੰ ਪਛਾਣ। ਹੁਣ ਜੇ ਤੂੰ ਰਾਤ ਦੇ 1 ਵਜੇ ਤੱਕ ਅਖਬਾਰ ਲੈ ਕੇ ਪੜ੍ਹਦਾ, ਕਿ ਵਿਆਹ ਹੋਣ ਦੇ ਬਾਅਦ ਵੀ ਤੂੰ ਰਾਤ ਦੇ 1 ਵਜੇ ਤੱਕ ਅਖਬਾਰ ਲੈ ਕੇ ਪੜ੍ਹੇਗਾ, ਤੇਰੀ ਵਾਈਫ ਹੋ ਸਕਦਾ ਟੋਲਰੇਟ ਕਰ ਲਵੇ, ਪਰ ਕੀ ਤੇਰੇ ਬੱਚੇ ਨਹੀਂ ਸੌਣਾ ਚਾਹਣਗੇ? ਕੀ ਤੂੰ ਫਿਰ ਵੀ 1 ਵਜੇ ਤੱਕ ਅਖਬਾਰ ਪੜ੍ਹੇਗਾ? ਹੁਣ ਜਦੋਂ ਇਹੋ ਜਿਹੀਆਂ ਗੱਲਾਂ ਛੋਟੇ ਹੋਣ ਤੋਂ ਲੈ ਕੇ ਵੱਡੇ ਹੋਣ ਤੱਕ ਕੀਤੀਆਂ ਹੀ ਨਹੀਂ, ਉਹਨੂੰ ਪਤਾ ਹੀ ਨਹੀਂਗਾ ਵੀ ਵਿਆਹਤਾ ਜੀਵਨ 'ਚ ਅਸੀਂ ਕਿਵੇਂ ਰਹਿਣਾ, ਤਾਂ ਆਫਕੋਰਸ ਹਸਬੈਂਡ ਵਾਈਫ ਦੀ ਲੜਾਈ ਹੋ ਜੂਗੀ। ਰਾਈਟ। ਸੋ ਉਸ ਸੈਂਸ ਦੇ ਵਿੱਚ ਜਦੋਂ ਆਪਾਂ ਸੈਲਫ ਦੀ ਗੱਲ ਕਰਦੇ ਹਾਂ, ਉਹ ਹਸਬੈਂਡ ਵਾਈਫ ਦੇ ਵਿੱਚ ਵੀ ਐਂ ਕਰਕੇ ਆ ਜਾਂਦੀ ਆ ਕਿ ਅਸੀਂ ਜਿਹੜੀਆਂ ਸਾਡੇ ਡਿਸਐਗਰੀਮੈਂਟਸ ਆ ਉਹਨੂੰ ਅਸੀਂ ਪਹਿਲਾਂ ਐਕਸੈਪਟ ਕਰਦੇ ਹਾਂ ਵੀ ਸਾਡੇ ਡਿਸਐਗਰੀਮੈਂਟਸ ਆ। ਹੁਣ ਇਹ ਇੱਕ ਵੱਡਾ ਚੈਪਟਰ ਆ ਕਿ ਕੀ ਤੁਸੀਂ ਡਿਸਐਗਰੀਮੈਂਟਸ ਨਾਲ ਰਹਿ ਸਕਦੇ ਹੋ ਕਿ ਨਹੀਂ। ਰਿਸਰਚ ਇਹ ਕਹਿੰਦੀ ਆ ਕਿ ਜਿਹੜੇ ਕਪਲ ਜਦੋਂ ਵਿਆਹ ਹੋਇਆ ਸੀ ਤੇ ਅਖੀਰ ਤੱਕ ਮਰਨ ਤੱਕ ਉਹ ਵਿਆਹੇ ਰਹੇ ਆ, ਉਹਨਾਂ ਦੀ ਕੀ ਵਿਲੱਖਣਤਾ ਸੀ? ਉਹਨਾਂ ਦੀ ਵਿਲੱਖਣਤਾ ਇਹ ਸੀਗੀ ਕਿ ਉਹਨਾਂ ਨੇ ਇੱਕ ਦੂਸਰੇ ਦੀ ਵਿਲੱਖਣਤਾ ਨੂੰ ਐਕਸੈਪਟ ਕੀਤਾ ਵੀ ਇਹ ਆਏਦਾ ਹੀ ਆ, ਦੂਸਰਾ ਬੰਦਾ ਕਹਿੰਦਾ ਮੈਂ ਆਏਦਾ ਹੀ ਆ, ਲੇਕਿਨ ਅਸੀਂ ਫੇਰ ਵੀ ਇਕੱਠੇ ਰਵਾਂਗੇ। ਉਹਨਾਂ ਨੇ ਉਹ ਚੀਜ਼ਾਂ ਲੱਭ ਲੀਆਂ ਕਿ ਸਾਡੀ ਵਿਲੱਖਣਤਾ ਦੇ ਵਿੱਚ ਕਿਹੜੀਆਂ ਚੀਜ਼ਾਂ ਸਾਂਝੀਵਾਲਤਾ ਵਾਲੀਆਂ। ਲੇਕਿਨ ਆਪਣੇ ਕਲਚਰ 'ਚ ਹੁਣ ਇਹ ਕਹਿਣਾ ਬਹੁਤ ਔਖਾ ਹੋ ਗਿਆ ਕਿ ਤੁਸੀਂ ਵਿਲੱਖਣ ਹੋ, ਲੇਕਿਨ ਤੁਸੀਂ ਕੁਝ ਚੀਜ਼ਾਂ ਐਸੀਆਂ ਲੱਭੋ ਜਿਹੜੀਆਂ ਤੁਸੀਂ ਦੋਨੋਂ ਪਸੰਦ ਕਰਦੇ ਹੋ। ਤੇ ਜਿਨ੍ਹਾਂ 'ਚ ਜਿੰਨੀ ਜ਼ਿਆਦਾ ਕੌਨਫਲਿਕਟ ਹੋਊਗੀ ਉਨੀ ਕਹਿਣਗੇ ਸਾਡਾ ਚ ਕੁਝ ਵੀ ਨਹੀਂਗਾ ਸਾਂਝਾ। ਇਹ ਕਿਵੇਂ ਹੋ ਸਕਦਾ ਕਿ ਤੁਹਾਡਾ ਕੁਝ ਵੀ ਨਾ ਸਾਂਝਾ ਹੋਵੇ? ਰੋਟੀ ਖਾਣੀ ਤਾਂ ਸਾਂਝੀ ਹੋ ਸਕਦੀ ਆ। ਜੀ ਬਿਲਕੁਲ। ਗੱਲ ਬਲਦੇਵ ਜੀ ਜਿਵੇਂ ਤੁਸੀਂ ਕੀਤੀ ਹੈ, ਗੱਲ ਪਹਿਚਾਨਣ ਦੀ ਆ ਵੀ ਕੀ ਅਸੀਂ ਪਹਿਚਾਣਦੇ ਹਾਂ ਇੱਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਾਂ ਅਸੀਂ ਇੱਕ ਦੂਜੇ ਤੇ ਕਬਜ਼ਾ ਕਰਦੇ ਹਾਂ ਤੇ ਉਸ ਕਬਜ਼ੇ ਦੇ ਵਿੱਚ ਜਿਹੜੀਆਂ ਆਪਦੀਆਂ ਗੱਲਾਂ ਉਹ ਮਨਵਾਉਣੀਆਂ ਚਾਹੁੰਦੇ ਹਾਂ ਤੇ ਦੂਜੇ ਬੰਦੇ ਨੂੰ ਇਹ ਚੇਂਜ ਕਰਨਾ ਚਾਹੁੰਦੇ ਹਾਂ। ਜਦੋਂ ਇਹ ਸਾਰਾ ਕੁਛ ਜਦੋਂ ਕਬਜ਼ਾ ਬਣ ਗਿਆ, ਜਿਵੇਂ ਕਹਿੰਦੇ ਪਿਆਰ ਜਿਹੜਾ ਉਹ ਪਹਿਚਾਣ ਦਾ ਨਾਂ, ਇੱਕ ਦੂਜੇ ਨੂੰ ਜਾਣਨ ਦਾ ਨਾਂ, ਇੱਕ ਦੂਜੇ ਨੂੰ ਸਮਝਣ ਦਾ ਨਾਂ ਹੈਗਾ, ਕੰਪਰੋਮਾਈਜ਼ ਦਾ ਨਾਂ ਪਿਆਰ ਹੈਗਾ।
ਤੇ ਜੇ ਤੁਸੀਂ ਕਬਜ਼ਾ ਕਰਦੇ ਹੋ ਤਾਂ ਫਿਰ ਉਹਦੇ 'ਚ ਫਿਰ ਮੇਰੀਆਂ ਗੱਲਾਂ ਮੈਂ ਮਨਵਾਉਂਗਾ। ਬਿਲਕੁਲ। ਤਾਂ ਉੱਥੇ ਫਿਰ ਜਿਹੜਾ ਮੈਨੂੰ ਲੱਗਦਾ ਹਸਬੈਂਡ ਵਾਈਫ ਦਾ ਰਿਸ਼ਤਾ ਜਿਹੜਾ ਉਹ ਟੁੱਟੂਗਾ ਹੀ ਟੁੱਟੂਗਾ, ਜਾਂ ਉਹਦੇ 'ਚ ਉਹ ਮਿਠਾਸ ਨਹੀਂ ਰਹੂਗੀ ਜਿਹੜੀ ਕਿ ਇੱਕ ਪਤੀ ਪਤਨੀ ਦੇ ਵਿੱਚ ਜਾਂ ਹਸਬੈਂਡ ਵਾਈਫ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਸੋ ਉਸ ਸੈਂਸ ਦੇ ਵਿੱਚ ਮੈਂ ਇਹ ਕਹਿਣਾ ਕਿ ਜਦੋਂ ਆਪਾਂ ਆਪਣਾ ਰਿਸ਼ਤਿਆਂ ਦੀ ਗੱਲ ਆਉਂਦੀ ਆ ਤੇ ਸਾਨੂੰ ਕੋਈ ਬੰਦਾ ਵੀ ਨਹੀਂ ਸਿਖਾਉਂਦਾ ਜੀ ਕਿ ਵਿਆਹੁਤਾ ਜੀਵਨ 'ਚ ਤੁਸੀਂ ਰਹਿਣਾ ਕਿਵੇਂ ਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਰਪੇਸ਼ ਆਉਣਗੀਆਂ, ਜੀ ਤੁਸੀਂ ਡਿਸੀਜਨ ਕਿਵੇਂ ਕਰੋਗੇ ਜ਼ਿੰਦਗੀ ਦੇ। ਜਾਣੀ ਜਦੋਂ ਤੁਸੀਂ ਵਿਆਹੇ ਗਏ, ਹੁਣ ਤੁਸੀਂ ਇਕੱਲੇ ਇਕੱਲੇ ਡਿਸੀਜਨ ਕਰਦੇ ਸੀ, ਆਲ ਆਫ ਅ ਸਡਨ ਹੁਣ ਦੋ ਬੰਦੇ ਇਕੱਠੇ ਹੋ ਗਏ, ਹੁਣ ਤੁਹਾਡੀ ਜੁਆਇੰਟ ਡਿਸੀਜਨ ਮੇਕਿੰਗ ਆ। ਉਹ ਜੁਆਇੰਟ ਡਿਸੀਜਨ ਮੇਕਿੰਗ ਪਹਿਲਾਂ ਤੁਸੀਂ ਆਪਣੀਆਂ ਪ੍ਰੈਫਰੈਂਸਿਸ ਤੇ ਕਰਦੇ ਸੀ। ਮੈਂ ਇਟਾਲੀਅਨ ਰੈਸਟੋਰੈਂਟ ਲਾਈਕ ਕਰਦਾ, ਮੈਂ ਹੁਣ ਵਿਆਹਿਆ ਗਿਆ, ਹੋ ਸਕਦਾ ਮੇਰੀ ਵਾਈਫ ਇਟਾਲੀਅਨ ਰੈਸਟੋਰੈਂਟ ਪਸੰਦ ਹੀ ਨਾ ਕਰੇ, ਜੀ ਹੁਣ ਮੈਨੂੰ ਕੰਪਰੋਮਾਈਜ਼ ਤਾਂ ਕਰਨਾ ਪਊਗਾ ਨਾ। ਬਿਲਕੁਲ। ਪਰ ਜਿਹੜੇ ਮੈਂ ਦੇਖਿਆ ਕਿ ਜਿਹੜੇ ਵਿਆਹੁਤਾ ਜੀਵਨ ਦੇ ਵਿੱਚ ਕੌਨਫਲਿਕਟ ਹਮੇਸ਼ਾ ਕਾਂਸਟੈਂਟ ਹੁੰਦੀ ਆ, ਨਾ ਤਾਂ ਉਹ ਬੰਦਾ ਛੱਡਣਾ ਚਾਹੁੰਦਾ, ਨਾ ਅਗਲਾ ਬੰਦਾ ਉਹਦੀ ਐਕਸੈਪਟ ਕਰਨਾ ਚਾਹੁੰਦਾ, ਜਾਨੀ ਕੰਪਰੋਮਾਈਜ਼ ਦਾ ਕੋਈ ਸਾਧਨ ਨਹੀਂ ਰਹਿ ਜਾਂਦਾ ਉਹਨਾਂ ਕੌਨਫਲਿਕਟ ਦੇ ਵਿੱਚ, ਤੇ ਐਜ਼ ਏ ਰਿਜ਼ਲਟ ਉਹਨਾਂ 'ਚ ਕੜੱਤਨ ਫੈਲਣੀ ਸ਼ੁਰੂ ਹੁੰਦੀ ਆ। ਜਦੋਂ ਇੱਕ ਵਾਰੀ ਵਿਆਹੁਤਾ ਜੀਵਨ 'ਚ ਕੜੱਤਨ ਫੈਲ ਜੇ, ਫਿਰ ਉਹਨੂੰ ਕੱਢਣਾ ਔਖਾ ਹੋ ਜਾਂਦਾ, ਕਿਉਂਕਿ ਅਗਲਾ ਬੰਦਾ ਆਪਣੀਆਂ ਜਿਹੜੀਆਂ ਉਹਨੂੰ ਲੱਗਦਾ ਵੀ ਮੇਰੇ ਨਾਲ ਵਧੀਕੀਆਂ ਹੋਈਆਂ ਉਹਨਾਂ ਦੇ ਉੱਤੇ ਪੈਰਾ ਦੇਣ ਲੱਗ ਜਾਂਦਾ, ਨਾ ਕਿ ਅੱਛਾਈਆਂ ਦੇ ਉੱਤੇ। ਤੇ ਜੇ ਤੁਸੀਂ ਪੁੱਛੋ, ਜਿਵੇਂ ਤੁਸੀਂ ਪਹਿਲਾਂ ਪੁੱਛਿਆ ਵੀ ਅੱਛਾਈਆਂ ਕਿੰਨੀਆਂ ਕਾ ਤੁਹਾਡੇ ਵਿਆਹੁਤਾ ਜੀਵਨ 'ਚ, ਤੇ ਉਹ ਕਹਿੰਦੇ ਸਾਡੇ ਤਾਂ ਜੀ ਕੋਈ ਵੀ ਅੱਛਾਈ ਨਹੀਂ ਗੀ, ਰਾਈਟ। ਸੋ ਉਸ ਸੈਂਸ ਦੇ ਵਿੱਚ ਤੁਹਾਨੂੰ ਫਿਰ ਉਦੋਂ ਪਤਾ ਲੱਗਦਾ ਵੀ ਓ ਮਾਈ ਗॉड, ਇਹਨਾਂ ਦਾ ਤਾਂ ਵਿਆਹ ਟੁੱਟਣ ਤੇ ਆਇਆ ਹੋਇਆ। ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਜਦੋਂ ਆਪਾਂ ਖਾਸ ਕਰਕੇ ਜਦੋਂ ਆਪਾਂ ਹੁਣ ਇਸ ਰਿਲੇਸ਼ਨਸ਼ਿਪ ਤੇ ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਸੈਲਫ ਦਾ ਐਨਾਲਿਸਿਸ ਕਰਨਾ, ਇਹ ਚੀਜ਼ ਨੂੰ ਸਾਹਮਣੇ ਰੱਖਣਾ ਕਿ ਜਿਹੜਾ ਦੂਸਰਾ ਬੰਦਾ ਸਾਡੀ ਜ਼ਿੰਦਗੀ ਦੇ ਵਿੱਚ ਆ ਰਿਹਾ, ਉਹਦੇ ਹੋ ਸਕਦਾ ਲਾਈਕਸ, ਡਿਸਲਾਈਕਸ, ਪ੍ਰੈਫਰੈਂਸਿਸ, ਵੈਲਿਊਜ਼, ਕਦਰਾਂ ਕੀਮਤਾਂ, ਸਾਰਾ ਕੁਝ ਹੀ ਮੇਰੇ ਨਾਲ ਵਿਲੱਖਣ ਹੋਵੇ। ਮੈਂ ਰਹਿਣਾ ਕਿਵੇਂ ਆ, ਉਸ ਡਿਫਰੈਂਸਿਸ ਦੇ ਨਾਲ ਹੁੰਦੇ ਹੋਏ ਵੀ ਮੈਂ ਕਿਵੇਂ ਵਧੀਆ ਰਹਿ ਸਕਦਾ, ਇਹ ਇੱਕ ਆਰਟ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬੰਦਾ ਜਿੰਨਾ ਜ਼ਿਆਦਾ ਉਹਨੇ ਖੁਦ ਦੀ ਪੜਚੋਲ ਕੀਤੀ ਹੋਊਗੀ, ਉਹਨੇ ਖੁਦ ਦੀ ਆਪਣੀਆਂ ਵੀਕਨੈਸਿਸ ਤੇ ਸਟਰੈਂਥਸ ਨੂੰ ਆਇਡੈਂਟੀਫਾਈ ਕੀਤਾ ਹੋਊਗਾ, ਉਹਨਾਂ ਵਧੀਆ ਤਰੀਕੇ ਨਾਲ ਉਹ ਦੂਸਰੇ ਦੇ ਨਾਲ ਮੋਲਡ ਹੋ ਸਕਦਾ। ਬਿਲਕੁਲ। ਆਪਣੀ ਮੈਂ ਕਹੂੰਗਾ ਕਮਿਊਨਿਟੀ ਦੀ ਬਦਕਿਸਮਤੀ ਹੈ ਕਿ ਇਹੋ ਜਿਹੀਆਂ ਜਿਹੜੀਆਂ ਜਾਂ ਕਲਾਸਿਸ ਕਹਿ ਲਈਏ ਜਾਂ ਇਹੋ ਜਿਹੀ ਐਜੂਕੇਸ਼ਨ ਹੈ ਕਿ ਜਿਹੜੀ ਜਿਵੇਂ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ, ਕਿਤੇ ਇੱਕ ਵਿਚਾਰ ਚਰਚਾ ਨਹੀਂ ਹੁੰਦੀ, ਕਿਤੇ ਗੋਸ਼ਟੀ ਨਹੀਂ ਹੁੰਦੀ, ਕੋਈ ਸੈਮੀਨਾਰ ਨਹੀਂ ਲੱਗਦੇ, ਜੇ ਅਰੇਂਜ ਕੀਤੇ ਵੀ ਜਾਂਦੇ ਆ ਤਾਂ ਉੱਥੇ ਜਿਹੜੀ ਗਿਣਤੀ ਹੁੰਦੀ ਆ ਉਹ ਨਾ ਮਾਤਰ ਹੁੰਦੀ ਆ। ਤਾਂ ਸਾਡੀਆਂ ਜਿਹੜੀਆਂ ਪ੍ਰਾਇਓਰਟੀਜ਼ ਕਈ ਵਾਰੀ ਹੋਰ ਆ ਲਾਈਫ ਦੇ ਵਿੱਚ, ਜਾਂ ਇਹਨਾਂ ਚੀਜ਼ਾਂ ਨੂੰ, ਰਿਸ਼ਤਿਆਂ ਨੂੰ ਅਸੀਂ ਅਹਿਮੀਅਤ ਦੇ ਹੀ ਨਹੀਂ ਰਹੇ, ਅਤੇ ਇਸੇ ਕਰਕੇ ਜਿਹੜੇ ਰਿਸ਼ਤੇ ਹੈਗੇ ਆ ਉਹ ਟੁੱਟ ਰਹੇ ਆ, ਜਾਂ ਸਾਨੂੰ ਉਹਦੇ 'ਚ ਇਹ ਹੁਣ ਇੱਕ ਫੇਰ ਪੇਰੈਂਟਿੰਗ ਦੀ ਗੱਲ ਆ ਜਾਂਦੀ, ਜਾਂ ਸਾਨੂੰ ਸਿਖਾਇਆ ਹੀ ਨਹੀਂ ਗਿਆ, ਜਾਂ ਅਸੀਂ ਬੱਚਿਆਂ ਨੂੰ ਗਾਂਹ ਸਿਖਾ ਨਹੀਂ ਰਹੇਗੇ। ਸੋ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਜਿਹੜੀ ਅਵੇਅਰਨੈਸ ਦੀ ਘਾਟ ਹੈਗੀ ਆ, ਐਜੂਕੇਸ਼ਨ ਦੀ ਘਾਟ ਹੈਗੀ ਆ, ਕਿਉਂਕਿ ਹਰ ਇੱਕ ਚੀਜ਼ ਦਾ ਹੱਲ ਹੈਗਾ, ਹਰ ਇੱਕ ਚੀਜ਼ ਦੀ ਐਜੂਕੇਸ਼ਨ ਹੈਗੀ ਆ। ਸੋ ਰਿਸ਼ਤਿਆਂ ਨੂੰ ਵਧੀਆ ਕਿਵੇਂ ਬਣਾਉਣਾ, ਰਿਸ਼ਤਿਆਂ ਨੂੰ ਮਜ਼ਬੂਤ ਕਿਵੇਂ ਰੱਖਣਾ, ਇਹਦੇ ਬਾਰੇ ਜਿਹੜੇ ਐਜੂਕੇਸ਼ਨ ਦੀ ਘਾਟ ਦਾ ਤੁਸੀਂ ਕਿੰਨਾ ਕੁ ਲੈਂਦੇ ਹੋ ਕਿ ਸਾਨੂੰ ਪਤਾ ਹੀ ਨਹੀਂਗਾ ਵੀ ਅਸੀਂ ਜ਼ਿੰਦਗੀ ਨੂੰ ਜਿਉਣਾ ਕਿਵੇਂ ਆ। ਜੀ, ਇਸ ਕਰਕੇ ਮੇਰੇ ਖਿਆਲ 'ਚ ਕਿਉਂਕਿ ਆਪਣੇ ਕਲਚਰ ਦੇ ਵਿੱਚ ਕਿਸੇ ਨਾ ਕਿਸੇ ਤੌਰ ਤਰੀਕੇ ਨਾਲ, ਚਾਹੇ ਉਹ ਸਰਕਮਸਟਾਂਸਿਸ ਕਰਕੇ ਕਹਿ ਲਓ, ਕਿਸੇ ਵੀ ਰੀਜ਼ਨਸ ਕਰਕੇ ਕਹਿ ਲਓ, ਕਿ ਆਪਣੇ ਕਮਿਊਨਿਟੀ ਦੇ ਵਿੱਚ ਵਿਚਾਰ ਵਟਾਂਦਰਾ ਹੋਣੋਂ ਹਟ ਗਿਆ। ਜੀ, ਅਸੀਂ ਕਿਸੇ ਵੀ ਟੌਪਿਕ 'ਤੇ ਵਿਚਾਰ ਵਟਾਂਦਰਾ ਨਹੀਂ ਕਰਦੇ, ਸਾਡੇ ਉਹ ਇੱਕ ਕਮਿਊਨਿਟੀ ਦੇ ਵਿੱਚ ਇੱਕ ਜਿਉਣ ਦਾ ਹਿੱਸਾ ਨਹੀਂ ਰਹਿ ਗਿਆ। ਉਹਦੇ ਨਾਲ ਕੀ ਹੋਇਆ ਕਿ ਅਸੀਂ ਜਿੰਨਾ ਕੁ ਗਿਆਨ ਸਾਨੂੰ ਵਿਰਸੇ 'ਚ ਮਿਲ ਜਾਂਦਾ, ਅਸੀਂ ਜਦੋਂ ਵੱਡੇ ਹੁੰਦੇ ਹਾਂ ਉਹਨਾਂ ਕੁ ਅਸੀਂ ਸਾਰੀ ਉਮਰ ਉਨੇ ਕੁ ਹੀ ਗਿਆਨ ਨਾਲ ਜਿਉਣ ਦੀ ਕੋਸ਼ਿਸ਼ ਕਰਦੇ ਹਾਂ। ਕਈ ਵਾਰੀ ਅਸੀਂ ਇਕਨੋਮਿਕ ਤੌਰ 'ਤੇ ਸਕਸੈਸਫੁਲ ਹੋ ਜਾਂਦੇ ਹਾਂ ਤਾਂ ਪਰਿਵਾਰਕ ਤੌਰ 'ਤੇ ਅਸੀਂ ਡਿੱਗ ਪੈਂਦੇ ਹਾਂ, ਕਈ ਵਾਰੀ ਅਸੀਂ ਪਰਿਵਾਰਕ ਤੌਰ 'ਤੇ ਬੜੇ ਸਟਰੋਂਗ ਹੁੰਦੇ ਹਾਂ ਤਾਂ ਆਰਥਿਕ ਪੱਖੋਂ ਡਿੱਗ ਪੈਂਦੇ ਹਾਂ, ਕਈ ਵਾਰੀ ਅਸੀਂ ਆਰਥਿਕ ਪੱਖੋਂ ਚੰਗੇ ਹੋ ਜਾਂਦੇ ਹਾਂ ਤਾਂ ਅਸੀਂ ਸਰੀਰਕ ਪੱਖੋਂ, ਸਿਹਤ ਵਾਲੇ ਪੱਖੋਂ ਡਾਊਨ ਹੋ ਜਾਂਦੇ ਹਾਂ, ਕਈ ਵਾਰੀ ਅਸੀਂ ਕਿਸੇ ਹੋਰ ਪੱਖੋਂ ਡਾਊਨ ਹੋ ਜਾਂਦੇ ਆ। ਜਾਣੀ ਇਸ ਤਰ੍ਹਾਂ ਆਪਾਂ ਨੂੰ ਕੋਈ ਨਾ ਕੋਈ ਕਮਜ਼ੋਰੀਆਂ ਐਸੀਆਂ ਮਿਲਣਗੀਆਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀਆਂ ਆਪਣੇ ਸਾਰਿਆਂ ਨੂੰ ਅਸਰ ਕਰਦੀਆਂ। ਲੇਕਿਨ ਉਹਦੀ ਇੱਕ ਘਾਟ ਹੈਗੀ ਆ ਕਿ ਅਸੀਂ
ਲਰਨਿੰਗ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਅਸੀਂ ਕੰਟੀਨਿਊਅਸ ਲਰਨਿੰਗ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਬਈ ਸਾਨੂੰ ਸਿੱਖਣ ਦੀ ਲੋੜ ਆ, ਅਸੀਂ ਸੰਪੂਰਨ ਨਹੀਂ ਗਏ। ਜਿਵੇਂ ਆਪਣੇ ਆਪਣੇ ਉਸ ਪੰਜਾਬ ਦੇ ਵਿੱਚ ਆਉਂਦਾ ਵੀ 16 ਕਲਾਵਾਂ ਸੰਪੂਰਨ ਵਿਅਕਤੀ ਹੋਣਾ ਚਾਹੀਦਾ। ਆਪਾਂ ਉਹਨਾਂ 16 ਕਲਾਵਾਂ ਨੂੰ, ਮੈਨੂੰ ਨਹੀਂ ਲੱਗਦਾ ਕਿ ਆਪਾਂ ਉਹਨਾਂ 16 ਕਲਾਵਾਂ ਨੂੰ ਕਦੇ ਡਿਟੇਲ ਦੇ ਵਿੱਚ ਜਾਣਨ ਦੀ ਵੀ ਕੋਸ਼ਿਸ਼ ਕੀਤੀ ਆ ਕਿ ਪੁਰਾਣੇ ਆਪਣੇ ਜਿਹੜੇ ਬਜ਼ੁਰਗ ਸੀਗੇ ਜਾਂ ਆਪਣੇ ਜਿਹੜੇ ਉਸ ਜ਼ਮਾਨੇ ਦੇ ਥਿੰਕਰ ਸੀ, ਉਹਨਾਂ ਨੇ 16 ਜਿਹੜੀਆਂ ਐਸਪੈਕਟਸ ਆਫ ਹਿਊਮਨ ਬੀਇੰਗ ਦੀਆਂ ਦੱਸੀਆਂ ਵੀ ਉਹਨਾਂ 'ਚ ਕਿਵੇਂ ਆ। ਉਹ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੀ ਗੱਲਬਾਤ ਕਰਨੀ ਸੀ, ਜਿਹੜੀ ਵਿਚਾਰ ਵਟਾਂਦਰਾ ਹੋਣਾ ਸੀ, ਉਹ ਆਪਣਾ ਹੋਇਆ ਨਹੀਂ। ਤੇ ਇਸ ਕਰਕੇ ਜਿਹੜੀ ਉਹ ਕੰਟੀਨਿਊਅਸ ਲਰਨਿੰਗ ਦਾ ਜਿਹੜਾ ਕਨਸੈਪਟ ਸੀਗਾ ਉਹ ਆਪਣੇ ਚੱਲਿਆ ਨਹੀਂ। ਤੇ ਉਹਦੇ ਨਾਲ ਹੋਇਆ ਕੀ ਕਿ ਉਹਦੇ ਨਾਲ ਵੈਕਿਊਮ ਹੋ ਗਿਆ। ਜਿਹੜਾ ਬੰਦਾ ਜਿੰਨੀ ਕੁ ਨੌਲੇਜ ਲੈ ਕੇ ਵੱਡਾ ਹੋ ਕੇ ਵਿਆਹ ਕਰਾ ਲੈਂਦਾ, ਉਹ ਉਨੀ ਕੀ ਨੌਲੇਜ ਰੱਖਦਾ, ਉਹਦੀ ਵੱਧਦੀ ਨਹੀਂ। ਇਸੇ ਕਰਕੇ ਸਾਡੇ ਜਿਹੜੇ ਡਿਸੀਜਨ ਮੇਕਿੰਗ ਆ ਉਹ ਉਨੀ ਲਿਮਿਟਡ ਨੌਲੇਜ ਨਾਲ ਹੀ ਆ। ਖਾਸ ਕਰਕੇ ਕੈਨੇਡਾ ਦੇ ਵੈਸਟਰਨ ਸਿਵਲਾਈਜੇਸ਼ਨ ਦੇ ਵਿੱਚ ਇਟਸ ਵੈਰੀ ਇੰਪੋਰਟੈਂਟ ਟੂ ਮੇਕ ਦਾ ਰਾਈਟ ਡਿਸੀਜਨਸ ਐਟ ਦਾ ਰਾਈਟ ਟਾਈਮ। ਤੁਹਾਡਾ ਇੱਕ ਰੋਂਗ ਡਿਸੀਜਨ ਤੁਹਾਨੂੰ ਬਹੁਤ ਪ੍ਰੋਬਲਮ 'ਚ ਪਾ ਸਕਦਾ। ਜਿਵੇਂ ਮਿਸਾਲ ਦੇ ਤੌਰ ਤੇ ਇੱਥੇ ਅਗਰ ਤੁਸੀਂ ਕਿਸੇ ਦੇ ਕੋਸਾਈਨ ਕਰ ਦਿਓ ਔਰ ਉਹ ਬੰਦਾ ਪੇ ਨਾ ਕਰ ਸਕੇ, ਅਗਲੇ ਬੈਂਕ ਨੇ ਜਾਂ ਜਿਹਦੇ ਨਾਲ ਜਿਹੜੀ ਵੀ ਚੀਜ਼ ਤੇ ਤੁਸੀਂ ਕੋਸਾਈਨ ਕੀਤੇ ਆ, ਉਹਨਾਂ ਨੇ ਤੁਹਾਨੂੰ ਪਕੜ ਲੈਣਾ। ਹੁਣ ਤੁਸੀਂ ਕਹੋਗੇ ਵੀ ਮੈਂ ਤਾਂ ਇਹਦੇ ਚੰਗੇ ਵਾਸਤੇ ਕੀਤੇ ਸੀ, ਮੈਨੂੰ ਕੀ ਪਤਾ ਸੀ ਇਹ ਨਹੀਂ ਦੇ ਸਕੂਗਾ ਜਾਂ ਨਹੀਂ ਦਊਗਾ। ਉਹਨਾਂ ਨੇ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣਨੀ। ਇਹਦਾ ਮਤਲਬ ਤੁਹਾਡਾ ਜਿਹੜਾ ਡਿਸੀਜਨ ਮੇਕਿੰਗ ਸੀ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮੈਂ ਜਿਹੜੇ ਸਾਈਨ ਕਰ ਰਿਹਾ ਮੈਂ ਭਾਵਕ ਹੋ ਕੇ ਕਰ ਰਿਹਾ, ਮੇਰੇ ਕੋਲੇ ਇੰਨੀ ਕਪੈਸਿਟੀ ਹੈਗੀ ਆ ਵੀ ਜੇ ਇਹਨੂੰ ਕੁਝ ਹੋ ਗਿਆ ਤਾਂ ਮੈਂ ਦਊਂਗਾ, ਕਿਉਂਕਿ ਅਗਲਿਆਂ ਨੇ ਤੁਹਾਨੂੰ ਕਹਿਣਾ ਵੀ ਤੁਸੀਂ ਕੋਸਾਈਨ ਕੀਤੇ ਦਿਓ। ਆਹ ਜਿਹੜੀ ਡਿਸੀਜਨ ਮੇਕਿੰਗ ਆ ਸਾਡੀ, ਅਸੀਂ ਉਸ ਚੀਜ਼ ਨੂੰ ਸਮਝਿਆ ਨਹੀਂ ਤੇ ਐਜ਼ ਏ ਰਿਜ਼ਲਟ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਰਿਸ਼ਤਿਆਂ 'ਚ। ਮਤਲਬ ਕਿ ਉਹ ਉਸ ਚੀਜ਼ ਨੂੰ ਕਨਵਰਟ ਕਰਦੀ। ਮੈਨੂੰ ਆਪਣੇ ਬਾਰੇ ਨਹੀਂ ਪਤਾ, ਮੈਂ ਭਾਵਕ ਹੋ ਕੇ ਕਿਸੇ ਦੂਸਰੇ ਦੇ ਨਾਲ ਰਿਸ਼ਤਾ ਕਾਇਮ ਕਰ ਲੈਣਾ, ਉਹ ਬੰਦਾ ਉਹਨਾਂ ਕਲੋਜ਼ ਹੁੰਦਾ ਨਹੀਂ ਜਿੰਨਾ ਮੈਂ ਸਮਝੀ ਬੈਠਾ। ਫਿਰ ਉਹ ਬੰਦਾ ਆਪਣੇ ਹਿਸਾਬ ਦੇ ਨਾਲ ਡਿਸੀਜਨ ਲੈਂਦਾ, ਫਿਰ ਮੈਂ ਹਲਟ ਹੁੰਨਾ, ਫਿਰ ਸਾਡੀ ਲੜਾਈ ਦੇ ਵਿੱਚ ਗੱਲ ਵੱਧਦੀ ਆ, ਅਸੀਂ ਫਿਰ ਇੱਕ ਦੂਸਰੇ ਨੂੰ ਦੂਰ ਹੁੰਨੇ ਆ ਤੇ ਸਾਡਾ ਜਾਣੀ ਸਾਰੀ ਉਮਰ ਇੰਝ ਹੀ ਚੱਲੀ ਜਾਂਦਾ। ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਬਹੁਤ ਇੰਪੋਰਟੈਂਟ ਆ ਕਿ ਅਸੀਂ ਸਿੱਖਣ ਦਾ ਨਜ਼ਰੀਆ ਰੱਖੀਏ, ਓਪਨੈਸ ਰੱਖੀਏ। ਅਸੀਂ ਬੱਚਿਆਂ ਨੂੰ ਵੀ ਉਸ ਕਨਸੈਪਟ ਦਈਏ ਜਿਹਦੇ 'ਚ ਉਹ ਮੁਹਾਰਤ ਹਾਸਲ ਕਰਨ, ਉਹ ਆਪਣੀ ਫਾਈਨੈਂਸ ਦੀ ਰੱਖਣ, ਉਹ ਆਪਣੇ ਆਪ ਨੂੰ ਜਾਣਨ ਦੀ ਰੱਖਣ, ਉਹ ਸੁਸਾਇਟੀ ਦੇ ਵਿੱਚ ਕਿਵੇਂ ਵਿਚਰਨਾ ਉਹਦੇ ਬਾਰੇ ਹੋਣ, ਉਹਨਾਂ ਨੂੰ ਅਸੈਸਮੈਂਟ ਦੀ ਕਪੈਸਿਟੀ ਦੀ ਉਹਨਾਂ ਨੂੰ ਜਾਣੀ ਸੂਝ ਹੋਵੇ। ਮੈਂ ਕਿਹਦੇ ਨਾਲ ਆਪਣਾ ਰਿਸ਼ਤਾ ਬਣਾ ਰਿਹਾ, ਮੈਂ ਅਗਲੇ ਦਾ ਅਸੈਸਮੈਂਟ ਕਰਕੇ ਮੇਰੇ ਆ ਇਹ ਮੇਰਾ ਵਾਕਿਆ ਹੀ ਦੋਸਤ ਆ ਕਿ ਨਹੀਂਗਾ। ਉਹ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਆ ਉਹ ਆਪਣੇ ਰਿਲੇਸ਼ਨਸ਼ਿਪ 'ਚੋਂ ਸ਼ੁਰੂ ਹੁੰਦੀਆਂ। ਤੇ ਆਪਣਾ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਹੁਣ ਜਿਹੜੀ ਪ੍ਰੋਬਲਮ ਆ ਰਹੀ ਆ ਨਿਰਲੇਪ ਜੀ, ਜਿਹੜੀ ਆਪਾਂ ਜ਼ਿੰਦਗੀ ਦੀ ਅਗਰ ਆਪਾਂ ਗੱਲ ਕਰੀਏ, ਉਹ ਹੈਗਾ ਕਿ ਸਾਡਾ ਰਿਸ਼ਤਾ ਟੈਕਨੋਲੋਜੀ ਦੇ ਨਾਲ ਕਿਵੇਂ ਬਣ ਰਿਹਾ। ਬਿਲਕੁਲ, ਮੇਰਾ ਵੀ ਇਹੀ ਕੁਐਸਚਨ ਅਗਲਾ ਸੀਗਾ ਕਿ ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਵੀ ਅਵੇਅਰਨੈਸ ਦੀ ਘਾਟ ਹੈਗੀ। ਅਵੇਅਰਨੈਸ ਤਾਂ ਲਈ ਵੀ ਜਾ ਸਕਦੀ ਹੈਗੀ ਆ, ਤੁਸੀਂ ਉਹ ਸੈਲਫ ਦੀ ਜਦੋਂ ਗੱਲ ਆਉਂਦੀ ਮੈਂ ਲੈ ਸਕਦਾ, ਉਹਦੇ ਵਿੱਚ ਮੈਨੂੰ ਕਿਤੇ ਭੱਜਣ ਦੀ ਲੋੜ ਨਹੀਂ। ਆਪਣੇ ਕੋਲੇ ਇੰਟਰਨੈਟ ਹੈਗਾ, ਹੋਰ ਮੀਡੀਆਜ਼ ਹੈਗੇ ਆ, ਜਿਹੜੇ ਇਲੈਕਟ੍ਰੋਨਿਕ ਮੀਡੀਆਜ਼ ਹੈਗੇ ਆ। ਉਹ ਜਿਹੜਾ ਉੱਥੋਂ ਹੁਣ ਮੈਂ ਕੱਢਣਾ ਕੀ ਹੈ ਇਹ ਵੀ ਮੇਰੇ 'ਤੇ ਡਿਪੈਂਡ ਕਰਦਾ ਵੀ ਕੀ ਮੈਂ ਸਰਚ ਕੀ ਕਰਨਾ, ਮੈਂ ਵੇਖਣਾ ਕੀ ਆ, ਮੈਂ ਆਪਦੇ ਆਪ ਨੂੰ ਐਜੂਕੇਟ ਕਰਨਾ ਕਿ ਮੈਂ ਆਪਦੇ ਆਪ ਨੂੰ ਕਿਸੇ ਗਲਤ ਪਾਸੇ ਲੈ ਕੇ ਜਾਣਾ। ਬਿਲਕੁਲ। ਸੋ ਜਿਹੜਾ ਟੈਕਨੋਲੋਜੀ ਦਾ ਰੋਲ ਹੈਗਾ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ, ਉਹ ਅਹਿਮ ਆਪਾਂ ਮੰਨ ਸਕਦੇ ਹਾਂ ਕਿ ਬਹੁਤ ਵੱਡਾ ਰੋਲ ਜਿਹੜਾ ਉਹ ਪਲੇ ਕਰ ਰਿਹਾ ਟੈਕਨੋਲੋਜੀ। ਉਹਦੇ 'ਚ ਸੋਸ਼ਲ ਮੀਡੀਆ ਆ ਜਾਂਦਾ, ਉਹਦੇ 'ਚ ਮੇਰਾ ਸਕਰੀਨ ਟਾਈਮ ਮੈਂ ਜਿਹੜਾ ਯੂਜ਼ ਕਰਦਾ ਉਹ ਵੀ ਮੇਰੇ ਰਿਸ਼ਤਿਆਂ 'ਤੇ ਇਫੈਕਟ ਕਰਦਾ। ਸੋ ਜਿਹੜਾ ਰਿਸ਼ਤਾ ਹੈਗਾ ਉਹ ਟੈਕਨੋਲੋਜੀ ਕਿਵੇਂ ਪ੍ਰਭਾਵਿਤ ਕਰਦੀ ਆ ਉਹਨੂੰ, ਜਿਹੜਾ ਅੱਜ ਕੱਲ੍ਹ ਜਿਹੜੀ ਆਪਾਂ ਵੇਖ ਰਹੇ ਹੈਗੇ ਆ। ਇਹ ਰਿਸਰਚ ਹੁਣ ਆਈ ਆ ਕਿ ਇੱਕ ਫਾਦਰ ਆਪਣੇ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਟਾਈਮ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਆ। ਜੀ ਬਿਲਕੁਲ, ਮੈਂ ਐਗਰੀ ਹਾਂ ਤੁਹਾਡੇ ਨਾਲ ਬਿਲਕੁਲ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੱਚੇ ਤਾਂ ਪਹਿਲਾਂ ਹੀ ਨਹੀਂ ਆਪੇ ਤੋਂ ਕੁਝ ਸਿੱਖ ਰਹੇ, ਤੇ ਰਹਿੰਦਾ ਖੁੰਦਾ ਅਸੀਂ ਟੈਕਨੋਲੋਜੀ 'ਚ ਬਿਜ਼ੀ ਹੋ ਗਏ ਤੇ ਬੱਚਾ ਸਾਡਾ ਆਪ ਟੈਕਨੋਲੋਜੀ 'ਚ ਬਿਜ਼ੀ ਹੋ ਗਿਆ। ਸੋ ਉਹਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹ ਤਾਂ ਸਾਡੀਆਂ ਰਹੀਆਂ ਹੀ ਨਹੀਂ। ਹਜੇ ਪੁਰਾਣੇ ਜ਼ਮਾਨੇ 'ਚ ਜਦੋਂ ਮੇਰੇ ਬੱਚੇ ਸੀਗੇ ਉਦੋਂ ਟੈਕਨੋਲੋਜੀ ਨਹੀਂ ਸੀ, ਉਹਨਾਂ ਦਾ ਕੁਝ ਅਸਰ ਤਾਂ ਮੇਰੇ ਤੋਂ ਪਿਆ ਨਾ, ਕਿਉਂਕਿ ਮੇਰੇ ਨਾਲ ਉਹਨਾਂ ਦਾ ਇੰਟਰੈਕਸ਼ਨ ਹੁੰਦਾ ਸੀ। ਅੱਜ ਕੱਲ੍ਹ ਜਦੋਂ ਘਰ ਦੇ ਵਿੱਚ ਸ਼ਾਮ ਨੂੰ ਆ ਜਾਂਦੇ ਆ, ਉਦੋਂ ਮਦਰ ਦੇ ਕੋਲੇ ਆਪਣਾ
ਸੈੱਲਫੋਨ ਹੈਗਾ ਜੀ ਫਾਦਰ ਦੇ ਕੋਲੇ ਆਪਣਾ ਸੈੱਲਫੋਨ ਹੈਗਾ ਬੱਚੇ ਅਗਰ ਵੱਡੇ ਆ ਤਾਂ ਉਹਨਾਂ ਦੇ ਕੋਲੇ ਆਪਣਾ ਸੈੱਲਫੋਨ ਹੈਗਾ ਜੇ ਘਰ 'ਚ 4 ਜੀ ਹੈਗੇ ਆ 4 ਸੈੱਲਫੋਨ ਹੈਗੇ ਆ ਤਾਂ ਚਾਰਾਂ ਦਾ ਹੀ ਆਪਣਾ ਮੀਡੀਆ 'ਚ ਇੰਟਰਐਕਸ਼ਨ ਹੋ ਰਿਹਾ ਜੀ ਲੇਕਿਨ ਆਪਣੇ ਆਪ ਨਾਲ ਨਹੀਂ ਹੋ ਰਿਹਾ ਜੀ ਤਾਂ ਉਹ ਰਿਸ਼ਤਾ ਕਿਹਦੇ ਨਾਲ ਬਣ ਰਿਹਾ ਰਿਸ਼ਤਾ ਇੱਕ ਦੂਸਰੇ ਨਾਲ ਤਾਂ ਬਣ ਹੀ ਨਹੀਂ ਰਿਹਾ ਰਿਸ਼ਤਾ ਤਾਂ ਟੈਕਨੋਲੋਜੀ ਦੇ ਨਾਲ ਬਣ ਰਿਹਾ ਸੋ ਸਾਡਾ ਜਿਹੜਾ ਰਿਸ਼ਤਾ ਅੱਜ ਕੱਲ੍ਹ ਜਿਹੜੀ ਮਾਡਰਨ ਪ੍ਰੋਬਲਮਸ ਆ ਰਹੀਆਂ ਉਹ ਇਹ ਹੈਗੀਆਂ ਕਿ ਨਾ ਤਾਂ ਇਨਸਾਨ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੀ ਮੁਹਾਰਤ ਰੱਖ ਰਿਹਾ ਉਹ ਵੀ ਖਤਮ ਹੋ ਰਹੀ ਆ ਹੌਲੀ ਹੌਲੀ ਅਸੀਂ ਟੈਕਸਟਿੰਗ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਆ ਫੋਨ ਚੱਕ ਕੇ ਗੱਲ ਕਰਨ ਨਾਲੋਂ ਹੁਣ ਜਿਹੜੇ ਬੱਚੇ ਆ ਉਹ ਤੁਸੀਂ ਦੇਖੋਗੇ ਕਿ ਉਹਨਾਂ ਦੀ ਇੰਨੀ ਜ਼ਿਆਦਾ ਸਪੀਡ ਆ ਟਾਈਪ ਕਰਨ ਦੀ ਤੁਸੀਂ ਯਕੀਨ ਨਹੀਂ ਕਰ ਸਕਦੇ ਇਹਨਾਂ ਤਾਂ ਆਪਾਂ 2 ਹੱਥਾਂ ਨਾਲ ਨਹੀਂ ਕਰ ਸਕਦੇ ਜਿੰਨੀ ਉਹ ਐਂ ਕਰਕੇ ਕਰਦੇ ਅੱਜ ਕੱਲ੍ਹ ਤੇ ਉਹਨਾਂ ਨੂੰ ਉਹ ਫਿੰਗਰ ਚੱਕਣ ਦੀ ਵੀ ਨਹੀਂ ਲੋੜ ਪੈਂਦੀ ਉਹ ਮਤਲਬ ਕਿ ਉਹ ਐਂ ਸਲਾਈਡ ਕਰਦੇ ਆ ਇੰਨੀ ਫਾਸਟ ਕਰਦੇ ਆ ਸੋ ਹੁਣ ਮੇਰੇ ਹਿਸਾਬ ਦੇ ਨਾਲ ਆਉਣ ਵਾਲੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਟੈਕਨੋਲੋਜੀ ਦੀਆਂ ਤੇ ਮੇਰਾ ਰਿਸ਼ਤਾ ਟੈਕਨੋਲੋਜੀ ਦੇ ਨਾਲ ਕਿਵੇਂ ਆ ਤੇ ਮੈਂ ਉਹਦੇ ਤੇ ਲਿਮਿਟ ਲਾ ਸਕਦਾ ਕਿ ਨਹੀਂ ਹੁਣ ਜੇ ਮੈਂ ਲਿਮਿਟ ਨਹੀਂ ਲਾ ਸਕਦਾ ਤਾਂ ਫਿਰ ਮੈਨੂੰ ਹੁਣ ਪ੍ਰੋਬਲਮਸ ਆਉਣਗੀਆਂ ਜਿਹੜੀ ਆਉਣ ਵਾਲੀ ਐਡਿਕਸ਼ਨ ਦੀਆਂ ਆਪਾਂ ਗੱਲਾਂ ਕਰਾਂਗੇ ਅੱਜ ਤੋਂ 10 ਸਾਲਾਂ ਨੂੰ ਉਹ ਇਹ ਹੋਊਗੀ ਕਿ ਸ਼ਰਾਬ ਦੀ ਘੱਟ ਐਡਿਕਸ਼ਨ ਹੋਊਗੀ ਡਰੱਗ ਦੀ ਘੱਟ ਐਡਿਕਸ਼ਨ ਹੋਊਗੀ ਜ਼ਿਆਦਾ ਐਡਿਕਸ਼ਨ ਇਹ ਹੋਊਗੀ ਕਿ ਮੇਰੇ ਤੋਂ ਯਾਰ ਸੈੱਲਫੋਨ ਹੀ ਨਹੀਂ ਛੁੱਟਦਾ ਮੈਂ 24 ਘੰਟੇ ਸਵੇਰੇ ਉੱਠ ਕੇ ਲੈ ਕੇ ਰਾਤ ਤੱਕ ਮੈਂ ਸੈੱਲਫੋਨ ਤੇ ਹੀ ਰਹਿਣਾ ਜਾਂ ਕੋਈ ਹੋਊਗਾ ਬੰਦਾ ਉਹ ਵੀਡੀਓ ਗੇਮਸ ਹੀ ਖੇਲੀ ਜਾਂਦਾ ਕੋਈ ਇੰਟਰਨੈਟ ਤੇ ਗੈਂਬਲਿੰਗ ਹੀ ਕਰੀ ਜਾਂਦਾ ਕੋਈ ਇੰਟਰਨੈਟ ਤੇ ਪੋਰਨੋਗ੍ਰਾਫੀ ਹੋਈ ਦੇਖੀ ਜਾਂਦਾ ਸੋ ਆ ਜਿਹੜੀਆਂ ਪ੍ਰੋਬਲਮਸ ਹੁਣ ਮਾਡਰਨ ਆ ਰਹੀਆਂ ਇਹ ਵੀ ਮੇਰਾ ਰਿਸ਼ਤਾ ਟੈਕਨੋਲੋਜੀ ਦੇ ਨਾਲ ਕਿਵੇਂ ਆ ਇਹਦੀਆਂ ਆ ਰਹੀਆਂ ਕਿਉਂਕਿ ਅਸੀਂ ਕੋਈ ਲਿਮਿਟ ਨਹੀਂ ਲਾ ਰਹੇ ਬਹੁਤ ਵੱਡਾ ਫੈਕਟਰ ਹੈ ਜੀ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਦਰਾਰਾਂ ਆ ਰਹੀਆਂ ਈਵਨ ਆਪਾਂ ਪੇਰੈਂਟਸ ਤੇ ਬੱਚਿਆਂ ਦੀ ਗੱਲ ਕੀਤੀ ਆ ਸੋ ਉਹਦੇ ਵਿੱਚ ਜੇ ਆਪਾਂ ਦੇਖੀ ਹਸਬੈਂਡ ਵਾਈਫ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਆਪ ਦਾ ਪਰਸਨਲ ਟਾਈਮ ਆ ਦੋਨਾਂ ਦਾ ਲੈਟਸ ਸੇ ਉਹ ਇਕਾਂਤ 'ਚ ਬੈਠੇ ਆ ਜਾਂ ਉਹਨਾਂ ਸੌਣ ਵੇਲੇ ਉਹ ਜੋ ਉਹਨਾਂ ਨੇ ਗੱਲਬਾਤ ਕਰਨੀ ਹੈ ਉਦੋਂ ਰਾਦਰ ਦੈਨ ਕਿ ਉਹ ਦੋਨੇ ਇੱਕ ਦੂਜੇ ਫੋਨ ਆਪਣੇ ਆਪਣੇ ਫੋਨ 'ਤੇ ਲੱਗੇ ਹੋਏ ਆ ਸੋ ਉਹ ਜਿਹੜਾ ਜਦੋਂ ਤੁਸੀਂ ਰਿਸ਼ਤਾ ਬਣਾਉਣ ਦੀ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਰਿਸ਼ਤਾ ਬਣਾਉਣ ਦਾ ਸਮਾਂ ਅਤੇ ਉਹਨੂੰ ਟੈਕਨੋਲੋਜੀ ਤੁਹਾਡੀ ਖਾ ਰਹੀ ਹੈਗੀ ਔਰ ਇਹ ਬੜਾ ਡਿਸਟਰੈਕਟਿਵ ਹੈ ਜੀ ਸਾਰਾ ਕੁਛ ਕੰਮ 'ਤੇ ਵੀ ਕਈ ਵਾਰੀ ਜੇ ਆਪਾਂ ਵੇਖੀਏ ਆਪਾਂ ਗੂਗਲ ਓਪਨ ਕਰਦੇ ਹਾਂ ਰਿਸਰਚ ਕੁਛ ਹੋਰ ਕਰਨੀ ਹੁੰਦੀ ਆ ਪੋਪਅਪ ਕੁਛ ਹੋਰ ਹੋ ਜਾਂਦਾ ਉਸ ਪੋਪਅਪ ਨੂੰ ਜੀ 1 ਸਕਿੰਟ ਵਾਸਤੇ ਆਪਾਂ ਕਲਿੱਕ ਕਰ ਲਈਏ ਤਾਂ ਸਕਰੋਲ ਕਰਨ ਲੱਗ ਜਾਈਏ ਤੁਹਾਨੂੰ ਪਤਾ ਨਹੀਂ ਲੱਗਦਾ ਕਿੰਨੇ ਮਿੰਟ ਉਹਦੇ ਵਿੱਚ ਨਿਕਲ ਗਏ ਸੋ ਇਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਆਪਾਂ ਕੰਟਰੋਲ ਦੀ ਗੱਲ ਕਰੀਏ ਮੇਰਾ ਕੰਟਰੋਲ ਹੈਗਾ ਇਹਨਾਂ ਡਿਵਾਈਸਿਸ ਦੇ ਉੱਤੇ ਕਿ ਨਹੀਂ ਜਾਂ ਮੈਂ ਕਿੰਨਾ ਸਮਾਂ ਇੱਥੇ ਜਾਣਾ ਜਾਂ ਆਪਾਂ ਕੋਈ ਉਹਦਾ ਸਮਾਂ ਮਿਥ ਲਈਏ ਅੱਜ ਕੱਲ੍ਹ ਤਾਂ ਐਪਸ ਵੀ ਆ ਗਈਆਂ ਕਿ ਤੁਹਾਨੂੰ ਦੱਸ ਦਿੰਦੀਆਂ ਤੁਹਾਡਾ ਸਕਰੀਨ ਟਾਈਮ ਇੰਨਾ ਚਿਰ ਤੁਸੀਂ ਫੇਸਬੁੱਕ 'ਤੇ ਰਹੇ ਹੋ ਇੰਨਾ ਚਿਰ ਤੁਸੀਂ ਇੰਸਟਾਗ੍ਰਾਮ 'ਤੇ ਰਹੇ ਹੋ ਇੰਨਾ ਚਿਰ ਤੁਸੀਂ ਕਿਹੜੇ ਐਪਸ ਦੇ ਉੱਤੇ ਬਤੀਤ ਕੀਤਾ ਉਹ ਸ਼ਾਮ ਨੂੰ ਕੈਲਕੂਲੇਸ਼ਨ ਕਰਕੇ ਦੱਸ ਦਿੰਦੀ ਆ ਪਰ ਕਈ ਵਾਰੀ ਜੇ ਹੁਣ ਬੰਦਾ ਅਡਿਕਟਡ ਹੋਵੇ ਤਾਂ ਉਹ ਉਸ ਐਪ ਨੂੰ ਖੋਲ੍ਹਦਾ ਹੀ ਨਹੀਂਗਾ ਵੀ ਪਤਾ ਲੱਗ ਜਾਣਾ ਯਾਰ ਕਿੰਨਾ ਚਿਰ ਫੇਸਬੁੱਕ 'ਤੇ ਬੈਠਾ ਸੋ ਗੱਲ ਇਹ ਆਪਦੇ ਨਾਲ ਰਿਸ਼ਤੇ ਦੀ ਗੱਲ ਕੀਤੀ ਸੀ ਆਪਾਂ ਆਪਣਾ ਟੈਕਨੋਲੋਜੀ ਦੇ ਨਾਲ ਰਿਸ਼ਤਾ ਆਪਣਾ ਅਤੇ ਸਾਡਾ ਜਿਹੜਾ ਜ਼ਿੰਦਗੀ ਦੇ ਨਾਲ ਰਿਸ਼ਤਾ ਜਿਹੜਾ ਆਪਣਾ ਫਾਈਨਲ ਪੁਆਇੰਟ ਹੈਗਾ ਉਸ ਚੀਜ਼ ਨੂੰ ਵੀ ਇਹ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਬਿਲਕੁਲ ਸੋ ਆਪਾਂ ਨੂੰ ਮੌਕਾ ਨਹੀਂ ਮਿਲ ਰਿਹਾ ਆਪਾਂ ਨੂੰ ਟਾਈਮ ਨਹੀਂ ਮਿਲ ਰਿਹਾ ਆਪਣੀ ਬੈਠ ਕੇ ਸਵੈ ਪੜਚੋਲ ਕਰਨ ਦਾ ਕਿ ਮੈਂ ਕਿੱਥੇ ਕੁ ਪਹੁੰਚਿਆ ਜਾਣੀ ਮੈਂ ਹੁਣ ਜ਼ਿੰਦਗੀ ਦੇ ਉਸ ਪੜਾਅ 'ਤੇ ਹਾਂ ਹੁਣ ਆਪਾਂ ਨੂੰ ਪਤਾ ਕਿ ਆਪਣੇ 4 ਪੜਾਅ ਹੁੰਦੇ ਆ ਇੱਕ ਆਪਣਾ ਬਚਪਨਾ ਹੁੰਦਾ ਇੱਕ ਆਪਣਾ ਹੁੰਦਾ ਟੀਨੇਜ ਇੱਕ ਆਪਣੀ ਐਡਲਟ ਲਾਈਫ ਹੁੰਦੀ ਹੈ ਇੱਕ ਆਪਣੀ ਬਜ਼ੁਰਗਾਂ ਦੀ ਲਾਈਫ ਹੁੰਦੀ ਹੈ ਆਪਾਂ ਨੇ ਜਦੋਂ ਆਪਾਂ ਐਡਲਟ ਲਾਈਫ 'ਚ ਪਹੁੰਚਦੇ ਹਾਂ ਆਪਾਂ ਬਜ਼ੁਰਗਾਂ ਦੀ ਲਾਈਫ ਦਾ ਲੇਖਾ ਜੋਖਾ ਨਹੀਂ ਕਰਦੇ ਇੱਕ ਇਹ ਵੱਡੀ ਪ੍ਰੋਬਲਮ ਆ ਰਹੀ ਆ ਆਪਾਂ ਨੂੰ ਕਿਉਂਕਿ ਆਪਾਂ ਡਰਦੇ ਹਾਂ ਵੀ ਸਾਡਾ ਬੁਢਾਪਾ ਕਿਵੇਂ ਹੋਊਗਾ ਅਸੀਂ ਉਸ ਦਵੰਦ ਦੇ ਵਿੱਚ ਹਾਂ ਕਿ ਮੇਰੇ ਬੱਚੇ ਮੈਨੂੰ ਟੇਕ ਕੇਅਰ ਕਰ ਲੈਣਗੇ ਕਿ ਕੀ ਮੈਂ ਵੀ ਲੌਂਗ ਟਰਮ ਕੇਅਰ ਫੈਸਿਲਿਟੀ 'ਚ ਹੋਊਂਗਾ ਕਈ ਵਾਰੀ ਮਾਪੇ ਹੱਸ ਕੇ ਕਹਿ ਦਿੰਦੇ ਉਹ ਸਾਨੂੰ ਪਤਾ ਹੀ ਆ ਬਈ ਇੱਥੇ ਕਿਹੜਾ ਸਾਡੇ ਬੱਚਿਆਂ ਨੇ ਸਾਡੀ ਦੇਖਭਾਲ ਕਰਨੀ ਆ ਸੋ ਮੈਂ ਕਹਿੰਦਾ ਵੀ ਜੇ ਤੁਹਾਨੂੰ ਇੰਨੀ ਕੌਨਫੀਡੈਂਸ ਨਾਲ ਤੁਸੀਂ ਬੱਚੇ ਦੇ ਸਾਹਮਣੇ ਹੀ ਕਹਿ ਰਹੇ ਹੋ ਵੀ ਨਹੀਂ ਕਰਨੀ ਤੇ ਤੁਸੀਂ ਫਿਰ ਕਿਵੇਂ ਐਕਸਪੈਕਟ ਕਰੋਗੇ ਕਿ ਜਦੋਂ ਤੁਸੀਂ ਬਜ਼ੁਰਗ ਹੋਵੋਗੇ ਉਹ ਤੁਹਾਡੀ ਦੇਖਭਾਲ ਕਰੂ ਇਹ ਕਿਉਂ ਕਹਿੰਦੇ ਹੋ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਨਾ ਅਸੀਂ ਇਹ ਕੰਡੀਸ਼ਨਾਂ ਕ੍ਰੀਏਟ ਕਰਾਂਗੇ ਕਿ ਸਾਡੇ ਬੱਚੇ ਸਾਡੀ ਦੇਖਭਾਲ ਕਰਨ ਇਹ ਕਿਉਂ ਨਹੀਂ ਆਪਾਂ ਕਹਿੰਦੇ ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਉਹ ਜਿਹੜੀ ਆਪਣੀ ਆਪਣਾ ਕੋਆਪਰੇਟਿਵ ਲਿਵਿੰਗ ਸੀਗੀ ਇੱਕ ਦੂਸਰੇ ਨਾਲ ਸਾਂਝੀਵਾਲਤਾ ਦੇ ਨਾਲ ਰਹਿਣਾ ਸੀਗਾ ਉਹਦੀ ਅਸੀਂ ਗੱਲਬਾਤ ਕਰਨ ਤੋਂ ਅਸੀਂ ਬੜਾ ਕਤਰਾਨੇ ਹਾਂ ਔਰ ਅਸੀਂ ਉਹ ਡਰਦੇ ਹਾਂ ਕਿ ਅਸੀਂ ਸਾਂਝੀਵਾਲਤਾ ਨੂੰ ਕਿਸ ਤਰੀਕੇ ਨਾਲ ਅਸੀਂ ਲੈਣਾ ਤੇ ਇੱਧਰਲੇ ਬੱਚੇ ਜਿਹੜੇ ਕਿ ਇੰਡੀਵਿਜੂਅਲਿਸਟਿਕ ਆ ਜਿਹੜੇ ਵਿਅਕਤੀਗਤ ਤੌਰ ਤੇ ਜਿਉਣਾ ਚਾਹੁੰਦੇ ਆ
ਤੇ ਆਪਾਂ ਸਾਂਝੀਵਾਲਤਾ ਨਾਲ ਜਿਉਣਾ ਚਾਹੁੰਦੇ ਆ, ਇਹਨਾਂ ਦੇ ਵਿੱਚ ਆਪਾਂ ਕਿਵੇਂ ਤਾਲਮੇਲ ਪੈਦਾ ਕਰ ਸਕਦੇ ਹਾਂ। ਜੀ ਤਾਂਹੀਓ ਹੋਊਗੀ ਜੇ ਅਸੀਂ ਘਰ ਦੇ ਵਿੱਚ ਬੈਠਾਂਗੇ ਤੇ ਡਿਸਕਸ਼ਨ ਕਰਾਂਗੇ, ਜੇ ਇਹ ਤਾਂਹੀਓ ਹੀ ਹੋਊਗੀ ਜੇ ਆਪਾਂ ਬਿਗਰ ਲੈਵਲ ਤੇ ਵਿਚਾਰ ਵਟਾਂਦਰਾ ਕਰਾਂਗੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਮੇਰਾ ਖਿਆਲ 'ਚ ਆਪਣੀ ਕਮਿਊਨਿਟੀ ਦੇ ਵਿੱਚ ਇਹਨਾਂ ਚੀਜ਼ਾਂ ਤੇ ਜ਼ਰੂਰ ਹੋਣਾ ਚਾਹੀਦਾ ਕਿ ਵਿਅਕਤੀਗਤ ਤੇ ਸਾਂਝੀਵਾਲਤਾ ਦਾ ਆਪਸੀ ਕਿਵੇਂ ਮੇਲ ਕਰ ਸਕਦੇ ਆ। ਆਪਾਂ ਇਹਨੂੰ ਐਲੀਮੀਨੇਟ ਨਹੀਂ ਕਰ ਸਕਦੇ, ਕਿਉਂਕਿ ਕੈਨੇਡਾ ਦੇ ਵਿੱਚ ਵਿਅਕਤੀਗਤ ਡਿਵੈਲਪ ਕੀਤਾ ਜਾਂਦਾ। ਸਕੂਲ 'ਚ ਜਾਓਗੇ ਉਹ ਤੁਹਾਡੇ ਬੱਚੇ ਨੂੰ ਫੋਰਸ ਕਰਦੇ ਆ ਕਿ ਤੂੰ ਆਪਣੀ ਰਿਸਪੌਂਸਿਬਿਲਟੀ ਆਪ ਚੱਕ, ਆਪੇ ਲਿਖ, ਆਪੇ ਚੁਣ, ਆਪੇ ਸਾਰਾ ਕੁਝ ਕਰ। ਘਰ ਆਂਦਾ ਤਾਂ ਫਿਰ ਆਪਾਂ ਕਹਿੰਦੇ ਆ ਵੀ ਇਹ ਸਾਡਾ ਘਰ ਆ, ਸਾਡਾ ਮਕਾਨ ਆ, ਸਾਡੇ ਪਰਿਵਾਰ ਆ, ਸਾਡਾ ਸਾਰਾ ਕੁਝ ਆ, ਤੇ ਆਪੇ ਦੇ ਵਿੱਚ ਤੇ ਮੈਂ ਦੇ ਵਿੱਚ ਇੱਕ ਕਿਸਮ ਦਾ ਸਿੰਕਰੋਨਾਈਜ਼ ਨਹੀਂ ਹੋ ਰਿਹਾ। ਜਾਂ ਤਾਂ ਬੱਚਾ ਜਮਾਂ ਹੀ ਗਿਵਨ ਕਰਕੇ ਇੱਧਰ ਆ ਜਾਂਦਾ, ਉਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ, ਜਾਂ ਬੱਚਾ ਚੁੱਪ ਕਰਕੇ ਤੇ ਉਹ ਟੋਟਲੀ ਹੀ ਵਿਅਕਤੀਗਤ ਹੋ ਜਾਂਦਾ ਤੇ ਉਹ ਮਾਪਿਆਂ ਨਾਲ ਕੋਈ ਲਿੰਕ ਨਹੀਂ ਰੱਖਦਾ, ਉਹ ਵੀ ਪ੍ਰੋਬਲਮੈਟਿਕ। ਸੋ ਆ ਜਿਹੜਾ ਉਹ ਮਿਡਲ ਗਰਾਊਂਡ ਆ ਉਹ ਤਾਂ ਆਊਗੀ ਜੇ ਘਰ ਦੇ ਵਿੱਚ ਬੈਠ ਕੇ ਆਪਾਂ ਡਿਸਕਸ਼ਨ ਗੱਲਬਾਤ ਕਰਾਂਗੇ। ਬਿਲਕੁਲ ਜੀ, ਕਈ ਵਾਰੀ ਬੱਚਿਆਂ ਨੂੰ ਇਹ ਵੀ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਆਪਾਂ ਜੌਬ ਲੈਣ ਜਾਂਦੇ ਆ ਤਾਂ ਉਹ ਕਹਿੰਦੇ ਮੈਂ ਕਿਉਂ ਜੌਬ ਦੇਵਾਂ ਤੈਨੂੰ, ਹੁਣ ਮੈਂ ਬਾਰੇ ਮੇਰੇ ਕੋਲੋਂ ਗੱਲ ਹੀ ਨਹੀਂ ਹੋ ਰਹੀ ਕਿਉਂਕਿ ਮੈਂ ਆਪਦੇ ਆਪ ਨੂੰ ਪਛਾਣਿਆ ਹੀ ਨਹੀਂ, ਜਾਂ ਮੈਨੂੰ ਆਪਦੀਆਂ ਜਿਹੜੀਆਂ ਵਡਿਆਈਆਂ ਉਹ ਕਰਨੀਆਂ ਸਿਖਾਈਆਂ ਹੀ ਨਹੀਂ, ਤੇ ਜਾਂ ਮੈਂ ਦੱਸ ਹੀ ਨਹੀਂ ਸਕਦਾ ਵੀ ਮੇਰੇ 'ਚ ਕਿਹੜੀਆਂ ਕਿਹੜੀਆਂ ਖੂਬੀਆਂ ਹੈਗੀਆਂ। ਸੋ ਉੱਥੇ ਵੀ ਕਿਤੇ ਨਾ ਕਿਤੇ ਆਪਾਂ ਮਾਰ ਖਾਣੇ ਹੈਗੇ ਆ। ਸੋ ਬਲਦੇਵ ਜੀ, ਆਪਣੇ ਕੋਲ 2 ਮਿੰਟ ਬਾਕੀ ਨੇ, ਤੁਸੀਂ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੋ ਇੱਕ ਤਾਂ ਮੈਂ ਨਰਲੇਪ ਜੀ ਇਹ ਕਹਿਣਾ ਚਾਹਨਾ ਕਿ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣੇ ਬਾਰੇ ਦੇਖੋ। ਤੁਸੀਂ ਇਹਦੇ ਨਾਲ ਉਮਰ ਦਾ ਕੋਈ ਤਕਾਜ਼ਾ ਨਹੀਂਗਾ। ਇੱਕ 5 ਸਾਲ ਦਾ ਬੱਚਾ ਵੀ ਇਸ ਚੀਜ਼ ਨੂੰ ਇੰਪਲੀਮੈਂਟ ਕਰ ਸਕਦਾ ਤੇ ਇੱਕ 60 ਸਾਲ ਦਾ ਇਨਸਾਨ ਵੀ ਇਸ ਚੀਜ਼ ਨੂੰ ਇੰਪਲੀਮੈਂਟ ਕਰ ਸਕਦਾ। ਤੁਸੀਂ ਥੋੜ੍ਹੀ ਜਿਹੀ ਸਵੈ ਪੜਚੋਲ ਕਰ ਲਓ, ਤੁਸੀਂ ਦੇਖ ਲਓ ਕਿ ਮੇਰੇ 'ਚ ਕਿਹੜੇ ਗੁਣ ਆ ਤੇ ਮੇਰੇ 'ਚ ਕਿਹੜੀਆਂ ਕਮਜ਼ੋਰੀਆਂ, ਤੇ ਜਿਹੜੀਆਂ ਉਹ ਕਮਜ਼ੋਰੀਆਂ ਉਹਨਾਂ ਨੂੰ ਲਿਖ ਕੇ ਤੇ ਤੁਸੀਂ ਦੇਖ ਲਓ ਕਿ ਇਹਨਾਂ ਕਮਜ਼ੋਰੀਆਂ ਕਰਕੇ ਮੈਨੂੰ ਜ਼ਿੰਦਗੀ ਦੇ ਵਿੱਚ ਕੀ ਕੀ ਨੁਕਸਾਨ ਹੋਇਆ, ਤੇ ਉਹਨਾਂ ਦੇ ਨਾਲ ਮੇਰਾ ਖਿਆਲ 'ਚ ਬੈਠ ਕੇ ਤਾਂ ਆਪਣੇ ਬੱਚਿਆਂ ਦੇ ਨਾਲ ਵਿਚਾਰ ਵਟਾਂਦਰਾ ਕਰੋ। ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਟਾਈਮ ਕੱਢ ਕੇ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰੋ। ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਆਪਣੀ ਵਾਈਫ ਦੇ ਨਾਲ ਟਾਈਮ ਕੱਢ ਕੇ ਤੇ ਉਹਦੇ ਨਾਲ ਆਪਣੇ ਰਿਸ਼ਤੇ ਬਣਾਓ। ਸੋ ਜਿਹੜਾ ਰਿਸ਼ਤਾ ਅਗਰ ਤੁਸੀਂ ਨਹੀਂ ਵੀ ਬਣਾਓਗੇ ਤਾਂ ਰਿਸ਼ਤੇ ਨੇ ਬਣ ਜਾਣਾ। ਉਹ ਹੋ ਸਕਦਾ ਟੈਕਨੋਲੋਜੀ ਨਾਲ ਬਣ ਜਾਵੇ, ਸੈੱਲਫੋਨ ਨਾਲ ਬਣ ਜਾਵੇ, ਤੁਹਾਡੀ ਕਾਰ ਦੇ ਨਾਲ ਬਣ ਜਾਵੇ, ਹੋ ਸਕਦਾ ਉਹ ਕਿਸੇ ਹੋਰ ਚੀਜ਼ ਨਾਲ ਬਣ ਜਾਵੇ, ਪਰ ਜਿਹੜਾ ਰਿਸ਼ਤਾ ਤੁਹਾਨੂੰ ਇੰਪੋਰਟੈਂਟ ਆ, ਜਿਹਦੀ ਖਾਤਰ ਤੁਸੀਂ ਕੈਨੇਡਾ ਵਰਗੇ ਮੁਲਕਾਂ 'ਚ ਆਏ ਹੋ ਆਪਣਾ ਮੁਲਕ ਛੱਡ ਕੇ, ਤੇ ਜੇ ਤੁਹਾਡੇ ਕੋਲੇ ਬੱਚੇ ਨਾ ਰਹੇ, ਜੇ ਤੁਹਾਡੇ ਵਿਆਹਤਾ ਜੀਵਨ ਨਾ ਤੁਹਾਡਾ ਸਟਰੋਂਗ ਰਿਹਾ, ਫਿਰ ਤੁਸੀਂ ਕਿਤੇ ਨਾ ਕਿਤੇ ਇਕਾਂਤ ਦੇ ਵਿੱਚ ਬੈਠ ਕੇ ਜ਼ਰੂਰ ਸੋਚੋਗੇ ਕਿ ਯਾਰ ਮੈਂ ਕੈਨੇਡਾ ਵਾਕਿਆ ਹੀ ਮੇਰਾ ਆਉਣਾ ਸਹੀ ਸੀ। ਸੋ ਉਸ ਕਰਕੇ ਮੇਰਾ ਖਿਆਲ 'ਚ ਬਹੁਤ ਇੰਪੋਰਟੈਂਟ ਆ ਕਿ ਆਪਾਂ ਥੋੜ੍ਹੀ ਜਿਹੀ ਰੁਕ ਕੇ ਬੈਠ ਕੇ ਸਵੈ ਪੜਚੋਲ ਕਰ ਲਈਏ ਕਿ ਅਸੀਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਾ। ਜੀ ਬਿਲਕੁਲ ਜੀ, ਸਾਡਾ ਜਿਹੜਾ ਸਮਾਂ ਸਮਾਪਤੀ ਵਾਲਾ, ਬਹੁਤ ਅੱਛੀ ਗੱਲਬਾਤ ਚੱਲ ਰਹੀ ਸੀਗੀ। ਅਸੀਂ ਇਸੇ ਕੜੀ ਨੂੰ ਜਿਹੜਾ ਹੈਗਾ ਕੰਟੀਨਿਊ ਰੱਖਾਂਗੇ ਅਗਲੇ ਹਫਤੇ। ਸੋ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਬਲਦੇਵ ਜੀ, ਆਪਣਾ ਤੁਹਾਡਾ ਸਾਡੇ ਨਾਲ ਸਾਂਝ ਪਾਉਣ ਦਾ, ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਦਾ ਬਹੁਤ ਬਹੁਤ ਧੰਨਵਾਦ। ਔਰ ਆਉਣ ਵਾਲੇ ਹਫਤੇ ਦੇ ਵਿੱਚ ਅਸੀਂ ਇੱਕ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਪੇਸ਼ ਆਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।